ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਜੀ ਡਾਕਟਰ ਕਿਰਪਾਲ ਸਿੰਘ ਤੇ ਮਾਈ ਕੋ-ਐਂਕਰ ਇਜ਼ ਗਿਆਨੀ ਧਰਮ ਸਿੰਘ ਜੀ ਤੇ ਆਵਰ ਪ੍ਰੋਗਰਾਮ ਨੇਮ ਇਜ਼ ਟਿਪਸ ਆਫ ਗੁੱਡ ਲਾਈਫ ਤੇ ਪੰਜਾਬੀ ਚ ਕਹਿ ਦਿੰਦੇ ਆ ਸੁਖੀ ਜੀਵਨ ਦੇ ਰਾਜ਼। ਤੇ ਫਸਟ ਆਫ ਆਲ ਆਈ ਲਾਈਕ ਟੂ ਥੈਂਕ ਵੌਇਸ ਆਫ ਮਾਨਵਤਾ ਟੀਵੀ ਨਿਊਜ਼ ਐਂਡ ਮੇਘਰਾਜ ਸਿੰਘ ਜੀ for this opportunity for us to discuss life and legacy of Guru Angad Dev Ji। ਤੇ ਸਾਰੇ ਪਾਰਟਿਸਿਪੈਂਟਸ ਐਂਡ ਆਡੀਅנס ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ, ਰਾਮ ਰਾਮ, ਨਮਸਤੇ, ਸਲਾਮ, ਸਤਿ ਸ੍ਰੀ ਅਕਾਲ, ਜੋ ਵੀ ਤੁਹਾਡਾ ਪਿਛੋਕੜ ਹੋਵੇ ਪ੍ਰਵਾਨ ਕਰਨਾ। Please note that the views expressed in this program are strictly speaking of participants and not official policy of the Voice of Manavta. And also subscribe to the program if you're not already doing. Any kind of comments and constructive help will be most welcome. And pass your questions to Meghrai Singh. So again, welcome to our participants and audience. We have talked in the past about the legacy and life of different gurus. Today we're going to talk about the life and legacy of Guru Angad Dev Ji, who's our second guru. And what fascinates me most is his unquestionable, outstanding, rather extraordinary trust in Guru Nanak Sahib and obedience to him. This is really amazing. And that surpassed any other follower of him. And Guruji eventually designated him the next guru. And of course, we have a lot of stories about it. His encounter with Hamayu, Mata Khivi's service in the Guru Ka Langar, and Guruji's teaching wrestling and education to the children, and himself supporting his life by the barn button they now. And he used to be a Durga worshipper one time, and there's 63 sloks of him in Guru Granth Sahib. So having said that, I like to start here with Gyani Dharam Singh ji. Sanu dasso ji Maharaj de ਕੀ ਸਿੱਖਿਆ ਮਿਲਦੀ ਹੈ ਉਸ ਟਾਈਮ ਤੋਂ ਜਦੋਂ ਮਹਾਰਾਜ ਦੁਰਗਾ ਵਰਸ਼ਿਪਰ ਹੁੰਦੇ ਸੀ? ਕਿਹੜੀ ਚੀਜ਼ ਸੀ ਜਿਹੜੀ ਉਹਨਾਂ ਨੂੰ ਲੈ ਕੇ ਆਈ ਗੁਰੂ ਨਾਨਕ ਸਾਹਿਬ ਜੀ ਦੇ ਕੋਲੇ ਤੇ ਫਿਰ ਉਹ ਹਾਲਾਤ ਤੋਂ ਥੋੜਾ ਚਾਨਣ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਿਤਾ ਜੀ ਵੀ ਦੇਵੀ ਦੇ ਭਗਤ ਸਨ ਤੇ ਗੁਰੂ ਅੰਗਦ ਦੇਵ ਜੀ ਉਹਨਾਂ ਤੋਂ ਬਾਅਦ ਉਹ ਸੇਵਾ ਜਿਹੜੀ ਨਿਭਾਉਂਦੇ ਰਹੇ। ਇੱਥੇ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਬੰਦਾ ਕੋਈ ਵੀ ਕੋਈ ਕੰਮ ਨੇਕ ਨੀਤੀ ਨਾਲ ਤੇ ਕਰਦਾ ਹੋਵੇ ਔਰ ਆਪਣੇ ਆਪ ਨੂੰ ਸਹੀ ਜੀਵਨ ਦੇ ਰਾਹ ਤੇ ਤੋਰਨਾ ਚਾਹੁੰਦਾ ਹੋਏ ਤੇ ਉਹਦੇ ਲਈ ਵਾਹਿਗੁਰੂ ਜੀ ਫਿਰ ਕੋਈ ਰਸਤਾ ਖੋਲ ਦਿੰਦੇ ਨੇ। ਬਾਬਾ ਲਹਿਣਾ ਜੀ ਇਹਨਾਂ ਦਾ, ਕਿਉਂਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਲਹਿਣਾ ਸੀਗਾ ਤੇ ਇਹ ਖਡੂਰ ਸਾਹਿਬ ਜਦੋਂ ਰਹਿੰਦੇ ਸਨ ਉੱਥੇ ਕਹਿੰਦੇ ਨੇ ਕਿ ਇੱਕ ਸਿੱਖ ਭਾਈ ਜੋਧ ਨਾਂ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰਹਿੰਦਾ ਸੀ। ਇੱਕ ਦਿਨ ਉਹ ਪਾਠ ਕਰਦੇ ਸਨ ਸਵੇਰ ਵੇਲੇ ਤੇ ਉਧਰੋਂ ਦੀ ਭਾਈ ਲਹਿਣਾ ਜੀ ਲੰਘਦੇ ਉਹਨਾਂ ਦੇ ਕੋਲ ਬੈਠ ਕੇ ਉਹ ਬਾਣੀ ਸੁਣ ਕੇ ਇਹਨਾਂ ਨੂੰ ਬੜੀ ਠੰਡ ਪਈ ਤੇ ਉਹ ਸ਼ਬਦ ਵੀ ਇਤਿਹਾਸ ਵਿੱਚ ਇਹ ਮਿਲਦਾ ਆ ਕਿ ਜਿਤ ਸੇਵ ਹੈ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਐ ਤੇ ਇਸੇ ਸ਼ਬਦ ਚ ਆਉਂਦਾ ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ। ਉਹ ਸ਼ਬਦ ਸੁਣ ਕੇ ਤੇ ਬਾਅਦ ਚ ਭਾਈ ਲਹਿਣਾ ਜੀ ਨੇ ਪੁੱਛਿਆ ਕਿ ਇਹ ਬਾਣੀ ਕਿਸ ਦੀ ਆ? ਭਾਈ ਜੋਧ ਜੀ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਆ, ਕਿਉਂਕਿ ਇਹਨਾਂ ਨੇ ਇੰਨਾ ਕੁਝ ਕਰਕੇ ਯਾਤਰਾਵਾਂ ਕਰਕੇ ਸੇਵਾ ਕਰਕੇ ਤੇ ਉਹ ਮਨ ਨੂੰ ਠੰਡ ਨਹੀਂ ਸੀ ਪਈ ਜਿਹੜੀ ਇਹ ਬਾਣੀ ਸੁਣ ਕੇ ਪਈ। ਫਿਰ ਇਹਨਾਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਕਿੱਥੇ ਰਹਿੰਦੇ ਨੇ? ਤੇ ਭਾਈ ਜੋਧ ਜੀ ਨੇ ਦੱਸਿਆ ਕਿ ਕਰਤਾਰਪੁਰ ਰਹਿੰਦੇ ਨੇ। ਤੇ ਜਦੋਂ ਕਿਤੇ ਇਹ ਯਾਤਰਾ ਲਈ ਚੱਲੇ ਫਿਰ ਉੱਥੋਂ ਦੀ ਪੜਾਅ ਸੀਗਾ ਨੇੜੇ ਤੇ ਇਹ ਸਾਥੀਆਂ ਨੂੰ ਕਹਿ ਕੇ ਕਿ ਮੈਂ ਥੋੜੇ ਚਿਰ ਤੱਕ ਆਉਂਦਾ, ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪਹੁੰਚੇ। ਉਹ ਕਹਾਣੀ ਫਿਰ ਜਿਹੜੀ ਆ ਕਿ ਗੁਰੂ ਨਾਨਕ ਦੇਵ ਜੀ ਅੱਗੋਂ ਮਿਲਦੇ ਨੇ, ਇਹਨਾਂ ਦੇ ਮਨ ਤੇ ਬੜਾ ਉਸ ਗੱਲ ਦਾ ਵੀ ਅਸਰ ਹੁੰਦਾ ਜਦੋਂ ਪਹਿਲੋਂ ਤੇ ਇਹਨਾਂ ਨੂੰ ਪਤਾ ਨਹੀਂ, ਪਰ ਜਦੋਂ ਉੱਥੇ ਕਰਤਾਰਪੁਰ ਪਹੁੰਚ ਕੇ ਤੇ ਮੱਥਾ ਟੇਕਿਆ ਤੇ ਵੇਖਿਆ ਕਿ ਤੇ ਉਹ ਮਹਾਂਪੁਰਖ ਨੇ ਜਿਹੜੇ ਮੇਰੇ ਅੱਗੇ ਆਏ।
ਬੜਾ ਵੈਰਾਗ ਹੋਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਹੌਸਲਾ ਦਿੱਤਾ ਤੇ ਕਿਹਾ ਕਿ ਤੁਹਾਡਾ ਨਾਮ ਕੀ? ਕਹਿੰਦੇ ਮੇਰਾ ਨਾਮ ਲਹਿਣਾ। ਤੇ ਗੁਰੂ ਜੀ ਕਹਿੰਦੇ ਫਿਰ ਵੈਰਾਗ ਕਿਉਂ ਕਰਦਾ? ਤੁਸੀਂ ਲਹਿਣਾ ਤੇ ਅਸੀਂ ਦੇਣਾ, ਤੇ ਲਹਿਣੇਦਾਰ ਹਮੇਸ਼ਾ ਘੋੜੀਆਂ ਤੇ ਚੜ ਕੇ ਆਇਆ ਕਰਦੇ ਨੇ। ਤੇ ਇਸ ਗੱਲ ਨੇ ਉਹਨਾਂ ਦੇ ਦਿਲ ਨੂੰ ਹੋਰ ਵੀ ਟੁੰਬਿਆ, ਫਿਰ ਇਹ ਉੱਥੋਂ ਗਏ ਨਹੀਂ ਵਾਪਸ। ਥੈਂਕ ਯੂ ਜੀ, ਥੈਂਕ ਯੂ। ਤੇ ਗਿਆਨੀ ਸੁੱਚਾ ਸਿੰਘ ਜੀ, ਆਪਣੇ ਜਿਹੜਾ ਮਹਾਰਾਜ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਹਮਾਯੂ ਜਦੋਂ ਆਉਂਦਾ ਉਹਨਾਂ ਦੇ ਕੋਲੇ, ਉਹ ਸਟੋਰੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜੀ ਉਸ ਤੋਂ? ਹਾਂਜੀ ਦੇਖੋ, ਉਹ ਜਿਹੜੀ ਸਟੋਰੀ ਪਹਿਲਾਂ ਥੋੜੀ ਜਿਹੀ ਸ਼ੇਅਰ ਕਰ ਲੈਂਦੇ ਆ ਕਿ ਹਮਾਯੂ ਜਿਸ ਵੇਲੇ ਗੁਰੂ ਮਹਾਰਾਜ ਜੀ ਦੇ ਕੋਲ ਆਉਂਦਾ, ਉਹ ਹਾਰ ਖਾ ਕੇ ਆ ਰਿਹਾ ਤੇ ਗੁਰੂ ਮਹਾਰਾਜ ਆਪਣੇ ਧਿਆਨ ਦੇ ਵਿੱਚ ਇਉਂ ਇਤਿਹਾਸ ਦੱਸਦਾ ਕਿ ਉਸ ਵੇਲੇ ਗੁਰੂ ਮਹਾਰਾਜ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਸੀ, ਗੁਰਮੁਖੀ ਸਿਖਾ ਰਹੇ ਸੀ, ਠੀਕ ਹੈ ਜੀ। ਤੇ ਉਹ ਉਧਰ ਆਪਣੇ ਮਸਤ ਆਪਣੇ ਕਰਮ ਦੇ ਵਿੱਚ ਲੱਗੇ ਰਹਿੰਦੇ ਆ ਤੇ ਹਮਾਯੂ ਨੂੰ ਸਾਹਮਣੇ ਖੜਿਆ ਉਹਨੂੰ ਗੁੱਸਾ ਚੜਦਾ ਕਿ ਵੀ ਮੈਂ ਐਡਾ ਵੱਡਾ ਬਾਦਸ਼ਾਹ ਵਾਂ ਤੇ ਹਰ ਇੱਕ ਨੂੰ ਮੈਨੂੰ ਸਲਾਮ ਕਰਨਾ ਚਾਹੀਦਾ, ਤੇ ਇਸ ਬੰਦੇ ਨੇ ਫਕੀਰ ਨੇ ਮੈਨੂੰ ਉੱਠ ਕੇ ਸਲਾਮ ਨਹੀਂ ਕੀਤਾ ਤੇ ਮੇਰੇ ਵੱਲ ਧਿਆਨ ਵੀ ਨਹੀਂ ਦਿੱਤਾ। ਤੇ ਉਹਨੂੰ ਗੁੱਸਾ ਚੜਦਾ ਤੇ ਉਹ ਫਿਰ ਥੋੜੀ ਜਿਹੀ ਜਿਸਲੇ ਕਿਰਪਾਨ ਸੂਤਦਾ ਬਾਹਰ ਨੂੰ ਗੁੱਸੇ ਦੇ ਵਿੱਚ, ਠੀਕ ਹੈ ਜੀ, ਇਤਿਹਾਸ ਤੇ ਇਤਿਹਾਸ ਉਹ ਜਿਹੜੇ ਕਿਰਪਾਨ ਸੂਤਦਾ ਤੇ ਗੁਰੂ ਮਹਾਰਾਜ ਮੁਸਕਰਾ ਕੇ ਫਿਰ ਉਹਦੇ ਵੱਲ ਦੇਖਦੇ ਆ ਤੇ ਕਹਿੰਦੇ ਕਿ ਹਮਾਯੂ, ਕਿ ਜਿੱਥੇ ਕਿਰਪਾਨ ਕੱਢਣੀ ਸੀ, ਜਿੱਥੇ ਵਰਤਣੀ ਸੀ, ਉੱਥੋਂ ਤਾਂ ਤੂੰ ਭਗੌੜਾ ਹੋ ਕੇ ਭੱਜ ਲਿਆ, ਉੱਥੋਂ ਤਾਂ ਤੂੰ ਭੱਜ ਗਿਆ, ਠੀਕ ਹੈ ਜੀ। ਹੁਣ ਇੱਥੇ ਤੇ ਲੋੜ ਕੋਈ ਨਹੀਂ, ਇੱਥੇ ਫਕੀਰਾਂ ਦੇ ਉੱਪਰ ਤੂੰ ਕਿਰਪਾਨ ਕੱਢਣ ਡਿਆ। ਤੇ ਇਸ ਚੀਜ਼ ਨੇ ਉਸ ਬੰਦੇ ਨੂੰ, ਉਹਦੀ ਆਤਮਾ ਨੂੰ ਵਾਕਿਆ ਵੀ ਗੱਲ ਤੇ ਠੀਕ ਹੈ ਨਾ ਜੀ। ਕੋਈ ਮਹਾਂਪੁਰਖ ਦਾ ਬਚਨ ਹੁੰਦਾ ਐਸਾ ਕਿ ਜਿਹੜਾ ਸੱਤ ਦੇ ਨਾਲ ਜੁੜ ਕੇ ਕੱਢਿਆ ਮੂੰਹ ਦੇ ਵਿੱਚੋਂ ਤੇ ਉਹ ਫਿਰ ਸਿੱਧਾ ਅੰਦਰ ਲੱਗ ਜਾਂਦਾ, ਤੇ ਉਹ ਕਹਿੰਦਾ ਵੀ ਗੱਲ ਤੇ ਠੀਕ ਹੈ, ਵੀ ਮੈਨੂੰ ਤੇ ਉੱਥੇ ਵਰਤਣੀ ਚਾਹੀਦੀ ਸੀ ਕਿਰਪਾਨ। ਤੇ ਫਿਰ ਉਹ ਜਿਹੜਾ ਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪੈਂਦਾ। ਤੇ ਹੁਣ ਦੇਖੋ, ਇਹਦਾ ਮਤਲਬ ਇਹ ਆ ਕਿ ਜਿਹੜੀ ਵੀ ਗੱਲ ਅਸੀਂ ਸੱਤ ਦੇ ਨਾਲ ਜੁੜ ਕੇ ਕਰਾਂਗੇ, ਦੂਸਰੇ ਨੰਬਰ ਤੇ ਦਲੇਰੀ ਸੱਚਾਈ ਦੇ ਨਾਲ ਕਰਾਂਗੇ। ਸੋ ਦਲੇਰੀ, ਸੋ ਗੁਰਸਿੱਖ ਦੇ ਵਿੱਚ ਦਲੇਰੀ ਵੀ ਹੋਣੀ ਚਾਹੀਦੀ ਹੈ। ਨੰਬਰ 1 ਤੇ ਪਹਿਲਾਂ ਸੱਚ ਹੋਵੇ, ਦੂਜੇ ਨੰਬਰ ਤੇ ਸੱਚ ਨੂੰ ਕਹਿਣ ਦੀ ਦਲੇਰੀ ਹੋਵੇ। ਨਹੀਂ ਤੇ ਗੁਰੂ ਦਾ ਸਿੱਖ ਜਿਹੜਾ ਸੰਪੂਰਨ ਨਹੀਂ ਹੁੰਦਾ। ਜੇ ਸੱਚ ਦਾ ਪਤਾ ਹੈ ਲੇਕਿਨ ਕਹਿਣ ਦੀ ਹਿੰਮਤ ਨਹੀਂ ਕਰਦਾ, ਤੇ ਉਹ ਜਿਹੜਾ ਗੁਰਸਿੱਖ ਜਿਹੜਾ ਸੰਪੂਰਨ ਨਹੀਂ ਗਿਣਿਆ ਜਾਂਦਾ। ਤੇ ਇਹ ਸਾਨੂੰ ਸਭ ਤੋਂ ਵੱਡੀ ਸਿੱਖਿਆ ਜਿਹੜੀ। ਥੈਂਕ ਯੂ ਜੀ, ਦੈਟਸ ਬਿਊਟੀਫੁਲ ਮੈਸੇਜ। ਡਾਕਟਰ ਰਵਿੰਦਰ ਸਿੰਘ, ਮਾਤਾ ਖੀਵੀ ਜੀ ਲੰਗਰ ਦੇ ਇੰਚਾਰਜ ਹੁੰਦੇ ਸੀ ਤੇ ਉਹਦੇ ਬਾਅਦ ਸੱਤਾ ਬਲਵੰਡ ਨੇ ਵੀ ਮੈਂਸ਼ਨ ਕੀਤਾ, ਉਹਦੇ ਵੱਲ ਸਾਨੂੰ ਕੋਈ ਗਿਆਨ ਦੇਵੋ ਉਸ ਟਾਈਮ ਦਾ। ਦੇਖੋ ਸਰ, ਸਭ ਤੋਂ ਪਹਿਲਾਂ ਤੇ ਜਿਸ ਤਰ੍ਹਾਂ ਤੁਸੀਂ ਮਾਤਾ ਖੀਵੀ ਦਾ ਨਾਮ ਲਿੱਤਾ ਹੈ, ਤੇ ਉੱਥੋਂ ਅਸੀਂ ਇਹ ਡਿਸਕਸ ਕਰਾਂਗੇ ਵੀ ਜੋ ਉਸਦਾ ਸਿੱਖ ਧਰਮ ਚਾਹੁੰਦਾ ਨਾ, ਸੋ ਕਿਉ ਮੰਦਾ ਆਖੀਐ ਵਿਤ ਜੰਮੇ ਰਾਜਾ। ਅੱਜ ਤੋਂ ਜਿਹੜਾ 500 ਸਾਲ ਪਹਿਲਾ ਪੀਰੀਅਡ ਸੀ, ਸ਼ਾਇਦ ਅਸੀਂ ਸਾਰਾ ਇਤਿਹਾਸ ਪੜ੍ਹ ਕੇ ਵੀ ਇਮੈਜਿਨ ਨਾ ਕਰ ਸਕੇ ਕਿ ਉਸ ਵੇਲੇ ਜਿਹੜੀ ਔਰਤ ਸੀ ਉਹਦੀ ਹਾਲਤ ਸੁਸਾਇਟੀ ਵਿੱਚ ਕਿੰਨੀ ਪਿਛੜੀ ਸੀ। ਪਰਦਾ, ਹਾਂਜੀ, ਉਹਨੂੰ ਪਬਲਿਕ ਲਾਈਫ, ਸੋਸ਼ਲ ਲਾਈਫ ਜੀਣ ਦਾ ਹੱਕ ਹੀ ਨਹੀਂ ਸੀਗਾ। ਸੋ ਸਭ ਤੋਂ ਪਹਿਲਾਂ ਤੇ ਅਸੀਂ ਇੱਦਾਂ ਦੇਖ ਸਕਦੇ ਹਾਂ ਕਿ ਗੁਰੂ ਸਾਹਿਬਾਂ ਨੇ ਜਿਸ ਤਰ੍ਹਾਂ ਬਾਣੀ 'ਚ ਲਿਖਿਆ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾ, ਹਾਂਜੀ, ਉਹਨੂੰ ਪ੍ਰੈਕਟੀਕਲ ਸੈਂਸ ਵੀ ਹੈ ਕਿ ਪ੍ਰਚਾਰ ਦੇ ਵਿੱਚ ਜਿਹੜੀਆਂ ਬੀਬੀਆਂ, ਭੈਣਾਂ, ਮਾਤਾਵਾਂ ਨੇ, ਉਹ ਬਰਾਬਰ ਯੋਗਦਾਨ ਪਾ ਰਹੀਆਂ। ਕਿਉਂਕਿ ਇੰਨਾ ਪਿਛੋਕੜ ਸਮਾਂ ਹੋਵੇ ਜਦੋਂ ਇੱਕ ਪਾਸੇ ਤੇ ਔਰਤ ਪਰਦੇ ਵਿੱਚ ਹੋਵੇ, ਘੁੰਡ ਵਿੱਚ ਹੋਵੇ, ਘੁੰਡ ਉਚਾਰਨ ਵਾਸਤੇ ਹੀ ਗੁਰੂ ਸਾਹਿਬ ਨੂੰ ਕਈ ਉਪਰਾਲੇ ਕਰਨੇ ਪੈਣ, ਹਾਂਜੀ। ਪਰ ਦੂਸਰੇ ਪਾਸੇ ਵਾਕਿਆ ਪ੍ਰੈਕਟੀਕਲ ਸੈਂਸ ਸਾਨੂੰ ਸ਼ੋ ਕਰਦੀ ਹੈ ਕਿ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਲੰਗਰ ਦਾ ਇੰਚਾਰਜ ਬਣਾਇਆ ਹੋਇਆ ਸੀ। ਦੈਟ ਮੀਨਸ ਕਿ ਪ੍ਰੈਕਟੀਕਲੀ ਉਸ ਸਮੇਂ ਦੇ ਵਿੱਚ ਜਿਹੜੀਆਂ ਮਾਤਾਵਾਂ ਲੇਡੀਜ਼ ਸਨ, ਉਹਨਾਂ ਨੂੰ ਧਰਮ ਦੇ ਵਿੱਚ ਬੜਾ ਪ੍ਰੋਪਰ ਸਥਾਨ ਮਿਲਿਆ ਹੋਇਆ ਸੀ। ਮੇਨ ਚੀਜ਼ ਜਿਹੜੀ। ਹਾਂਜੀ, ਥੈਂਕ ਯੂ ਜੀ। ਸੋ ਇਸ ਦਾ ਸਾਨੂੰ ਮਤਲਬ ਔਰਤ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਪਾਰਟਿਸਿਪੇਟ ਕਰਦੀ ਹੈ ਹਰ ਪਹਿਲੇ ਤੋਂ ਸਪਿਰਚੁਅਲ ਤੇ ਦੁਨਿਆਵੀ ਕੰਮਾਂ ਦੇ ਵਿੱਚ ਵੀ। ਪਾਟਿਆ ਸਾਹਿਬ, ਜਿਹੜੇ ਆਪਾਂ ਆਉਂਦਾ ਹੈਗਾ ਬਈ ਦੇਖੋ ਵੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਦਸਾਂ ਨੌਹਾਂ ਦੀ, ਤੇ ਮਹਾਰਾਜ ਆਪ ਬਾਣ ਵੱਟਦੇ ਹੁੰਦੇ ਸੀਗੇ ਤੇ ਉਹਦੇ ਤੋਂ ਆਪਣਾ ਨਿਰਵਾਹ ਚਲਾਉਂਦੇ ਸੀ। ਪਰ ਜਿਹੜੇ ਸੀਗਾ ਸੰਗਤ ਦੇ ਪੈਸੇ ਇਕੱਠੇ ਜਿਹੜੇ ਸੀ ਉਹ ਹੁੰਦੇ, ਉਹ ਆਪਣੇ ਪਰਿਵਾਰ ਦੇ ਨਿਭਾ ਲਈ ਨਹੀਂ ਯੂਜ਼ ਕਰਦੇ ਸੀਗੇ, ਉਹ ਸੰਗਤ ਦੇ ਭਲੇ ਦੇ ਲਈ ਕਰਦੇ ਸੀ। ਤੇ ਉਹਦੇ ਤੋਂ ਸਾਨੂੰ ਕੀ ਸਬਕ ਮਿਲਦਾ ਜੀ? ਅੱਜ ਕੱਲ੍ਹ ਤਾਂ ਸਾਡਾ ਸਿਲਸਿਲਾ ਬੜਾ ਹੁਰਤਗਾ ਦਾ ਚੱਲ ਰਿਹਾ, ਇਹਦੇ ਬਾਰੇ ਵਿਚਾਰ ਦੱਸੋ ਆਪਣੇ। ਡਾਕਟਰ ਸਾਹਿਬ, ਤੁਹਾਡਾ ਕੁਐਸਚਨ ਹੀ ਆਨਸਰ ਹੈ। your question is your answer। ਜਦੋਂ ਇਹ ਕਹਿ ਹੀ ਦਿੱਤਾ ਕਿ ਕਿਰਤ ਕਮਾਈ ਕਰਕੇ ਤੇ ਫਿਰ ਗੁਰੂ ਸਾਹਿਬ ਵਾਸ ਦ ਐਗਜ਼ਾਮਪਲ ਆਫ ਦੈਟ ਕਿ ਉਹਨਾਂ ਨੇ ਆਪ ਮਿਹਨਤ ਕਰਕੇ ਆਪਣੀ ਹੱਥੀਂ ਜੋ ਖਾਣਾ ਹੈ ਉਹ ਕਰਨਾ ਹੈ।
ਜੋ ਬਾਕੀ ਜੋ ਪੈਸਾ ਹੁੰਦਾ ਸੰਗਤ ਵਾਸਤੇ ਲੰਗਰ ਵਾਸਤੇ ਖਰਚਾ ਹੋਣਾ। ਤੇ ਗੁਰੂ ਸਾਹਿਬ ਦੀ ਇਹ ਜੋ ਐਗਜ਼ੈਂਪਲਰੀ ਜੋ ਲਾਈਫ ਹੈ, ਜੋ ਉਹਨਾਂ ਨੇ ਆਪਣੇ ਐਗਜ਼ਾਮਪਲ ਸੈੱਟ ਕੀਤੀ ਹੈ ਆਪਣੇ ਤੋਂ। ਦੇਖੋ ਪ੍ਰੀਚ ਕਰਨਾ ਹੋਰ ਹੁੰਦੀ ਹੈ, ਲੇਕਿਨ ਉਹਨੇ ਆਪਣੇ ਉੱਪਰ ਉਸ ਨੂੰ ਅਪਲਾਈ ਕਰਕੇ ਉਹਦੇ ਐਗਜ਼ਾਮਪਲ ਬਣ ਕੇ ਰਹਿਣਾ ਸੰਗਤ ਦੇ ਸਾਹਮਣੇ, ਉਹ ਬੜੀ ਉੱਚੀ ਗੱਲ, ਉਹੀ ਰੀਅਲ ਸਿੱਖਿਆ ਹੈ ਕਿ ਜਿਹੜਾ ਖੁਦ ਆਪਣੇ ਵਾਸਤੇ ਕਰੋ। ਇਹ ਕੋਈ ਨਹੀਂ ਗੱਲ ਨਵੀਂ ਨਹੀਂ ਹੈ। ਗੁਰੂ ਨਾਨਕ ਸਾਹਿਬ ਵੀ ਖੇਤੀ ਕਰਦੇ ਸੀ, ਔਰ ਖੇਤੀ ਕਰਕੇ ਸਾਰਾ ਜੋ ਪੈਸਾ ਆਉਂਦਾ ਸੀ, ਖੇਤੀ ਦਾ ਸਮਾਨ ਸਾਰਾ ਲੰਗਰ ਚੱਲਦਾ ਸੀ, ਉਹ ਆਫ ਕੋਰਸ ਆਪਣਾ ਵੀ ਨਿਰਵਾਹ ਹੁੰਦਾ ਸੀ, ਔਰ ਆਪਣੇ ਵਾਸਤੇ ਅਲਟੀਮੇਟਲੀ ਕੁਝ ਨਹੀਂ ਰੱਖਿਆ, ਉਹਨੇ ਸਭ ਮੰਨ ਦਿੱਤਾ। ਸੋ ਜੋ ਆਪ ਜੀ ਨੇ ਕਿਹਾ ਹੈ ਕਿ ਉਹ ਬਸ ਸਵਾਲ ਕੁਐਸਚਨ ਦੇ ਵਿੱਚ ਹੀ ਜਵਾਬ ਹੈ ਕਿ ਉਹਨਾਂ ਨੇ ਆਪਣੀ ਲਾਈਫ ਦੇ ਉੱਪਰ ਅਪਲਾਈ ਕੀਤਾ ਜੋ ਕਹਿਣਾ ਸੀ। ਸੀ preach, do what you preach, that's the whole thing. ਥੈਂਕ ਯੂ। ਤੇ ਸਾਨੂੰ ਫਿਰ ਇਹਦਾ ਮਤਲਬ ਇਹ ਹੋਇਆ ਇੱਕ ਗੱਲੋਂ ਕਿ ਵੀ ਜਿਹੜੇ ਸਾਡੇ ਹੈਗੇ ਨੇ ਪੁਜਾਰੀ ਸ਼੍ਰੇਣੀ ਬਣ ਰਹੀ ਹੈ ਜਿਹੜੀ ਅੱਜ ਕੱਲ, ਉਹਨੂੰ ਵੀ ਨਾਲੋਂ ਨਾਲ ਥੋੜੀ ਜਿਹੀ ਵੋਕੇਸ਼ਨਲ ਟ੍ਰੇਨਿੰਗ ਵੀ ਹੋਣੀ ਜ਼ਰੂਰੀ ਚਾਹੀਦੀ ਹੈ, ਤਾਂ ਕਿ ਉਹ ਇਕੱਲਾ ਆਪਣਾ ਨਿਰਵਾਹ ਕਰਨ ਜੋਗਾ ਗੁਜ਼ਾਰਾ ਮਤਲਬ ਇਨਕਮ ਪੈਦਾ ਕਰ ਸਕਣ। ਨਹੀਂ, I don't agree with that. ਉਹਨਾਂ ਵਾਸਤੇ ਜੌਬ ਵੀ ਹੈ। ਵੈਸੇ ਯੂ ਆਰ ਰਾਈਟ ਕਿ ਜੋ ਜੌਬ ਸਾਡੇ ਜੋ ਭਾਈ ਸਾਹਿਬ ਨੇ ਦੇਖੋ ਥੋੜੇ ਜਿਹੇ ਕੁਝ ਘੰਟੇ ਹਫਤੇ ਵਿੱਚ ਉਹ ਕੰਮ ਕਰਦੇ, ਬਾਕੀ ਦਾ ਸਾਰਾ ਉਹ ਤਕਰੀਬਨ ਵੇਲੇ ਹੁੰਦੇ ਨੇ। ਐਟਲੀਸਟ ਇਨ USA, ਇੰਡੀਆ ਦੀ ਮੈਂ ਗੱਲ ਨਹੀਂ ਕਰਦਾ। ਹਾਂਜੀ। ਤੇ USA ਦੇ ਵਿੱਚ ਇਹਨਾਂ ਨੂੰ ਦੇਖੋ ਭਾਈ ਸਾਹਿਬ ਸਾਡੇ ਕੋਲ ਬੈਠੇ ਨੇ, ਸੁੱਚਾ ਸਿੰਘ ਜੀ, ਹੀ ਇਜ਼ ਅ ਲਿਵਿੰਗ ਐਗਜ਼ਾਮਪਲ ਆਫ ਵਾਟ ਯੂ ਆਰ ਸੇਇੰਗ ਕਿ ਨਾਲ ਉਹਨਾਂ ਨੇ ਆਪਣੀ ਪੂਰੀ ਆ ਕੇ ਵਿਦਿਆ ਕੀਤੀ ਹੈ, ਪੂਰੀ ਨਾਲ ਉਹਨਾਂ ਨੇ ਆਪਣੀ ਕਮਾਈ ਕੀਤੀ ਹੈ, ਹੀ ਸੈਲਫ ਸਫੀਸ਼ੀਐਂਟ। ਔਰ ਉਹ ਇਸ ਵਾਸਤੇ ਕਿਉਂਕਿ ਉਹਨਾਂ ਨੂੰ ਪੈਸੇ ਦਾ ਉਹ ਲਾਲਚ ਨਹੀਂ, ਇਸ ਵਾਸਤੇ ਜੋ ਧਾਰਮਿਕ ਉਹਨਾਂ ਦੀ ਡਿਊਟੀ ਹੈ ਉਹ ਆਪਣੇ ਪੂਰੇ ਦਿਲੋਂ ਨਿਭਾਉਂਦੇ। ਲੇਕਿਨ ਦੂਜੇ ਭਾਈ ਸਾਹਿਬ ਇਹ ਨਹੀਂ ਕਿ ਸਾਨੂੰ ਇੱਥੋਂ ਕਿਤਨੇ ਪੈਸੇ ਮਿਲਣਗੇ ਜੀ, ਅਸੀਂ ਕਿਹਦੇ ਘਰ ਜ਼ਿਆਦਾ ਜਾਵਾਂਗੇ, ਕਿਹੜੇ ਪੈਸੇ ਜ਼ਿਆਦਾ ਜਾਣ ਦੇਣਗੇ। ਹੁਣ ਦੇਖੋ ਭਾਈ ਸਾਹਿਬ ਕਈ ਵਾਰੀ ਸ਼ੁਰੂ 'ਚ ਅਸੀਂ ਨਵੇਂ ਰਾਗੀ ਜਥੇ ਬੁਲਾਉਂਦੇ ਹੁੰਦੇ ਸੀ, ਕੋਈ ਗੁਰਪੁਰਬ ਹੋਣਾ ਜਦੋਂ ਸਪੈਸ਼ਲ, ਤੇ ਬਈ ਠੀਕ ਹੈ ਸਾਡੇ ਭਾਈ ਸਾਹਿਬ ਹੈਗੇ ਰੋਜ਼ ਕਰਦੇ ਆ, ਚਲੋ ਕਿਸੇ ਰਾਗੀ ਜਥੇ ਨੂੰ ਇਨਵਾਈਟ ਕਰ। ਪਹਿਲਾਂ ਜੀ ਜਦੋਂ ਆਉਣਾ ਕਿਰਾਇਆ ਦੇਣਾ, ਸਭ ਕੁਝ ਰੱਖਣਾ, ਖਰਚਾ ਸਾਰਾ, ਫਿਰ ਜਾਣ ਵਾਸਤੇ $500-600 ਇੰਨਾ ਅਸੀਂ ਅਫੋਰਡ ਕਰ ਸਕਦੇ ਹਾਂ। ਫਿਰ ਬਾਅਦ ਚ ਨਹੀਂ ਜੀ ਅਸੀਂ ਇੰਨੇ ਪੈਸੇ ਲਵਾਂਗੇ ਤਾਂ ਹੀ ਆਵਾਂਗੇ। ਕੋਈ 1500 ਮੰਗਦਾ ਜੀ ਇਹ 2 ਘੰਟੇ ਦੇ ਸ਼ਬਦ ਵਾਸਤੇ, ਤਾਂ ਅਸੀਂ ਕਿਹਾ ਮਹਾਰਾਜ ਅਸੀਂ ਤਾਂ ਅਫੋਰਡ ਨਹੀਂ ਕਰ ਸਕਦੇ। ਸੋ ਇਹ ਗੱਲਾਂ ਜਿਹੜੀਆਂ ਇਹ ਫਿਰ ਡਿਸਟਾਰਸ਼ਨ ਹੋ ਜਾਂਦੀ ਹੈ, ਬਿਕਮਸ ਏ ਬਿਜ਼ਨਸ। ਲੇਕਿਨ ਜੋ ਪਰਿਵਾਰ ਨੇ ਭਾਈ ਸਾਹਿਬਾਂ ਦੇ ਆਫਟਰ ਉਹਨਾਂ ਨੂੰ ਲੋੜ ਹੁੰਦੀ ਹੈ, ਉਹਨਾਂ ਨੂੰ ਇਸ ਵਾਸਤੇ ਉਹਨਾਂ ਨੂੰ ਕੰਪਨਸੇਟ ਕਰਨਾ ਉਹ ਵੀ ਜ਼ਰੂਰੀ ਹੈ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਕੀ ਖਿਆਲ ਹੈ? ਸੌਰੀ, ਮੈਂ ਐਗਜ਼ਾਮਪਲ ਦੇਣਾ ਚਾਹਨਾ। ਹਾਂਜੀ ਦੱਸੋ। ਆਪਣੇ ਕਿਹੜਾ ਸ਼ਹਿਰ ਹੈਗਾ ਜਿਹੜਾ ਨਿਊਯਾਰਕ ਦੇ ਪੈਂਦਾ ਨਾ, ਜਿਹੜਾ ਨਿਆਗਰਾ ਫਾਲ ਦੀ USA ਵਾਲੇ ਪਾਸੇ। ਹਾਂਜੀ, ਬਫਲੋ। ਹਾਂਜੀ, ਇਹ ਆਪਣਾ ਭਾਈ ਸਾਹਿਬ ਨੇ ਭਾਈ ਮਹਿੰਦਰ ਸਿੰਘ ਪ੍ਰਤਾਪ ਸਿੰਘ, ਦਵਿੰਦਰ ਪ੍ਰਤਾਪ ਸਿੰਘ, ਉਹਨਾਂ ਦੇ ਪਿਤਾ ਪ੍ਰਤਾਪ ਸਿੰਘ, ਬਹੁਤ ਹੀ ਅੱਛੇ ਪੜ੍ਹੇ ਲਿਖੇ ਰਾਗੀ ਨੇ। ਉਹਨਾਂ ਦੀ ਵਿਦਿਆ ਬੜੀ ਕਲਾਸੀਕਲ ਮਿਊਜ਼ਿਕ ਵਿੱਚ ਹੈਗੀ ਹੈ, ਤੇ ਇਸੇ ਜਗ੍ਹਾ ਜਗ੍ਹਾ ਲੋਕ ਬੁਲਾਉਂਦੇ ਹੈ, ਫਿਰ ਤੋਂ ਸਭ ਪੈਸੇ ਇਕੱਠੇ ਕਰਦੇ ਹੈ। ਐਟ ਦੀ ਸੇਮ ਟਾਈਮ ਲੋਕਾਂ ਦੇ ਘਰਾਂ ਜਾ ਕੇ ਮਤਲਬ ਇਹ ਹੈ ਕਿ ਗਜ਼ਲਾਂ ਵਗੈਰਾ ਵੀ ਗਾਉਂਦੇ ਹੈ ਤਾਂ ਕਿ ਉਹਨਾਂ ਨੂੰ ਪੈਸੇ ਮਿਲਣ। ਤਾਂ ਮੈਨੂੰ ਇੱਕ ਵਾਰੀ ਆਇਆ ਸੀ, ਸਾਡੇ ਕੋਲ ਆਇਆ ਸੀ ਤੇ ਟੋਲੀਡੋ ਆਇਓ, ਤੇ ਮੈਂ ਕਿਹਾ ਦੇਖੋ ਤੁਸੀਂ ਸਿਰਫ ਇਹ ਤੇ ਡਿਪੈਂਡ ਕਰਦੇ ਹੋ, ਇਹ ਗੱਲ ਠੀਕ ਨਹੀਂ ਹੈ। ਤੁਹਾਨੂੰ ਆਪਣਾ ਧੰਦਾ ਜ਼ਰੂਰ ਹੋਣਾ ਚਾਹੀਦਾ, ਤੁਸੀਂ ਪੜ੍ਹੇ ਲਿਖੇ ਹੋ, ਬੱਚਿਆਂ ਨੂੰ ਪੜ੍ਹਾਓ, ਉਹ ਵੀ ਠੀਕ ਹੈ, ਲੇਕਿਨ ਇਹ ਨਹੀਂ ਕਿ ਤੁਸੀਂ ਘਰਾਂ ਜਾ ਕੇ ਇਸ ਤਰ੍ਹਾਂ ਪੈਸੇ ਮੰਗਦੇ ਪੜੋ ਗਜ਼ਲਾਂ ਗਾ ਕੇ, ਇਹ ਗੱਲ ਸ਼ੋਭਾ ਨਹੀਂ ਦਿੰਦੀ। ਸੋ ਦਿਸ ਇਜ਼ ਮਾਈ ਵਿਊ। ਥੈਂਕ ਯੂ। ਤੁਹਾਡਾ ਕੀ ਖਿਆਲ ਲੱਗਿਆ ਨਹੀਂ ਧਰਮ ਸਿੰਘ ਜੀ ਇਸ ਬਾਬਤ? ਇਹ ਜਿਹੜੀਆਂ ਗੱਲਾਂ ਕਰ ਰਹੇ ਆਪ ਜੀ ਬੜਾ ਵਧੀਆ, ਭਾਈ ਸੁੱਚਾ ਸਿੰਘ ਜੀ ਵਰਗੇ ਸਾਰਿਆਂ ਨੂੰ ਹੋਣਾ ਚਾਹੀਦਾ, ਪਰ ਕਈ ਵਾਰ ਸਾਰਿਆਂ ਵਾਸਤੇ ਉਹੋ ਜਿਹੇ ਮੌਕੇ ਵੀ ਨਹੀਂ ਬਣਦੇ। ਕਈ ਵਾਰ ਜਿਹੜੇ ਸਾਡੇ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਆ, ਉਹਨਾਂ ਦੇ ਵਿਦਿਆ ਇੰਨੀ ਨਹੀਂ ਹੁੰਦੀ ਕਿ ਉਹ ਅੱਗੋਂ ਜਾ ਕੇ ਤੇ ਯੂਨੀਵਰਸਿਟੀਆਂ 'ਚ ਜਾਂ ਕਾਲਜਾਂ 'ਚ ਪੜ੍ਹ ਸਕਣ, ਬਾਹਰ ਜਾ ਕੇ ਵੀ।
ਤੇ ਪਰ ਇਹ ਆ ਵੀ ਜੇ ਆਪਣੀ ਡਿਊਟੀ ਜਿਹੜੀ ਆ ਉਹਨੂੰ ਵੀ ਨਿਭਾਉਣ ਵਾਸਤੇ ਬੜੇ ਖੇਤਰ ਨੇ, ਜਿਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਭਾਈ ਸੁੱਚਾ ਸਿੰਘ ਜੀ ਪੰਜਾਬੀ ਦੀ ਕਲਾਸ ਵੀ ਲਾਉਂਦੇ ਆ, ਗੁਰਬਾਣੀ ਵੀ ਸਿਖਾਉਂਦੇ ਆ। ਇਹੋ ਜਿਹੇ ਕੰਮ ਜਿਹੜੇ ਆ ਨਾਲ ਦੀ ਨਾਲ ਗੁਰਦੁਆਰੇ ਦੇ ਵਿੱਚ ਸੇਵਾਦਾਰੀ ਇੱਕ ਘਟਾਇਆ ਜਾ ਸਕਦਾ ਜੇ ਗ੍ਰੰਥੀ ਸਿੰਘ ਆਪਣੀ ਸੇਵਾ ਨੂੰ ਹੀ ਮੁੱਖ ਰੱਖ ਕੇ ਕਰੀ ਜਾਏ। ਤੇ ਇਸ ਤਰ੍ਹਾਂ ਦੇ ਸਾਧਨ ਜਿਹੜੇ ਬਾਕੀ ਕੋਸ਼ਿਸ਼ ਤੇ ਕਰਨੀ ਚਾਹੀਦੀ ਆ ਕਿ ਜੇ ਪੜ੍ਹ ਕੇ ਤੇ ਕੋਈ ਨਾ ਕੋਈ ਨਾਲ ਕਿੱਤਾ ਕੀਤਾ ਜਾਏ। ਪਰ ਸਾਡੇ ਇੱਕ ਪ੍ਰੋਬਲਮ ਇਹ ਵੀ ਆ, ਮੈਂ ਆਪ ਖੁਦ ਇਹ ਦੇਖਿਆ ਕਿ ਜੇ ਅਸੀਂ ਕੰਮ ਕਰਨਾ ਚਾਹੀਏ ਤੇ ਸਾਨੂੰ ਕਮੇਟੀਆਂ ਆਗਿਆ ਨਹੀਂ ਦਿੰਦੀਆਂ ਕਿ ਬਾਹਰ ਖੇਤਾਂ 'ਚ ਕੰਮ ਕਰ ਲਓ ਜਾਂ ਕੋਈ ਹੋਰ ਕੰਮ, ਆਗਿਆ ਹੀ ਨਹੀਂ ਦਿੰਦੀਆਂ ਬਹੁਤੀਆਂ ਕਮੇਟੀਆਂ ਜਿਹੜੀਆਂ। that's bad. ਗਿਆਨ ਸੁੱਚਾ ਸਿੰਘ, ਸਾਡੇ ਕੋਲ ਇੱਕ ਸਟੋਰੀ ਆਂਦੀ ਹੈ ਤਪਾ ਜਿਹੜਾ ਹੈਗਾ ਗੁਰੂ ਅੰਗਦ ਦੇਵ ਜੀ ਦੇ ਮੌਕੇ ਤਪੇ ਤੇ ਗੁਰੂ ਅੰਗਦ ਦੀ ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦੇ ਆ, ਕੋਈ ਇੱਕ ਦੋ ਇਹਦੇ ਬਾਬਤ, ਉਹਦੇ ਬਾਬਤ ਜਰਾ ਗਿਆਨ ਦਿਓ ਸਾਨੂੰ। ਜੀ ਮੈਂ ਇਤਿਹਾਸਕ ਤੌਰ ਤੇ ਉਹਦਾ ਨਹੀਂ ਮੈਨੂੰ ਬਹੁਤਾ ਗਿਆਨ, ਤੇ ਆਈ ਥਿੰਕ ਕੋਈ ਹੋਰ ਸੱਜਣ ਇਸ ਚੀਜ਼ ਤੇ ਚਾਨਣਾ ਪਾਵੇ ਤਾਂ ਜ਼ਿਆਦਾ ਠੀਕ ਰਹੂਗਾ ਜੀ। ਡਾਕਟਰ ਵਾਸੂ ਹੈ ਨਹੀਂ, ਡਾਕਟਰ ਵਾਸੂ, ਇੱਕ ਥਾਂ ਤੇ ਆਂਦਾ ਕਿ ਗੁਰੂ ਅੰਗਦ ਦੇਵ ਜੀ ਦੇ ਮੌਕੇ ਇੱਕ ਤਪਾ ਸੀਗਾ, ਉਹ ਕਹਿੰਦਾ ਲੋਕਾਂ ਨੂੰ ਭੜਕਾ ਰਿਹਾ ਸੀਗਾ ਵੀ ਤੁਸੀਂ ਗ੍ਰਸਤੀ ਨੂੰ ਗੁਰੂ ਮੰਨ ਰਹੇ ਆ ਤੇ ਉਹ ਤਾਈਓ ਤੁਹਾਡੇ ਮੀਂਹ ਨਹੀਂ ਪੈ ਰਿਹਾ, ਇਸ ਕਰਕੇ ਤੁਹਾਨੂੰ ਭੁੱਲ ਬਖਸ਼ਾਓ ਆਪਣੀ, ਇਸ ਤਰ੍ਹਾਂ ਦੀ ਕਹਾਣੀ ਇੱਕ ਆਉਂਦੀ ਹੈ। ਤੇ ਉਹਦੇ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇੱਕ ਤਪੇ ਬਾਬਤ ਕੁਝ ਸ਼ਬਦ ਆਉਂਦੇ ਨੇ, ਤੁਸੀਂ ਉਹਦੇ ਬਾਬਤ ਕੋਈ ਸਾਨੂੰ ਵਿਚਾਰ ਦੱਸੋ, ਸਮਝਾਓ ਗੱਲ। ਇਹਨਾਂ ਮੈਨੂੰ ਸਪਸ਼ਟ ਉਹਦੇ ਬਾਰੇ ਗਿਆਨ ਨਹੀਂ ਹੈ, ਬਾਕੀ ਇਹ ਕਿਤੇ ਪੜ੍ਹਿਆ ਸੀ ਵੀ ਗੁਰੂ ਸਾਹਿਬ ਸਿੱਖ ਜਿਹੜੇ ਨੇ ਫਿਰ ਉਸ ਤਪੇ ਨੂੰ ਫੜਦੇ ਨੇ ਔਰ ਉਹਨੂੰ ਥਾਂ ਥਾਂ ਤੇ ਘਸੀਟਦੇ ਨੇ, ਤੇ ਜਿੱਥੇ ਉਹ ਜਾਂਦਾ ਉੱਥੇ ਮੀਂਹ ਪੈਂਦਾ ਹੈ, ਜਿੱਥੇ ਸਿੱਖ ਉਹਨੂੰ ਲੈ ਜਾਂਦੇ ਨੇ ਘਸੀਟ। ਹਾਂਜੀ ਹਾਂਜੀ, ਕੁਝ ਏਦਾਂ ਦੀ ਗੱਲ ਪੜ੍ਹੀ ਹੈ ਬਈ ਫਿਰ ਗੁਰੂ ਸਾਹਿਬ ਸਿੱਖਾਂ ਨੂੰ ਕਹਿੰਦੇ ਤੁਸੀਂ ਏਦਾਂ ਨਹੀਂ ਸੀ ਕਰਨਾ। ਕੁਝ ਏਦਾਂ ਦੀ ਸਟੋਰੀ ਥੋੜੀ ਜਿਹੀ ਮਨ ਦੇ ਵਿੱਚ ਹੈਗੀ ਜੀ, ਵੀ ਪੜ੍ਹੀ ਹੈ। ਚਲੋ ਕੋਈ ਗੱਲ ਨਹੀਂ। ਤੇ ਇਸ ਤਰ੍ਹਾਂ ਜੀ ਮੈਂ ਥੋੜਾ ਜਿਹਾ ਦੱਸ ਦਿੰਦਾ, ਮੈਂ ਇਹ ਪੜ੍ਹੀ ਹੋਈ ਕਹਾਣੀ। ਹਾਂਜੀ, ਇਹ ਤਪਾ ਸੀਗਾ, ਸ਼ਿਵਨਾਥ ਸੀ ਉਹਦਾ ਨਾਮ। ਅੱਛਾ ਜੀ। ਤੇ ਇਹ ਕਿਉਂਕਿ ਇਹਨਾਂ ਕੋਲ ਹੋਰ ਤੇ ਕੋਈ ਹਥਿਆਰ ਹੈ ਨਹੀਂ ਸੀਗਾ ਜਿਹੜਾ ਗੁਰੂ ਸਾਹਿਬ ਜੀ ਦੇ ਜਿਹੜਾ ਮਨੁੱਖਤਾ ਦੇ ਭਲੇ ਦੇ ਕਾਰਜਾਂ ਨੂੰ ਨੀਵਾਂ ਕਰਕੇ ਦਿਖਾ ਸਕਦੇ, ਤੇ ਇਹਨਾਂ ਦੇ ਕੋਲ ਇੱਕੋ ਹੀ ਸੀਗਾ ਵੀ ਇਹ ਗ੍ਰਸਤੀ ਨੇ ਤੇ ਆਪਣੇ ਪਰਿਵਾਰਕ ਮੋਹ ਦੇ ਵਿੱਚ ਫਸੇ ਹੁੰਦੇ ਨੇ, ਜਿਹੜਾ ਕਿ ਜੋਗੀਆਂ ਦਾ ਹੁੰਦਾ ਹੀ ਸੀਗਾ। ਤੇ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕੀਰਤੀ ਨੂੰ ਵੇਖ ਕੇ ਸੜਦਾ ਰਹਿੰਦਾ ਸੀ, ਤੇ ਕੁਦਰਤੀ ਕਹਿੰਦੇ ਔੜ ਪੈ ਗਈ, ਮੀਂਹ ਨਹੀਂ ਵਰੇ। ਤੇ ਲੋਕ ਗੁਰੂ ਅੰਗਦ ਦੇਵ ਜੀ ਕੋਲ ਜਾਣ ਵੀ ਮਹਾਰਾਜ ਵੀ ਔੜ ਲੱਗ ਗਈ, ਫਸਲਾਂ ਸੁੱਕ ਰਹੀਆਂ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਵੀ ਵਾਹਿਗੁਰੂ ਦੇ ਹੁਕਮ 'ਚ ਆ, ਤੇ ਇਹ ਉਹ ਆਪੇ ਜਾਣਦਾ ਹੈ ਸਾਰਾ ਕੁਝ, ਵੀ ਰਜ਼ਾ 'ਚ ਰਹਿਣਾ ਚਾਹੀਦਾ। ਲੋਕ ਦੁਖੀ ਹੋਏ ਤਪੇ ਕੋਲ ਗਏ, ਤੇ ਤਪੇ ਨੂੰ ਮਿਲ ਗਿਆ ਮੌਕਾ, ਕਹਿੰਦਾ ਵੀ ਤੁਸੀਂ ਇੱਥੇ ਇਹੋ ਜਿਹੀਆਂ 60 ਸਤੀਆਂ ਤੇ ਅਜੇ ਪਤਾ ਨਹੀਂ ਕਿੰਨੀਆਂ ਕਾਉਣੀਆਂ, ਵੀ ਤੁਸੀਂ ਇੱਕ ਗ੍ਰਸਤੀ ਨੂੰ ਗੁਰੂ ਬਣਾ ਕੇ ਤੇ ਪੂਜ ਰਹੇ ਹੋ। ਤੇ ਇਸ ਕਰਕੇ ਫਿਰ ਇੱਥੋਂ ਤੱਕ ਇਹਨੇ ਕਹਿਤਾ ਵੀ ਜੇ ਤੁਸੀਂ ਉਹਨੂੰ ਸ਼ਹਿਰ ਤੋਂ ਕੱਢ ਦਵੋ, ਇੱਥੋਂ ਪਿੰਡ ਚੋਂ, ਤੇ ਫਿਰ ਮੀਂਹ ਵਰਾ ਦੂੰ ਮੈਂ 8 ਦਿਨਾਂ ਦੇ ਵਿੱਚ। ਉਹ ਲੋਕ ਗੁਰੂ ਅੰਗਦ ਦੇਵ ਜੀ ਕੋਲ ਗਏ ਵੀ ਮਹਾਰਾਜ ਤਪਾ ਇਸ ਤਰ੍ਹਾਂ ਕਹਿੰਦਾ, ਤੇ ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਅਸੀਂ ਪਿੰਡ ਛੱਡ ਜਾਂਦੇ, ਜੇ ਸਾਡੇ ਇੱਥੋਂ ਜਾਇਆ ਭਲਾ ਹੁੰਦਾ। ਗੁਰੂ ਜੀ ਉੱਥੋਂ ਲਾਗੇ ਦੂਸਰੇ ਕਿਸੇ ਪਿੰਡ ਚਲੇ ਗਏ, ਪਰ ਮੀਂਹ ਨਹੀਂ ਵਰਿਆ। 8 ਦਿਨ ਕੀ ਕਈ ਦਿਨ ਵੀ ਲੰਘ ਗਏ, ਤੇ ਲੋਕ ਫਿਰ ਦੁਖੀ ਹੋਏ ਤਪੇ ਦੇ ਗਲ ਪੈਣ। ਉਹਨਾਂ ਦਿਨਾਂ 'ਚ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਸੇਵਾ 'ਚ ਹੁੰਦੇ ਸੀ, ਪਰ ਪਿੰਡ ਗਏ ਹੋਏ ਸੀ। ਜਦੋਂ ਆਏ ਤੇ ਗੁਰੂ ਅੰਗਦ ਦੇਵ ਜੀ ਉੱਥੇ ਨਹੀਂ ਸੀ, ਸਾਰਾ ਪਤਾ ਲੱਗਾ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਉੱਥੇ ਤੇ ਕਹਾਣੀ ਇਸ ਤਰ੍ਹਾਂ ਦੀ ਵੀ ਲਿਖੀ ਆ ਵੀ ਕਿਹਾ ਸੀ ਵੀ ਇਹਨੂੰ ਸ਼ਾਮ ਤੋਂ ਪਹਿਲੋਂ ਜਿਹੜੇ ਖੇਤਾਂ 'ਚ ਲੈ ਜਾਓਗੇ ਮੀਂਹ ਵਰੂਗਾ। ਤੇ ਖੈਰ ਉਹਨੂੰ ਲੋਕਾਂ ਨੇ ਧੂ ਕੇ, ਜਿਵੇਂ ਡਾਕਟਰ ਵਾਸੂ ਜੀ ਨੇ ਦੱਸਿਆ ਕਿ ਉਹ ਮਾਰੀ ਗਿਆ ਸੀ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅੰਗਦ ਦੇਵ ਜੀ ਕੋਲ ਗਏ, ਤੇ ਗੁਰੂ ਅੰਗਦ ਦੇਵ ਜੀ ਨੇ ਦਰਸ਼ਨ ਨਹੀਂ ਦਿੱਤੇ ਇਹਨਾਂ ਨੂੰ। ਤੇ ਗੁਰੂ ਅਮਰਦਾਸ ਜੀ ਮਹਾਰਾਜ ਤਰਲੇ ਕਰਨ ਲੱਗੇ ਵੀ ਮੇਰੇ ਕੋਲ ਕੀ ਗੁਸਤਾਖੀ ਹੋਈ। ਗੁਰੂ ਜੀ ਕਹਿੰਦੇ ਸੀ ਜਿਹੜੀ ਤੁਸੀਂ ਕੀਤਾ ਆ ਇਹ ਅਸੀਂ ਵੀ ਕਰ ਸਕਦੇ ਸੀਗੇ, ਪਰ
ਸਾਡਾ ਜਿਹੜਾ ਗੁਰੂ ਸਾਹਿਬ ਜੀ ਦਾ ਸਿਧਾਂਤ ਆ, ਵੱਡੇ ਗੁਰੂ ਨਾਨਕ ਦੇਵ ਜੀ ਦਾ ਕਿ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਵੀ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ, ਉਹਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ, ਇਹੋ ਹੀ ਸਾਡਾ ਨਿਸ਼ਾਨਾ ਆ। ਮਨੁੱਖਤਾ ਦੀ ਸੇਵਾ ਇਹ ਤੁਸੀਂ ਗਲਤ ਕੀਤਾ ਆ, ਤੇ ਉਹਨਾਂ ਮਾਫੀ ਮੰਗੀ ਸੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ ਦੈਟ। ਇਹ ਵੀ ਸਾਨੂੰ ਇਹ ਸਬਕ ਮਿਲਦਾ ਵੀ ਹੁਕਮ ਦੇ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ। ਜਿਵੇਂ ਗੁਰੂ ਨਾਨਕ ਸਾਹਿਬ ਆਪ ਹੀ ਦੱਸਦੇ ਆ ਕਿ ਚਿਹਰਾ ਹੋਈ ਹੈ ਕਿ ਕੂੜਾ ਟੁੱਟਾ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੈ ਜੀ। ਹਾਂਜੀ, ਤੇ ਮਹਾਰਾਜ ਦੇ 63 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ, ਹੈ ਜੀ। ਉਹਦੇ ਵਿੱਚ ਇੱਕ ਥਾਂ ਤੇ ਇਹ ਵੀ ਆਉਂਦਾ, ਜਿਵੇਂ ਆਸਾ ਦੀ ਵਾਰ ਦੇ ਸ਼ੁਰੂ ਜੀ ਕਹਿੰਦੇ ਹੁੰਦੇ ਆ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੈ ਹਜ਼ਾਰ, ਇੱਥੇ ਚੰਨ ਹੁੰਦਿਆਂ ਗੁਰਬਿਨ ਘੋਰਾਂ ਦਾ ਹਾਰ। ਇਹਦੇ ਬਾਬਤ ਕੁਛ ਖਿਆਲ ਦੱਸੋ ਆਪਣੇ ਬਾਸੂ ਸਾਹਿਬ। ਇਸ ਤਰ੍ਹਾਂ ਜੀ ਵੀ ਜਿਹੜਾ ਸੂਰਜ ਹੈ ਇਹ ਸਾਨੂੰ ਬਾਹਰਲੀ ਰੋਸ਼ਨੀ ਦੇ ਸਕਦਾ ਹੈ। ਸੂਰਜ ਜਿਹੜਾ ਉਹਦਾ ਕੰਮ ਸਿਰਫ ਧੁੱਪ ਹੈ ਤੇ ਬਾਹਰਲੀ ਰੋਸ਼ਨੀ ਦੇ ਸਕਦਾ ਹੈ। ਸੂਰਜ ਜਿਹੜਾ ਹੈ ਮਨੁੱਖ ਦੇ ਜੋ ਅੰਦਰ ਹਨੇਰਾ ਹੈ, ਜੋ ਅੰਦਰ ਅਗਿਆਨ ਹੈ, ਜੋ ਅੰਦਰ 5 ਵਿਕਾਰਾਂ ਦਾ ਇੱਕ ਬੜਾ ਵੱਡਾ ਸਿਲਸਿਲਾ ਹੈ, ਜਿਹੜਾ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦਾ। ਤੋ ਗੁਰੂ ਦੀ ਵਡਿਆਈ ਇਹ ਹੈ ਕਿ ਭਾਵੇਂ 100 ਚੰਦਰਮਾ ਚੜ ਜਾਣ, 1000 ਸੂਰਜ ਆ ਜਾਣ, ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਮਤਲਬ ਗਿਆਨ ਹੈ, ਗਿਆਨ ਤੋਂ ਬਿਨਾ ਅੰਦਰ ਅੰਧੇਰਾ ਜਿਹੜਾ ਹੈ ਉਹ ਬੱਦਲਾਂ ਦੀ ਤਰ੍ਹਾਂ ਛਾਇਆ ਰਹੇਗਾ। ਜਿਵੇਂ ਬੱਦਲ ਆ ਜਾਣ ਤੇ ਉਹ ਬਿਲਕੁਲ ਦਿਨ ਹੀ ਹਨੇਰਾ ਹੋ ਜਾਂਦਾ ਹੈ, ਏਦਾਂ ਜੇ ਆਤਮਾ ਦੇ ਉੱਤੇ ਸਾਡੇ ਬੱਦਲ ਆ ਜਾਣ ਅੰਦਰ, ਤੇ ਆਤਮਾ ਦੀ ਰੋਸ਼ਨੀ ਜਿਹੜੀ ਹੈ ਉਹ ਮੱਧਮ ਹੋ ਜਾਂਦੀ ਹੈ ਤੇ ਮਨੁੱਖ ਜਿਹੜਾ ਠੇਡੇ ਖਾਂਦਾ ਹੈ। ਤੇ ਗੁਰੂ ਅੰਗਦ ਸਾਹਿਬ ਸਮਝਾਉਣਾ ਚਾਹੁੰਦੇ ਨੇ ਕਿ ਗੁਰੂ ਤੋਂ ਬਿਨਾਂ ਤੁਹਾਡਾ ਅੰਦਰਲਾ ਜਿਹੜਾ ਹੈ ਉਹ ਰੋਸ਼ਨ ਨਹੀਂ ਹੋ ਸਕਦਾ। ਜੇ ਤੁਹਾਡਾ ਅੰਦਰ ਰੋਸ਼ਨ ਨਹੀਂ ਤੇ ਤੁਸੀਂ ਭਟਕੋਗੇ, ਕਿਉਂਕਿ ਤੁਹਾਨੂੰ ਮੰਜ਼ਿਲ ਹੀ ਕੋਈ ਨਹੀਂ ਦਿਸਣੀ ਦੁਨੀਆ 'ਚ। ਇਸ ਕਰਕੇ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ, ਅੰਦਰ ਦੀ ਰੋਸ਼ਨੀ ਨਹੀਂ ਮਿਲ ਸਕਦੀ। ਥੈਂਕ ਯੂ ਜੀ, ਥੈਂਕ ਘੋਰ ਯੂ। ਅੰਧਾਰ ਜਿਹੜਾ ਸ਼ਬਦ ਹੈ ਨਾ, ਹਾਂਜੀ, ਹਾਂਜੀ, ਉਹ ਪ੍ਰੋੜਤਾ ਹੋ ਜਿਹੜਾ ਰਹੀ ਹੈ। ਘੋਰ ਅੰਧਾਰ ਹੈ, ਹਾਂਜੀ, ਇਹ ਗੁਰੂ ਦੀ ਵਡਿਆਈ ਅੰਤਾ ਗੁਰੂ ਅੰਗਦ ਸਾਹਿਬ ਨੇ ਇੰਨੀ ਕੀਤੀ ਹੈ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਦਿਖਿਆ ਆਖ ਬੁਝਾਇਆ ਸਿਫਤੀ ਸਚ ਸਮਿਓ, ਤਿੰਨ ਕੋ ਕਿਹਾ ਉਪਦੇਸੀਏ ਜਿਨ ਗੁਰੂ ਨਾਨਕ ਦੇਵ। ਕਹਿੰਦਾ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਦੇਵ ਬਣਾ ਲਿਆ ਆਪਣਾ, ਉਹਨਾਂ ਨੂੰ ਉਪਦੇਸ਼ ਦਿੱਤੇ ਹੀ ਨਹੀਂ ਜਾ ਸਕਦਾ। ਗੁਰੂ ਦੇ ਸਿੱਖ ਜਿਹੜੇ ਨੇ ਉਹ ਗੁਰੂ ਦੀ ਵਡਿਆਈ ਵਿੱਚ ਹਮੇਸ਼ਾ ਉਹ ਸਮਾਏ ਰਹਿੰਦੇ ਨੇ। ਇਸ ਕਰਕੇ ਗੁਰੂ ਦੇ ਸਿੱਖਾਂ ਨੂੰ, ਖਾਸ ਤੌਰ ਤੇ ਗੁਰੂ ਨਾਨਕ ਦੇ ਸਿੱਖਾਂ ਨੂੰ ਨਹੀਂ ਸਮਝਾਇਆ ਜਾ ਸਕਦਾ। ਇਹ ਗੁਰੂ ਦੀ ਵਡਿਆਈ ਜੋ ਗੁਰੂ ਅੰਗਦ ਸਾਹਿਬ ਨੇ ਕੀਤੀ, ਇਹ ਆਪਣੇ ਆਪ ਵਿੱਚ ਸਿਖਰ ਹੈ। ਥੈਂਕ ਯੂ ਜੀ, ਥੈਂਕ ਯੂ। ਇਹੀ ਗੁਰਪ੍ਰਸਾਦ ਦੀ ਕਨਸੈਪਟ ਹੋਈ ਨਾ, ਜਿਹੜੀ ਮੂਲ ਮੰਤਰ ਦੇ ਵਿੱਚ ਅਸੀਂ ਕਹਿੰਦੇ ਹਾਂ ਗੁਰਪ੍ਰਸਾਦ, ਵੀ ਗੁਰੂ ਦੀ ਕਿਰਪਾ ਦੇ ਨਾਲ, ਉਹਦੀ ਮਿਹਰਬਾਨੀ ਦੇ ਨਾਲ ਹੀ ਸਾਨੂੰ ਪਤਾ ਲੱਗਦਾ ਵੀ ਪ੍ਰਮਾਤਮਾ ਕੀ ਹੈ। ਗਿਆਨੀ ਸੁੱਚਾ ਸਿੰਘ ਜੀ, ਇੱਕ ਤਾਂ ਇਹ ਵੀ ਸ਼ਲੋਕ ਆਉਂਦਾ, ਹਉਮੈ ਦੀਰ ਰੋਗ ਹੈ ਦਾਰੂ ਵੀ ਅਸਮਾਏ, ਵੀ ਇਹ ਕਿਸ ਤਰ੍ਹਾਂ, ਵੀ ਉਹ ਦਾਰੂ ਕਿਵੇਂ ਹੈ ਹਉਮੈ ਦੇ ਵਿੱਚ? ਅਨਮਿਊਟ ਕਰ ਲੈਣਾ। ਹਾਂਜੀ, ਆਪਣੇ ਆਪ ਨੂੰ ਅਨਮਿਊਟ ਕਰੋ। ਗਿਆਨੀ ਜੀ, ਆਪਣੇ ਆਪ ਨੂੰ ਅਨਮਿਊਟ ਕਰੋ। ਹੋ ਗਿਆ ਜੀ, ਹੋ ਗਿਆ। ਸੌਰੀ ਜੀ, ਸੌਰੀ, ਮੈਂ ਖਿਆਲ ਨਹੀਂ ਰਿਹਾ, ਪਿੱਛੇ ਫੋਨ ਆ ਜਾਂਦਾ ਕਈ ਵਾਰੀ ਤੇ ਫੋਨ ਪੈਂਦਾ ਹੈ। ਸੋ ਹਾਂਜੀ, ਸੋ ਇਹ ਨਾ ਜੀ, ਇਹ ਜਿਹੜਾ ਬਚਨ ਹੈ ਗੁਰੂ ਅੰਗਦ ਦੇਵ ਜੀ ਦਾ, ਇਹ ਹੈਗਾ ਆ ਜੀ ਆਸਾ ਦੀ ਵਾਰ ਦੇ ਵਿੱਚੋਂ, ਠੀਕ ਹੈ ਜੀ। ਸੋ ਉੱਥੇ ਜਿਹੜਾ ਗੁਰੂ ਮਹਾਰਾਜ ਜੀ ਸਾਨੂੰ ਸਮਝਾਉਂਦੇ ਕਿ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਤਾਂ ਇੱਥੇ ਹੈਗਾ ਕਿ ਜਿਸ ਤਰ੍ਹਾਂ ਇੱਕ ਸ਼ਬਦ ਹੈਗਾ ਜਿਹੜਾ ਅਸੀਂ ਅਕਸਰ ਪੜ੍ਹਦੇ ਹਾਂ, ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ, ਠੀਕ ਹੈ ਜੀ। ਸੋ ਦੁੱਖ ਦਾਰੂ, ਜਿਹੜਾ ਦੁੱਖ ਹੈ, ਇਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਉਹਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨਾ, ਕੇਤਿਆਂ ਦੁੱਖ ਭੂਖ ਸਾਧ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਹਾਂਜੀ। ਸੋ ਹੁਣ ਦੁੱਖ ਭੁੱਖ ਦੀ ਜਿਹੜੀ ਮਾਰ ਹੈ, ਉਹਦੇ ਵਿੱਚੋਂ ਵੀ ਜੇਕਰ ਪ੍ਰਮਾਤਮਾ ਯਾਦ ਆਉਣ ਲੱਗ ਪਵੇ,
ਜਿਹੜਾ ਸੁੱਖ ਦੇ ਵਿੱਚ ਨਹੀਂ ਆਇਆ, ਜੇਕਰ ਉਹ ਦੁੱਖ ਦੇ ਵਿੱਚ ਆ ਗਿਆ ਤਾਂ ਉਹੀ ਦੁੱਖ ਜਿਹੜਾ ਇਨਸਾਨ ਦੇ ਵਾਸਤੇ ਦਾਰੂ ਬਣ ਜਾਂਦਾ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਜਿਹੜਾ ਹੰਕਾਰ ਹੈ, ਹਉਮੈ ਦਾ ਰੋਗ ਹੈ, ਇਹਦੇ ਅੰਦਰੋਂ ਹੀ ਇਨਸਾਨ ਨੂੰ ਪਰਮਾਤਮਾ ਦਾ ਦਰ ਵੀ ਦਿਸਣ ਲੱਗ ਪੈਂਦਾ, ਜੇਕਰ ਉਹੀ ਇਨਸਾਨ ਪਰਤ ਕੇ ਹਉਮੈ ਦੀਰਘ ਰੋਗ ਹੈ, ਠੀਕ ਹੈ ਜੀ, ਲੰਮਾ ਰੋਗ ਹੈ, ਪਰ ਜਿਸ ਤਰ੍ਹਾਂ ਨਾਮ ਉਧਰ ਦੁੱਖ ਦੇ ਵਿੱਚ ਦਾਰੂ ਆ, ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਵੀ ਇਨਸਾਨ ਨੂੰ ਜੀਵਨ ਦਾ ਸਹੀ ਰਸਤਾ ਇੱਕ ਟਾਈਮ ਤੇ ਲੱਭ ਪੈਂਦਾ। ਤੇ ਉਹ ਜਿਹੜੀ ਗੱਲ ਉਸ ਕੰਟੈਕਸਟ ਦੇ ਵਿੱਚ ਇਹ ਜਿਹੜੀ ਗੱਲ ਹੁੰਦੀ ਗੁਰਬਾਣੀ ਕਰਦੇ। ਥੈਂਕ ਯੂ ਜੀ। ਡਾਕਟਰ ਰਵਿੰਦਰ ਸਿੰਘ, ਤੁਸੀਂ ਕੋਈ ਚੀਜ਼ ਐਡ ਕਰਨੀ ਚਾਹੋ ਇੱਥੇ? ਹਾਂਜੀ ਸਰ, ਮਤਲਬ ਦੇਖੋ ਗੁਰਬਾਣੀ ਦੇ ਅਸੀਂ ਡਿਸਕਸ ਹੀ ਕਰ ਸਕਦੇ ਹਾਂ ਵੱਖਰੇ ਵੱਖਰੇ ਇਸ਼ੂ। ਗਿਆਨੀ ਸੁੱਚਾ ਸਿੰਘ ਨੇ ਬੜੇ ਉਹਨੂੰ ਬਿਊਟੀ ਦੇ ਨਾਲ ਐਕਸਪਲੇਨ ਕੀਤਾ ਹੈ। ਮੈਂ ਇਹਨੂੰ ਥੋੜੇ ਹੋਰ ਸੰਦਰਭ ਚ ਲੈਣਾ ਵਾ, ਜਿਸ ਤਰ੍ਹਾਂ ਕਿ ਮੈਂ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਉਹਨੂੰ ਕੰਪੇਅਰ ਕੀਤਾ ਨਾ ਦੁੱਖ ਦੇ ਨਾਲ, ਮੈਂ ਉਹਨੂੰ ਐਕਸਪਲੇਨ ਕਰਨ ਵਾਸਤੇ ਮੈਨੂੰ ਕਲੀਅਰ ਨਹੀਂ ਹੈਗਾ। ਮੈਂ ਇੱਕ ਪੰਕਤੀ ਲੈਣਾ ਉਹਨਾਂ ਗੁਰਬਾਣੀ ਦੀ, ਇੱਕ ਸ਼ਬਦ ਆਉਂਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜਦਾਮ ਕੋ ਛਿਪੜੋ ਹੋਇਆ ਬੁੰਨਾ ਤੰਨਾ ਤਿਆਗ ਕੇ ਪ੍ਰੀ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਯੋਗਨੀ ਗਹੀਰਾ, ਰਵਦਾਸ ਢਵੰਤਾ ਢੋਰ ਨਿਤਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗਤ ਦਰਸ਼ਨ ਪਾਇਆ। ਅੱਗੋਂ ਸਹਿਬ ਨਾਈ ਜੀ ਦਾ ਆ ਗਿਆ, ਸਹਿਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰਬਣ ਭਗਤਾਂ ਮੈਂ ਗਣਿਆ। ਇਹ ਚਾਰੇ ਜਿਹੜੇ ਭਗਤ ਨੇ ਨਾ, ਇਹ ਛੋਟੀਆਂ ਜਾਤਾਂ ਦੇ ਹੋਏ। ਇਹਨਾਂ ਦਾ ਹਵਾਲਾ ਦੇ ਕੇ ਗੁਰੂ ਸਾਹਿਬ ਨੇ ਅਖੀਰ ਤੇ ਕੀ ਕਹਿੰਦੇ ਨੇ, ਕਹਿੰਦੇ ਹੁਣ ਭਗਤ ਧੰਨੇ ਦੀ ਵਾਰੀ ਆ ਗਈ, ਜੱਟ ਹੈ ਹਾਂਜੀ। ਤੇ ਮਨ ਦੇ ਅੰਦਰ ਵਿੱਚ ਜਦੋਂ ਭਗਤੀ ਨਹੀਂ ਕੀਤੀ ਤੇ ਇਹ ਵੀ ਫੀਲਿੰਗ ਹੈ ਕਿ ਮੈਂ ਵਧੀਆ। ਕਹਿੰਦੇ ਨੇ ਅਖੀਰ ਤੇ ਇਹ ਵੀ ਸੁਣ ਕੇ ਜੱਟ ਰੋ, ਕਹਿੰਦਾ ਜੱਟ ਕਹਿਣ ਲੱਗਾ ਉਹ ਇਹ ਛੋਟੀਆਂ ਜਾਤਾਂ ਵਾਲੇ ਏਡੀਆਂ ਵੱਡੀਆਂ ਵਸਤਾਂ ਨੂੰ ਪ੍ਰਾਪਤ ਕਰਕੇ। ਹੁਣ ਉਹ ਜਿਹੜਾ ਦਾਰੂ ਵੀ ਸਮਾਇਕ ਹੈ ਕਿ ਹਉਮੈ ਦੀਆਂ ਦੋ ਸਾਈਡਸ। ਜੇ ਅਸੀਂ ਮਿਹਨਤ ਵੀ ਕਰਦੇ ਹਾਂ ਨਾ, ਤੇ ਮਿਹਨਤ ਹਉਮੈ ਤੋਂ ਬਿਨਾਂ ਨਹੀਂ ਹੋ ਸਕਦੀ। ਧਰਮ ਦੇ ਵਿੱਚ ਅਸੀਂ ਪਹਿਲਾਂ ਆਪਣੀ ਆਇਡੈਂਟੀ ਬਣਾਉਣ ਵਾਸਤੇ ਹੀ ਕਰਦੇ ਹਾਂ। ਅੱਛੇ ਇਨਸਾਨ ਬਣਨ ਵਾਸਤੇ ਮਿਹਨਤ ਕਰਨਾ ਵੀ ਇੱਕ ਹਉਮੈ ਦੀ ਹੀ ਟਾਈਪ, ਦੈਟ ਵੀ ਕੈਨ ਕਾਲ ਪੋਜ਼ਿਟਿਵ ਹਉਮੈ। ਸੋ ਮੈਨੂੰ ਜੋ ਅਪੀਲ ਕਰਦਾ ਹੈ ਉਹ ਹੈਗਾ ਕਿ ਹਉਮੈ ਦੀਰਘ ਰੋਗ ਹੈ, ਬੜੀ ਵੱਡੀ ਬਿਮਾਰੀ ਹੈ, ਸਭ ਤੋਂ ਵੱਡੀ ਬਿਮਾਰੀ ਹੈ। ਪਰ ਦਾਰੂ ਕਦੋਂ ਕਿੱਦਾਂ ਬਣ ਜਾਂਦਾ ਜੇ ਅਸੀਂ ਇਸੇ ਬਿਮਾਰੀ ਨੂੰ ਧੰਨੇ ਵਾਂਗੂ ਇਹ ਸੋਚ ਕੇ ਕਿ ਮੈਂ ਅੱਛਾ ਇਨਸਾਨ ਬਣਨਾ, ਮੈਂ ਕਿਹਦੇ ਨਾਲੋਂ ਘੱਟ ਹਾਂ। So you're talking about transformation of haume into more positive force. It's positive use, yes. ਹਾਂਜੀ, ਐਫਰਟਸ ਲੈਣ ਵਾਸਤੇ ਅਸੀਂ ਯੂਜ਼ ਕਰਦੇ ਹਾਂ ਨਾ ਜੇਕਰ, ਤੇ ਮੈਨੂੰ ਲੱਗਦਾ ਸ਼ਾਇਦ ਉਹਨੂੰ ਕਿਹਾ ਗਿਆ ਹੋਵੇ ਕਿ ਦਾਰੂ ਵੀ ਸਮਾਏ, ਭਗਤ ਨੂੰ ਵੀ ਹਉਮੈ ਰੱਖਣੀ ਪੈਂਦੀ ਹੈ। ਮੈਂ ਹੋਰ ਐਗਜ਼ਾਮਪਲ ਦਿਆਂਗਾ। ਭਗਤ ਨਾਮਦੇਵ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂਦਾ ਹੈ। ਪਹਿਲਾਂ ਤੇ ਅਸੀਂ ਉੱਥੇ ਹੀ ਆ ਜਾਂਦੇ ਹਾਂ ਜਿਹੜਾ ਤਪੇ ਦੀ ਗੱਲ ਹੋ ਰਹੀ। ਗੁਰਬਾਣੀ 'ਚ ਇਸੇ ਤਪੇ ਬਾਰੇ ਵਿਚਾਰ ਹੈਗਾ। ਮੈਨੂੰ ਕੁਝ ਪੰਕਤੀਆਂ ਯਾਦ ਹੈ। ਹੁਣ ਸਵਾਲ ਪੈਦਾ ਇਹ ਹੁੰਦਾ ਹੈ ਵੀ ਜਦੋਂ ਅਸੀਂ ਤਪੇ ਦੀ ਗੱਲ ਕਰਦੇ ਹਾਂ ਕਿ ਉਹਨੂੰ ਘਸੀਟਿਆ ਤੈਅ ਕੀਤਾ ਤੇ ਸਾਨੂੰ ਹਾਸਾ ਵੀ ਆਉਂਦਾ ਹੈ ਕਿ ਇਹ ਹਉਮੈ ਹੈ। ਹਉਮੈ ਨਹੀਂ ਹੈਗਾ। ਕਈ ਵਾਰੀ ਚੰਗੀ ਚੀਜ਼ ਦੇਖ ਕੇ ਮੈਸੇਜ ਦੇਣ ਵਾਸਤੇ ਮਾੜੇ ਬੰਦੇ ਨੂੰ ਸਜ਼ਾ ਵੀ ਦੇਣੀ ਪੈਂਦੀ ਹੈ। ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈਗਾ, ਉਹ ਹੈਗਾ ਤਪਾ ਜਿੱਥੇ ਥੋੜਾ ਧਨ ਦੇਖੇ ਤਿੱਥੇ ਤਪਾ ਪਿੱਟੇ ਨਾਹੀਂ, ਧਨ ਬਹੁਤਾ ਦੇਖ ਤਪੈ ਧਰਮ ਹਾਰਿਆ। ਉਹ ਇੱਕ ਕਹਾਣੀ ਹੈਗਾ, ਮੈਂ ਛੋਟੀ ਜਿਹੀ ਕਰਕੇ ਦੱਸਾਂਗਾ ਕਿ ਤਪਾ ਸੀ, ਗੁਰੂ ਸਾਹਿਬ ਨੇ ਲੰਗਰ ਲਾਇਆ ਤੇ ਲੰਗਰ ਤੇ ਗੁਰੂ ਸਾਹਿਬ ਨੇ, ਉਹ ਪਹਿਲੀ ਸਾਖੀ ਤੇ ਹੈਗੀ ਹੈ, ਇਹ ਦੂਜੀ ਸਾਖੀ ਹੈ ਵੀ ਤਪੇ ਨਾਲ ਹੀ ਅਟੈਚ ਹੈਗੀ ਹੈ। ਤੇ ਕਹਿੰਦੇ ਗੁਰੂ ਅਮਰਦਾਸ ਜੀ ਦੇ ਵੇਲੇ, ਹਾਂ ਗੁਰੂ ਅਮਰਦਾਸ, ਹਾਂ ਠੀਕ ਹੈ, ਸੌਰੀ ਮੈਂ ਕੰਫਿਊਜ਼ ਕਰਤਾ ਤੇ ਮੈਨੂੰ ਇਤਿਹਾਸ ਦੀ ਨੌਲੇਜ ਨਹੀਂ ਹੈਗੀ। ਠੀਕ ਹੈ, ਥੈਂਕ ਯੂ ਗਿਆਨੀ ਜੀ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਲੈਟ ਮੀ ਆਈ'll come back to you ਹੈ ਜੀ। ਗਿਆਨੀ ਆਪਣੇ ਡਾਕਟਰ ਵਾਸੂ, ਤੁਸੀਂ ਕੁਝ ਕਹਿਣਾ ਚਾਹੁੰਦੇ ਆ? ਹਾਂ ਦੱਸੋ। डॉक्टर साहब बेनती है कि आप जी ने बड़े सोहने विचार सुने ने प्रोफेसर सुच्चा सिंह जी दे दी। मैं समझना कि हौमे जिहड़ी है वो दीर्घ रोग है, पर एक ब्यूटीफुल हौमे भी हुंदी है, सुंदर हौमे। देखो हौमे तो बिना कोई भी मनुख नहीं है, पर कईयां दी हौमे बड़ी भैड़ी है ਜਿਹੜੀ ਕਿ ਵਿਨਾਸ਼ ਕਰਦੀ ਹੈ, ਤੇ ਕਈਆਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਗੁਣਾਂ ਦੇ ਨਾਲ ਬਿਊਟੀਫੁਲ ਹਉਮੈ ਬਣ ਜਾਂਦੀ ਹੈ। ਜੇ ਕਿਹਾ ਜਾਏ ਬਿਊਟੀਫੁਲ ਹਉਮੈ ਤੋਂ ਕੀ ਮਤਲਬ ਹੈ? ਜਿਵੇਂ ਹੁਣ ਕੋਈ ਗੁਰਦੁਆਰੇ ਦਾ ਪ੍ਰਧਾਨ ਹੋਵੇ, ਹੁਣ ਗੁਰਦੁਆਰੇ ਦਾ ਪ੍ਰਧਾਨ ਜੇ ਹਰ ਵੇਲੇ ਹਉਮੈ 'ਚ ਰਵੇ ਤੇ ਉਹਦੀ ਹਉਮੈ ਮਾੜੀ ਹੋ ਗਈ।
ਤੇ ਉਹੀ ਗੁਰਦੁਆਰੇ ਦਾ ਪ੍ਰਧਾਨ ਜੇ ਲੋਕਾਂ ਦੀ ਸੇਵਾ ਕਰ ਰਿਹਾ ਹੈ, ਭਾਂਡੇ ਮਾਂਜ ਰਿਹਾ ਹੈ, ਉਹਦੀ ਜਿਹੜੀ ਹੋਮੇ ਹੈ ਸੁੰਦਰ ਹੋਮੇ ਬਣ ਗਈ। ਯਾਨੀ ਅਨੇਕਤਾ ਜੋ ਸੰਸਾਰ ਦੀ ਹੈ, ਜੋ ਉਹਦੀ ਸੇਵਾ ਵਿੱਚ ਲੱਗ ਕੇ ਹੋਮੇ, ਜੇ ਗੁਰੂ ਦਾ ਸ਼ਬਦ ਜਦੋਂ ਉਹ ਕਮਾਉਂਦਾ, ਉਹ ਗੁਰੂ ਦੀ ਸਿੱਖਿਆ ਵਿੱਚ ਆਪਣੇ ਆਪ ਨੂੰ ਲੀਨ ਕਰਦਾ ਹੈ, ਉਹਦੀ ਹੋਮੇ ਜਿਹੜੀ ਰਹਿੰਦੀ ਤੇ ਹਰ ਇੱਕ ਇਨਸਾਨ ਦੇ ਵਿੱਚ ਹੈ, ਪਰ ਉਹ ਹੋਮੇ ਅਨੇਕਤਾ ਦੀ ਸੇਵਾ ਵਿੱਚ ਲੱਗ ਜਾਂਦੀ ਹੈ, ਉਹ ਬਿਊਟੀਫੁਲ ਹੋਮੇ ਬਣ ਜਾਂਦੀ ਹੈ। ਸੋ ਫਿਰ ਹੋਮੇ ਜਿਹੜੀ ਹੈ ਕਿ ਉਹ ਵਿਨਾਸ਼ਸ਼ੀਲ ਨਹੀਂ ਰਹਿੰਦੀ, ਸਗੋਂ ਉਹਦੀ ਹੋਮੇ ਉਸਾਰੂ ਬਣ ਜਾਂਦੀ ਹੈ। ਉਸਾਰੂ ਹੋਮੇ ਜਿਹੜੀ ਹੈ ਗੁਰੂ ਦੇ ਸ਼ਬਦ ਦੁਆਰਾ ਮਿਲਦੀ ਹੈ। ਹਾਂਜੀ ਡਾਕਟਰ ਸਾਹਿਬ, ਇਹ ਤਾਂ ਫਿਰ ਨਾ ਜਿਹੜੀ ਹੈ ਨਾ ਪਲੇ ਆਫ ਵਰਡਸ ਹੋ ਗਿਆ ਨਾ। ਅਸਲ ਤਾਂ ਹੋਮੇ ਜਿਹੜੀ ਆ ਉਹ ਤਾਂ ਹੋਮੇ ਹੀ ਆ, ਪਰ ਜਿਹੜਾ ਉਹਦੀ ਹੋਮੇ ਦੀ ਟਰਾਂਸਮਿਊਟੇਸ਼ਨ ਹੈ ਜਾਂ ਟਰਾਂਸਫਰਮੇਸ਼ਨ ਹੈ ਪੋਜ਼ਿਟਿਵ ਫੋਰਸ ਦੇ ਵਿੱਚ, ਉਹ ਸੇਵਾ ਦਾ ਰੂਪ ਧਾਰਨ ਕਰ ਗਈ ਜਾਂ ਹੋਰ ਕੋਈ ਕੰਸਟਰਕਟਿਵ ਐਬਿਲਿਟੀਜ਼ ਜਿਹੜੀਆਂ ਉਹਦੀਆਂ ਪੈਦਾ ਹੋ ਗਈਆਂ। ਪਰ ਫਿਰ ਉਹ ਹੋਮੇ ਨਾ ਰਹੀ, ਉਹ ਹੋਮੇ ਤਾਂ ਉਦੋਂ ਹੀ ਸੀਗੀ ਜਦੋਂ ਨੈਗੇਟਿਵ ਫਾਰਮ ਦੇ ਵਿੱਚ ਸੀ। ਉਹ ਮੈਂ ਨਹੀਂ ਰਹੇਗੀ, ਪਰ ਉਹ ਇੱਕ ਪ੍ਰੋਫੈਸਰ ਪੂਰਨ ਸਿੰਘ ਹੋਏ ਨੇ, ਉਹਨਾਂ ਨੇ ਇਸ ਪੁਆਇੰਟ ਨੂੰ ਖੋਲਿਆ। ਉਹ ਕਹਿੰਦੇ ਨੇ ਬਈ ਉਹ ਹੋਮੇ ਸੁੰਦਰ ਹੋਮੇ ਹੈ ਜਿਹੜੀ ਲੋਕਾਂ ਦੀ ਸੇਵਾ 'ਚ ਲੱਗ ਜਾਂਦੀ ਹੈ, ਉਹ ਫਿਰ ਹੋਮੇ ਨਹੀਂ ਰਹਿੰਦੀ। ਉਹ ਫਿਰ ਉਹ ਜਿਹੜੀ ਉਹਦੀ ਖੁਦੀ ਹੈ, ਉਹਦੀ ਗੁਣਾਂ ਦੇ ਵਿੱਚ ਖੁਦੀ ਜਦੋਂ ਲੀਨ ਹੋ ਜਾਂਦੀ ਹੈ, ਉਹ ਗੁਰਮੁਖ ਬਣ ਜਾਂਦਾ ਹੈ, ਉਹ ਗੁਰਮੁਖ ਸੇਵਾ 'ਚ ਲੀਨ ਹੋ ਜਾਂਦਾ ਹੈ। ਉਹ ਗੁਰੂ ਦੇ ਸ਼ਬਦ ਦੀ ਕਮਾਈ ਦੁਆਰਾ ਉਹ ਹੋਮੇ ਲੋਕਾਂ ਦੀ ਸੇਵਾ 'ਚ ਲੱਗ ਜਾਂਦੀ ਹੈ, ਤੇ ਉਹਨਾਂ ਦੀ ਖੁਦੀ ਜਿਹੜੀ ਹੈ ਉਹ ਵੀ ਗੁਣਾਂ ਦੇ ਵਿੱਚ ਭਰਪੂਰ ਹੋ ਕੇ ਇੱਕ ਅੱਛੀ ਪਰਸਨੈਲਿਟੀ ਬਣ ਜਾਂਦੀ ਹੈ। ਥੈਂਕ ਯੂ ਜੀ। ਹੋਮੇ ਦਾ ਰੂਪ ਹੀ ਹੈ ਨਾ, ਇੱਕ ਹੋਮੇ ਮਾੜੀ ਹੈ, ਇੱਕ ਹੋਮੇ ਚੰਗੀ ਹੈ। ਚੰਗੀ ਹੋਮੇ ਗੁਰੂ ਦੇ ਸ਼ਬਦ ਦੁਆਰਾ ਨਹੀਂ ਡਾਕਟਰ ਸਾਹਿਬ, ਲੈਟ ਮੀ ਟਾਕ ਟੂ ਡਾਕਟਰ ਕੋਹਲੀ, ਹੀ ਇਜ਼ ਅ ਪੰਜਾਬੀ ਪ੍ਰੋਫੈਸਰ ਆਫ ਪੰਜਾਬੀ। ਤੁਸੀਂ ਵਿਚਾਰ ਸੁਣ ਰਹੇ ਆ, ਵੈਲਕਮ ਬਾਈ ਦਾ ਵੇ। ਪਹਿਲਾਂ ਡਾਕਟਰ ਕੋਹਲੀ ਜੀ ਆਇਆਂ ਨੂੰ। ਤੇ ਜਿਹੜੇ ਤੁਹਾਡਾ ਹੋਮੇ ਬਾਬਤ ਕੀ ਵਿਚਾਰ ਹੈ, ਇਹ ਜਿਹੜੀ ਡਾਕਟਰ ਵਾਸੂ ਕਹਿ ਰਹੇ ਨੇ? ਸਰ ਹੋਮੇ ਜਿਹੜਾ ਉਹ ਆਪਣੇ ਆਪ ਨੂੰ ਖਤਮ ਕਰਦਾ ਹੈਗਾ। ਹੋਮੇ ਜਿਹੜਾ ਮਨੁੱਖ ਦੇ ਵਿੱਚ ਨਹੀਂ ਆਉਣਾ ਚਾਹੀਦਾ, ਜਿਵੇਂ ਗੁਰਬਾਣੀ 'ਚ ਵੀ ਲਿਖਿਆ, ਹੋਮੇ ਦੀਰਘ ਰੋਗ ਹੈ। ਹੋਮੇ ਜਿਹੜਾ ਉਹ ਆਪਣੇ ਆਪ ਨੂੰ ਜਿਹੜਾ ਆਪਣੀ ਜਿਹੜੀ ਕਾਬਲੀਅਤ ਹੈ ਉਸ ਨੂੰ ਖਤਮ ਕਰਦਾ। ਹਾਂਜੀ, ਕਾਬਲੀਅਤ ਤਾਂ ਰਹੀ ਨਾ, ਉਹ ਤਾਂ ਖਤਮ ਨਾ ਹੋਈ, ਪਰ ਉਹਦੀ ਜਿਹੜੀ ਪੋਜ਼ਿਟਿਵ ਟਰਾਂਸਫਰਮੇਸ਼ਨ ਹੈ ਉਹ ਬਿਲਕੁਲ ਹਾਂਜੀ। ਇਹ ਹੁਣ ਫੰਗਸ ਆ, ਫੰਗਸ ਮਾੜੀ ਕਿਹੜੀ ਜਾਂਦੀ ਹੈ, ਪਰ ਫੰਗਸ ਤੋਂ ਹੀ ਦੇਖੋ ਡਿਸਕਵਰੀ ਪੈਨਿਸਿਲਿਨ ਦੀ ਹੋਈ ਤੇ ਉਹਦੇ ਐਂਟੀਬਾਇਓਟਿਕਸ ਆਈ ਰਸ਼ ਹੋ ਗਿਆ। ਜਿਹੜੀ ਮਾਈਂਡ ਦੇ ਉੱਤੇ ਨੈਗੇਟਿਵਿਟੀ ਆਈ ਹੈ, ਛਾਈ ਹੈ, ਮਤਲਬ ਉਹ ਜਿਹੜੀਆਂ ਸਾਡੀਆਂ ਅੰਦਰ ਬੁਰਾਈਆਂ ਨੇ ਉਹਨਾਂ ਨੂੰ ਦਬਾ ਲੈਂਦੀ ਹੈ, ਉਹਨਾਂ ਨੂੰ ਛੁਪਾ ਲੈਂਦੀ ਹੈ। ਹਾਂਜੀ, ਜਦੋਂ ਆਪਾਂ ਨੈਗੇਟਿਵਿਟੀ ਕੱਢਾਂਗੇ ਆਪਣੇ ਅੰਦਰੋਂ, ਜਿਹੜਾ ਸਾਰਾ ਮਤਲਬ ਹੋਮੇ ਨਿਕਲੇਗਾ। ਆਪਣੇ ਮਨ ਦੇ ਵਿੱਚ ਜਿਹੜੀ ਮੈਲ ਭਰੀ ਹੋਈ ਹੈ ਜਾਂ ਆਪਣੇ ਮਨ ਦੇ ਵਿੱਚ ਜਿਹੜੀ ਹੋਮੇ ਭਰੀ ਹੈ, ਜਦ ਤੱਕ ਉਸਨੂੰ ਅਸੀਂ ਖਾਲੀ ਨਹੀਂ ਕਰਦੇ ਉਦੋਂ ਤੱਕ ਮਤਲਬ ਇਹਦਾ ਜਿਹੜਾ ਤਦੇ ਹੀ ਜੇ ਇੱਕ ਘੜਾ ਭਰਿਆ ਹੋਏਗਾ ਉਹਦੇ ਵਿੱਚ ਕੁਛ ਨਹੀਂ ਪੈ ਸਕਦਾ। ਜਦ ਤੱਕ ਅਸੀਂ ਖਾਲੀ ਘੜੀ ਦੇ ਵਿੱਚ ਜਿੰਨੀ ਅੱਛਾਈ ਪਾਵਾਂਗੇ, ਜੇ ਨੈਗੇਟਿਵਿਟੀ ਹੋਏਗੀ ਤਾਂ ਉਹ ਸਾਨੂੰ ਵੀ ਨੁਕਸਾਨ ਕਰੇਗੀ, ਸਾਡੀ ਸ਼ਖਸੀਅਤ ਦੇ ਵੀ ਨੁਕਸਾਨ ਪਹੁੰਚਾਏਗੀ। ਥੈਂਕ ਯੂ ਜੀ। ਪਾੜੇ ਸਾਹਿਬ, ਤੁਸੀਂ ਇਹਦੇ ਬਾਰੇ ਕੋਈ ਵਿਚਾਰ ਤੁਹਾਡਾ? myself first, ਮੈਂ ਇਸ ਨੂੰ ਜ਼ਰਾ ਹੋਰ ਤਰੀਕੇ ਨਾਲ ਦੇਖਦਾ। ਜੋ ਡਾਕਟਰ ਸਾਹਿਬ ਨੇ, ਵਾਸੂ ਜੀ ਨੇ ਕਿਹਾ ਹੈ, ਉਸ ਤੋਂ ਮੈਂ ਕਿਉਂ ਲੈ ਰਿਹਾ, ਮੈਨੂੰ ਮਹਿਸੂਸ ਹੁੰਦਾ ਹੈ ਕਿ ਹੋਮੇ ਸ਼ਬਦ ਨੂੰ ਹੀ ਸਾਨੂੰ ਕਲੈਰਿਟੀ ਨਹੀਂ। ਵਾਟ ਇਜ਼ ਹੋਮੇ? ਹੋਮੇ ਚੀਜ਼ ਕੀ ਹੈ? ਜਦੋਂ ਵੀ ਕੋਈ ਜੀਵ ਪੈਦਾ ਹੁੰਦਾ ਹੈ, ਮੈਂ ਪੈਦਾ ਹੋਇਆ, ਜੋ ਵੀ ਪੈਦਾ ਹੁੰਦਾ ਹੈ, ਜਨਮ ਦੇ ਨਾਲ ਹੀ ਉਸਨੂੰ ਜਦੋਂ ਥੋੜੀ ਜਿਹੀ ਅਵੇਅਰਨੈਸ ਹੁੰਦੀ ਹੈ, ਉਦੋਂ ਉਹ ਆਪਣੀ ਜਿਹੜੀ ਹੋਂਦ ਨੂੰ ਪਹਿਚਾਨਣਾ, ਆਪਣੀ ਹੋਂਦ ਨੂੰ ਰਿਕੋਗਨਾਈਜ਼ ਕਰਨਾ ਜਿਹੜਾ ਹੈ, ਦੈਟਸ ਹੋਮੇ। ਇਸ ਅਵੇਅਰਨੈਸ ਆਫ ਬੀਇੰਗ ਸੈਲਫ। ਯੈਸ, ਮੈਂ ਹੂੰ, ਮੈਂ ਜਸਬੀਰ ਸਿੰਘ। ਹਾਂ ਜੀ, there's nothing wrong with this. Everybody, ਜੀ ਸਾਰੇ ਆਪ ਜੀ ਬੈਠੇ ਹੋ, ਸਤਿਕਾਰਯੋਗ ਬੈਠੇ ਹੋ, ਸਭ ਕਹਿੰਦੇ ਤੁਹਾਨੂੰ ਪੁੱਛੋ, ਹਾਂ ਜੀ ਮੈਂ ਡਾਕਟਰ ਕਿਰਪਾਲ ਸਿੰਘ, ਮੈਂ ਭਾਈ ਸਾਹਿਬ ਕਹਿ ਰਹੇ, ਮੈਂ ਭਾਈ ਸੁੱਚਾ ਸਿੰਘ। There's nothing wrong about it.
ਇਹ doesn't mean ਕਿ ਤੁਸੀਂ ਹਉਮੈ ਦੇ ਭਰੇ ਹੋ ਜੇ ਕਹਿੰਦਾ ਮੇਰਾ ਨਾਂ ਜਸਵੀਰ ਸਿੰਘ ਹੈ ਜਾਂ ਮੇਰਾ ਨਾਂ ਤਕਮਿੰਦਰ ਸਿੰਘ ਹੈ। ਨੋ, ਹਉਮੈ ਇੱਕ ਜਨਮ ਦੇ ਨਾਲ ਹੀ ਇਨਸਾਨ ਦੇ ਨਾਲ ਹਉਮੈ ਉਹਦੀ ਸੈਲਫ ਇੰਡੀਵਿਜੂਅਲ ਅਵੇਅਰਨੈਸ ਪੈਦਾ ਹੁੰਦੀ, ਹਾਂ ਵੀ ਮੈਂ ਇੱਕ ਇੰਡੀਵਿਜੂਅਲ ਹਾਂ ਇਹ ਸਾਰੇ ਸੰਸਾਰ ਦੇ। ਹੁਣ ਉਸ ਹਉਮੈ ਨੂੰ ਲੈ ਕੇ ਜਦੋਂ ਸਾਡੀ ਜੀਵਨ ਵੱਧਦਾ ਹੈ, ਅਸੀਂ ਆਪਣੀ ਜਾਨ ਬਚਪਨ ਨਿਕਲ ਜਾਂਦਾ ਹੈ, ਕੋਈ ਪਤਾ ਨਹੀਂ ਤੋਂ ਬਾਅਦ ਜਦੋਂ ਅਸੀਂ ਆਪ ਸੈਲਫ ਸਫੀਸ਼ੀਐਂਟ ਹੁੰਦੇ ਹੈ, then how do we conduct our life ਉਸ ਹਉਮੈ ਨੂੰ ਲੈ ਕੇ ਕਿਸ ਪਾਸੇ ਜਾਂਦੇ ਹਾਂ ਅਸੀਂ? that is where the problem, when ਹਉਮੈ goes into ਅਹੰਕਾਰ। ਪਾਟੇ ਸਾਹਿਬ ਫਿਰ ਉਹ ਲਫ਼ਜ਼ ਹਉਮੈ ਨਾ ਰਿਹਾ, ਜਦੋਂ ਉਹਦੀ ਟ੍ਰਾਂਸਫਰਮੇਸ਼ਨ ਹੋ ਗਈ, ਇਟਸ ਨੋ ਲੋਂਗਰ ਹਉਮੈ। Please allow me to complete. When ਹਉਮੈ goes in the direction of ਅਹੰਕਾਰ ਕਿ ਮੈਂ ਹੀ ਸਾਰਾ ਕੁਝ ਕਰ ਰਿਹਾ ਹੈ, ਇਹ ਜਾਂ ਮੇਰਾ ਹੀ ਸਾਰਾ ਕੁਝ ਮਿਹਨਤ ਹੈ, ਮੇਰਾ ਹੀ ਸਭ ਕੁਝ ਹੈ, ਉਹ ਜਿਹੜੀ ਹਉਮੈ ਹੈ that leads you towards ਅਹੰਕਾਰ। ਅਗਰ ਉਹੀ ਹਉਮੈ ਅਗਰ ਤੁਹਾਨੂੰ ਰਾਈਟ ਗਾਈਡੈਂਸ ਮਿਲਦੀ ਹੈ, ਭਾਈ ਗੁਰੂ ਕੋਲ ਹਉਮੈ ਮਿਲਦੀ ਹੈ, then you change your direction of life into piety, into seva, into ਨਾਮ ਸੇਵਨ, whichever the way it is. So ਉਹ ਜੋ ਠੀਕ ਆਂਦੀ ਹੈ ਜਦੋਂ ਉਹੀ ਹਉਮੈ ਫਿਰ ਆਪਣਾ ਦਾਰੂ ਬਣ ਜਾਂਦਾ ਹੈ, ਕਿਉਂਕਿ ਉਸ ਨੂੰ ਠੀਕ ਗਾਈਡੈਂਸ ਔਰ ਡਾਇਰੈਕਸ਼ਨ ਮਿਲਦੀ ਹੈ। ਸੋ ਹਉਮੈ as it is nothing wrong with it. ਹਉਮੈ, how we conduct our life with this ਹਉਮੈ, that's where the whole problem is. Thank you. ਆਪਣੇ yeah, Dr. Vinder Singh, you want to add something? Okay. ਹਾਂਜੀ Briefly, please. Briefly. ਸਰ ਮੈਨੂੰ ਗੁਰਬਾਣੀ ਦੀ ਬਾਤ ਯਾਦ ਆ ਗਈ, ਉਹ ਪੰਕਤੀਆਂ ਹੀ ਹਉਮੈ ਨੂੰ ਐਕਸਪਲੇਨ ਕਰਦੀਆਂ। ਗੁਰਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਤੀਰਥ ਜਾਓ ਤਾਂ ਹੋ ਕਰਤੇ, ਇਹ ਹਉਮੈ ਬਾਰੇ ਹੀ ਹੈ। ਪੰਡਤ ਪੁੱਛੋ तो माया राते, सो स्थान बतावो मीता, जाके कीर्तन हर कीर्तन मीता। ये भी एक हउमੈ ਦਾ पिक्चर आ गई, जिस तरह भाटिया साहब ने एक्सप्लेन किया सी, ਉਹਦੇ दो पक्ष। सिमिलरली गुरबाणी च एक हउमੈ शब्द दूजा भी आता है, वो डायरेक्ट शब्द है, की शब्द है, हो गुसाई दा पहलवानड़ा। शब्द हउमੈ ही है, पर हउमੈ कादी है? गुरु ते हउमੈ है, कहते मैनू अपने आप हउमੈ नहीं, मैनू उस गुसाई ते हउमੈ है कि मैं ओदा पहलवान हो, गुसाई दा पहलवानड़ा, मैं गुरमिल उच्च दमालड़ा। मेरा दमालड़ा उच्चा है, लेकिन गुरु नाल मिल के सब होई छंज इकट्ठिया दे बैठा देखे आप। सो इत्थे हउमੈ जिहड़ा शब्द है पॉजिटिव हो गया, क्यों? गुसाई नाल जुड़ गया। इस तरह एक बार डॉक्टर वासु जी ने शब्द पढ़िया सी, वो शब्द है सी, ना वो मरता ना हम कड़िया, ना उस दुख ना हमको दुखा, ना उस भूख ना हमको भूखा। इसी तरह शब्द आता है, बाप हमारे सद चरण जीवे, भाई हमारे सद ही जीवी, कीरत हमरी घर घर होई। इत्थे हमरी शब्द जिहड़ा है ना, वो मान कित्या गुरु ते, भगत हमारी सकदी लो, आज हमारे प्रगटे माज, पिता पूत रल कीनी साझ। मैं पुत्र हाँ ते वो मेरा पिता है, कहो नानक जो पिता पतीने, पिता पूत इके रंग। सो ये भी एक तरह मैं ते शब्द है। हाँ जी, कबीर जी भी कह देंगे, कबीर मन निर्मल पिया जैसे गंगा नीर, पाछे लागो हर फिरे। कबीर जी कहते मेरे पिछे परमात्मा भजा फिरदा, कहत कबीर कबीर। इनू असीं हउमੈ नहीं कह सकते, क्योंकि गुरु ना चली गई। I don't know, I have a difference of opinion over here, पर चलो कोई नहीं। मैं यानी ਕੀ ਕਹਿੰਦੇ ਮਨਦੀਪ ਸਿੰਘ ਜੀ, ਤੁਹਾਡਾ ਕੀ ਖਿਆਲ ਹੈ? ਹਉਮੈ ਦੀ ਗੱਲ ਚੱਲ ਰਹੀ ਹੈ, ਹਉਮੈ ਦੇ ਰੋਗ ਹੈ, ਦਾਰੂ ਵੀ ਇਸਮਾ ਹੈ। ਇਹ ਕਹਿ ਰਹੇ ਆ ਪੋਜ਼ਿਟਿਵ ਵੀ ਹਉਮੈ ਹੁੰਦੀ ਹੈ, ਨੈਗੇਟਿਵ ਵੀ ਹਉਮੈ ਹੁੰਦੀ ਹੈ। ਬਈ ਇਟਸ ਨਾਟ ਆਲਵੇਜ਼ ਅ ਬੈਡ ਆਈਡੀਆ ਟੂ ਟਾਕ ਅਬਾਊਟ ਐਗਜ਼ਿਸਟੈਂਸ ਆਫ ਹਉਮੈ। ਇਹ ਆਪਣੇ ਇਹਨਾਂ ਨੇ ਸਿੰਘਾਂ ਨੇ ਆਪਣੇ ਵਿਚਾਰ ਰੱਖੇ ਇਹਦੇ ਉੱਪਰ ਥਾਏ। ਬਾਕੀ ਗੱਲ ਇਹ ਹੈ ਵੀ ਇੱਕ ਹਉਮੈ ਜਿਹੜਾ ਦੀ ਇਹਨਾਂ ਨੇ ਗੱਲ ਕੀਤੀ ਹੈ ਨਾ, ਇੱਕ ਹਉਮੈ ਉਹ ਹੈ ਜਿੱਦਾਂ ਹਨਾ ਕਹਿ ਲਓ ਵੀ ਦੁਨੀਆ ਦੀ ਭੱਜ ਤੋਂ ਹਉਮੈ ਹੁੰਦੀ, ਮਗਰ ਉਹ ਆਪਣੇ ਆਪ ਨੂੰ ਇੱਕ ਆਤਮ ਵਿਸ਼ਵਾਸ ਪੈਦਾ ਕਰਨਾ ਹੁੰਦਾ ਗੁਰੂ ਦੇ ਨਾਲ। ਇਹ ਆਤਮ ਵਿਸ਼ਵਾਸ ਕਹਿ ਸਕਦੇ ਜਿਹਨੂੰ ਇਹ ਸੱਚੀ ਹਉਮੈ ਕਹਿੰਦੇ ਆ ਨਾ। ਇੱਕ ਆਦਮੀ ਦੇ ਅੰਦਰ ਸੈਲਫ ਕੌਨਫੀਡੈਂਸ ਹੋਣਾ, ਉਹ ਹਉਮੈ ਨਹੀਂ ਹੁੰਦੀ ਵੈਸੇ, ਤੇ ਉਹ ਇੱਕ ਆਤਮ ਵਿਸ਼ਵਾਸ ਹੁੰਦਾ। ਤੇ ਇੱਕ ਜਿਹੜਾ ਇੱਕ ਝੂਠਾ ਹੀ ਵਿਸ਼ਵਾਸ ਦੂਜਿਆਂ ਤੇ ਕਰੀ ਜਾਣਾ, ਭਾਵੇਂ ਉਹਨਾਂ ਕੋਲੋਂ ਹੌਸਲਾ ਮਿਲੇ ਚਾਹੇ ਨਾ ਮਿਲੇ। ਜਿੱਦਾਂ ਕਿਸੇ ਨੇ ਆਪਣੇ ਜ਼ਮੀਨ ਦਾ ਜਿਹੜਾ ਹੰਕਾਰ ਕਰਨਾ, ਕਿਸੇ ਨੇ ਆਪਣੀ ਭੂਮੀ ਦਾ ਅਧਿਕਾਰ ਕਰਨਾ, ਕਿਸੇ ਨੇ ਪੁੱਤਾਂ ਦਾ ਅਧਿਕਾਰ ਕਰਨਾ, ਜੋ ਸਾਡੇ ਵਿੱਚ ਆਮ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਕਿਸੇ ਨੇ ਆਪਣੇ ਰੂਪ ਦਾ ਹੰਕਾਰ ਕਰਨਾ। ਇਹ ਜਿਹੜਾ ਰੋਗ ਹੈ ਨਾ, ਇਹ ਅਸਲ ਚ ਇਹਨੂੰ ਦੀਰਘ ਰੋਗ ਕਿਹਾ ਹੈ। ਕਿਉਂਕਿ ਆਦਮੀ ਟਾਈਮ ਬਾਈ ਟਾਈਮ ਜਿਹੜਾ ਹੈਗਾ, ਕੋਈ ਜਦੋਂ ਬਚਪਨ ਚ ਹੁੰਦਾ ਤੇ ਉਹ ਆਪਣੀਆਂ ਖੇਡਾਂ ਦੇ ਨਾਲ ਪਿਆਰ ਕਰਦਾ, ਕਿਸੇ ਨੂੰ ਆਪਣੀ ਜਵਾਨੀ ਦਾ ਹੰਕਾਰ ਹੁੰਦਾ,
ਫਿਰ ਥੋੜਾ ਸਮਾਂ ਪੈਂਦਾ, ਫਿਰ ਉਹ ਆਪਣੇ ਬੱਚਿਆਂ ਦਾ ਹੰਕਾਰ ਕਰਨਾ ਪੈਂਦਾ, ਫਿਰ ਜਦੋਂ ਥੋੜਾ ਜ਼ਿਆਦਾ ਕਮਾ ਲੈਂਦਾ ਫਿਰ ਆਪਣੇ ਪਰਿਵਾਰ ਦਾ ਹੰਕਾਰ। ਇਹ ਹੰਕਾਰ ਅਸਲ ਦੇ ਵਿੱਚ ਇਹ ਹੰਕਾਰ ਦਾ ਜਿਹੜਾ ਰੂਪ ਆ ਨਾ, ਇਹ ਜਿਹੜਾ ਰੂਪ ਆ ਇਹ, ਕਿਉਂਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਸਾਡੇ ਜੀਵਨ ਦੇ ਵਿੱਚ ਜਿਹੜਾ ਨਾ ਇੱਕ ਇਲਾਕੀ ਤੌਰ ਦੇ ਉੱਤੇ ਅਸੀਂ ਦੂਜੇ ਤੇ ਡੋਮੀਨੇਟ ਜਦੋਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਮੈਂ ਤਕੜਾ, ਤੂੰ ਮੇਰੇ ਸਾਹਮਣੇ ਕੀ ਹੈ, ਤੇ ਫਿਰ ਉਹ ਜਿਹੜੀ ਚੀਜ਼ ਜਿਹੜੀ ਉਹ ਗਲਤ ਹੋ ਜਾਂਦੀ ਹੈ। ਤੇ ਉਹ ਇੱਕ ਤਰ੍ਹਾਂ ਦਾ ਰੋਗ ਹੈ, ਬਹੁਤ ਵੱਡਾ ਰੋਗ ਹੈ, ਜਿਹੜਾ ਦੂਸਰੇ ਨੂੰ ਜਿਹੜਾ ਹਨਾ ਅਸੀਂ ਇਹ ਜਿਹੜੀ ਚੀਜ਼ ਕਰਦੇ ਹਾਂ। ਤੇ ਇਸ ਕਰਕੇ ਭਗਤ ਕਬੀਰ ਜੀ ਨੇ ਇਹ ਚੀਜ਼ ਨੂੰ ਵਿੱਚ ਕਿਹਾ ਵੀ ਮਾਣ ਮੁਨੀ ਮੁਨ ਵਰਤਲੇ ਮਾਣ ਸਭੇ ਕੋ ਖਾਏ। ਇਹੋ ਜਿਹਾ ਜਿਹੜਾ ਮਾਣ ਹੈ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ, ਜਿਹੜੇ ਆਪਣੇ ਆਪ ਨੂੰ ਤਪੀ ਯੋਧੇ ਵਾਲੀ ਕਹਾਉਂਦੇ ਆ ਨਾ, ਫਿਰ ਉਹਨਾਂ ਨੂੰ ਵੀ ਜਿਹੜਾ ਹੈਗਾ ਇਹ ਖਤਮ ਕਰ ਦਿੰਦਾ। ਤੇ ਜਿਹੜੇ ਹੰਕਾਰ ਦੀ ਜਿਹੜੀ ਸੱਚੀ ਉਹਦੀ ਗੱਲ ਕੀਤੀ ਹੈ ਵੀ ਚੰਗੀ ਹਉਮੈ ਹੁੰਦੀ, ਚੰਗੀ ਹਉਮੈ ਦਾ ਮਤਲਬ ਇਹ ਹੈ ਵੀ ਆਪਣੇ ਜਿਹੜਾ ਸੈਲਫ ਕੌਨਫੀਡੈਂਸ ਜਿਹੜਾ ਸਾਨੂੰ ਗੁਰੂ ਨੇ ਹੀ ਬਖਸ਼ਿਆ, ਕਿਉਂਕਿ ਉਹਦੀ ਬਾਣੀ ਦੇ ਵਿੱਚੋਂ, ਉਹਦੀ ਸਿੱਖਿਆ ਦੇ ਵਿੱਚੋਂ ਜਦੋਂ ਉਹਦੇ ਅਸੀਂ ਗੁਣ ਧਾਰਨ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਚੀਜ਼ ਪੈਦਾ ਹੁੰਦੀ ਆ। ਤੇ ਇਹ ਹਉਮੈ ਇੱਕ ਹਉਮੈ ਦੀ ਸ਼ੇਪ ਨਹੀਂ, ਇੱਕ ਆਤਮ ਵਿਸ਼ਵਾਸ ਦੀ ਗੱਲ ਹੁੰਦੀ ਹੈ ਜਿਹੜੀ ਗੁਰੂ ਦੇ ਸਿੱਖ ਨੂੰ ਗੁਰੂ ਦੀ ਸਿੱਖਿਆ ਤੋਂ ਪ੍ਰਾਪਤ ਹੁੰਦੀ ਹੈ। ਮੇਰਾ ਇਹਦੇ ਬਾਰੇ ਇਹ ਕਹਿਣਾ। ਥੈਂਕ ਯੂ। ਗੋਇੰਗ ਬੈਕ ਟੂ ਗਿਆਨੀ ਸੱਚਾ ਸਿੰਘ ਜੀ ਸਰ, ਮੈਂ ਨਾ ਜੀ ਬੇਨਤੀ ਇੱਕ ਨੰਬਰ ਪਹਿਲੇ ਤੇ ਇੱਕ ਤੇ ਨੰਬਰ ਇਹ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ 1430 ਪੰਨੇ ਹੀ ਸਾਰਿਆਂ ਦੇ ਵਿੱਚੋਂ ਹਉਮੈ ਲੱਭ ਲਈ। ਗੱਲ ਹੋ ਰਹੀ ਸੀ ਸਿਰਫ ਹਉਮੈ ਦੀਰਘ ਰੋਗ ਹੈ ਦਾਰੂ ਵੀ ਸਮਾਏ ਉਹਦੀ ਗੱਲ, ਠੀਕ ਹੈ ਜੀ। ਇੱਥੇ ਸਿੱਖਿਆ ਬਹੁਤ ਵੱਡੀ ਆ ਜਾਂਦੀ ਆ ਜੀ, ਜੇ ਅਸੀਂ ਇੱਕੋ ਲਿਤਰੇ ਸ਼ਬਦ ਲੈ ਕੇ ਨਾ, ਜੀ ਸਕੈਟਰਡ ਸ਼ਬਦ ਲੈ ਕੇ ਪੁਰਾਣੇ ਮਹਾਂਪੁਰਖ ਨੇ ਆ ਕਿਹਾ, ਪੁਰਾਣੇ ਗੁਰੂ ਮਹਾਰਾਜ ਨੇ ਆ ਕਿਹਾ, ਇਹ ਨਹੀਂ ਹੈ ਗੱਲ। ਗੱਲ ਸਿਰਫ ਹੈਗੀ ਕਿ ਕਿਸ ਕੌਨਟੈਕਸਟ ਦੇ ਵਿੱਚ ਇੱਥੇ ਗੱਲ ਹੋ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰੂ ਅੰਗਦ ਦੇਵ ਜੀ, ਇੱਥੇ ਕੌਨਟੈਕਸਟ ਕੀ ਆ ਤੇ ਇੱਥੇ ਇਹਦਾ ਮਤਲਬ ਕੀ ਆ ਹਉਮੈ ਦਾ, ਇਹ ਸਮਝਣ ਵਾਲੀ ਗੱਲ ਹੈ। ਜਿੱਥੇ ਮੈਂ ਗੱਲ ਜਿਹੜੀ ਕੀਤੀ ਸੀ ਉਹੀ ਮੈਂ ਹੁਣ ਤੁਹਾਡੇ ਨਾਲ ਫਿਰ ਕਰਦਾ। ਇਹ ਜਿਹੜਾ ਸ਼ਬਦ ਆਸਾ ਦੀ ਵਾਰ ਦੇ ਵਿੱਚ, ਠੀਕ ਹੈ ਜੀ, 7ਵੀਂ ਪੌੜੀ ਦੇ ਨਾਲ ਜੁੜਿਆ ਹੋਇਆ ਪਹਿਲਾ ਸ਼ਲੋਕ ਗੁਰੂ ਨਾਨਕ ਦੇਵ ਜੀ ਦਾ, ਉਹ ਵੀ ਦੇਖ ਲਓ। ਉਹਦੇ ਵਿੱਚ ਕਿਹਾ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਸੋ ਨੰਬਰ 1 ਤੇ ਜੇ ਹਉ ਦੀ ਸਮਝ ਲੱਗ ਗਈ, ਹਉ ਕੀ ਹੈ? ਆਪਣੀ ਹਸਤੀ ਨੂੰ ਕਾਇਮ ਕਰ ਲੈਣਾ। ਆਪਣੀ ਹਸਤੀ ਨੂੰ ਕਾਇਮ ਕਰਨੇ ਦਾ ਮਤਲਬ ਕੀ ਹੈ? ਇਟ ਡਜ਼ ਨਾਟ ਮੈਟਰ ਕਿ ਮੈਂ ਆਪਣੇ ਭਰਾ ਦੇ ਨਾਲੋਂ ਆਪਣੀ ਹਸਤੀ ਕਾਇਮ ਕਰ ਲਈ, ਉਹ ਤੇ ਹੈਗੀ ਹੈ, ਉਹ ਤੇ ਬਣ ਗਈ ਹੈ। ਜਦ ਮੈਂ ਪੈਦਾ ਦੂਜੇ ਨੰਬਰ ਆਪਣੇ ਭਰਾ ਤੋਂ ਪਹਿਲੇ ਨੰਬਰ ਤੇ ਹੋ ਗਿਆ, ਤੇ ਹਸਤੀ ਤੇ ਕਾਇਮ ਹੋ ਗਈ ਅੱਡ। ਜਿਸ ਵੇਲੇ ਹਉ ਦੀ ਗੱਲ ਆਉਂਦੀ ਹੈ, ਉੱਥੇ ਹਸਤੀ ਦਾ ਮਤਲਬ ਹੈ ਕਿ ਜਿਸ ਵੇਲੇ ਮੈਂ ਸਮਝ ਲਿਆ ਕਿ ਮੈਂ ਪ੍ਰਮਾਤਮਾ ਨਾਲੋਂ ਅੱਡ ਹਾਂ, ਇੱਕ ਓੰਕਾਰ, ਜਦੋਂ ਮੈਂ ਇੱਕ ਦੇ ਕਨਸੈਪਟ ਦੇ ਨਾਲੋਂ ਟੁੱਟ ਗਿਆ, ਉੱਥੇ ਉਸ ਆਪਣੀ ਹਸਤੀ ਕਰਨੇ ਨੂੰ ਗੁਰੂ ਮਹਾਰਾਜ ਹਉ ਮੈਂ ਸਿਰਫ ਆਪਣੀ ਵੱਖਰੀ ਹਸਤੀ ਦਾ ਖਿਆਲ। ਔਰ ਇਹ ਜਿਸ ਵੇਲੇ ਖਿਆਲ ਬਣ ਜਾਂਦਾ, ਪੱਕ ਜਾਂਦਾ ਅੰਦਰ, ਤੇ ਫਿਰ ਗੁਰੂ ਮਹਾਰਾਜ ਕਹਿੰਦੇ ਕਿ ਫਿਰ ਇਨਸਾਨ ਜੰਮਦਾ ਵੀ, ਮਰਦਾ ਵੀ, ਲੈਂਦਾ ਵੀ, ਦਿੰਦਾ ਵੀ, ਦਾਨ ਪੁੰਨ ਵੀ ਕਰਦਾ, ਸਾਰਾ ਕੁਛ ਦਾ ਸਾਰਾ ਕੁਛ ਅਹਮ ਦੇ ਵਿੱਚੋਂ ਕਰੀ ਜਾਂਦਾ ਕਿ ਮੈਂ ਕਰ ਰਿਹਾ, ਪ੍ਰਮਾਤਮਾ ਨੂੰ ਭੁੱਲ ਜਾਂਦਾ। ਇਹ ਮੈਂ ਸ਼ਾਰਟ ਦੇ ਵਿੱਚ ਜਾ ਰਿਹਾ। ਇਹਦੇ ਨਾਲ ਰਿਲੇਟਡ ਜਿਹੜਾ ਨਾਲ ਹੀ ਲੱਗਾ ਹੋਇਆ ਦੂਸਰਾ ਸ਼ਬਦ ਹੈ ਪਹਿਲਾ, ਦੂਜਾ, ਜਿਹਦੇ ਵਿੱਚ ਜਿਹਦੀ ਗੱਲ ਤੁਸੀਂ ਕੀਤੀ ਸੀ, ਦੋਨਾਂ ਦਾ ਇੱਕੋ ਜਿਹਾ ਮੀਨਿੰਗ ਹੋਣਾ ਨਾ ਜੀ, ਤਾਂ ਹੀ ਗੁਰੂ ਅਰਜਨ ਦੇਵ ਜੀ ਰੱਖਿਆ ਨਾ। ਉਹ ਕਹਿੰਦੇ ਕਿ ਹਉਮੈ ਇਹ ਜਾਤ ਹੈ, ਹਉਮੈ ਦਾ ਇਹ ਸੁਭਾਅ ਹੈ, ਇਹ ਲੱਛਣ ਹੈ। ਜਾਤ ਦਾ ਮਤਲਬ ਲੱਖਣ ਇਹ ਹੈ ਕਿਹੜਾ? ਕਿ ਹਉਮੈ ਕਰੋ ਕਮਾਏ। ਇਹਦਾ ਸੁਭਾਅ ਇਹ ਹੈ ਕਿ ਜਿਸਲੇ ਇਨਸਾਨ ਨੇ ਆਪਣੀ ਹਸਤੀ ਜਿਹੜੀ ਨਾ ਅੱਡ ਕਾਇਮ ਕੀਤੀ, ਉਸ ਤੋਂ ਬਾਅਦ ਉਹਨੇ ਜੋ ਕੁਛ ਵੀ ਕਰਨਾ ਉਹ ਆਪਣੇ ਅਹਮ ਦੇ ਵਿੱਚੋਂ, ਹੰਕਾਰ ਦੇ ਵਿੱਚੋਂ ਹੀ ਕਰਨਾ ਹੁੰਦਾ ਹੈ। ਇਹ ਹੰਕਾਰ ਦਾ ਸੁਭਾਅ ਹੈ। ਹਉਮੈ ਇਹੀ ਬੰਧਨਾ ਫਿਰ ਜੋਨੀ ਪਾਏ। ਬਸ ਇਹਦੇ ਬੰਧਨ ਵੀ ਇਹੀ ਹੈ ਕਿ ਇਨਸਾਨ ਫਿਰ ਸਾਈਕਲ ਦੇ ਵਿੱਚ ਭਟਕਦਾ ਹੀ ਰਹਿ ਜਾਂਦਾ। ਕਿੱਥੋਂ ਉਪਜਦੀ ਆ ਪਤਾ ਨਹੀਂ ਲੱਗਦਾ, ਕਿਸ ਤਰੀਕੇ ਦੇ ਨਾਲ ਜਾਂਦੀ ਹੈ ਸਮਝ ਨਹੀਂ ਆਉਂਦੀ। ਇਹੋ ਹੀ ਹੁਕਮ ਹੈ ਕਿ ਪਿਆ ਕਿਰਤ ਫਰਾਹੇ। ਫਿਰ ਐਉਂ ਲੱਗਣ ਲੱਗ ਪੈਂਦਾ ਕਿ ਜਿਵੇਂ ਪ੍ਰਮਾਤਮਾ ਦਾ ਇਹਦੇ ਉੱਪਰ ਹੁਕਮ ਲੱਗ ਗਿਆ ਕਿ ਇਹਨੇ ਹੰਕਾਰ ਦੇ ਵਿੱਚ ਹੀ ਫਿਰਨਾ। ਪਰ ਨਾਲ ਗਾਂ ਹੁਣ ਅਗਲੀ ਜਿਹੜੀ ਗੱਲ ਹੈ ਉਹ ਕਮਾਲ ਦੀ ਹੈ। ਉਹ ਜਿਹੜੀ ਤੁਸੀਂ ਗੱਲ ਕੀਤੀ ਸੀ ਉਹ ਹੈਗੀ ਕਿ ਹਉਮੈ ਦੀਰਘ ਰੋਗ ਹੈ। ਦੀਰਘ ਰੋਗ ਦਾ ਮਤਲਬ ਹੁੰਦਾ ਜੀ ਕ੍ਰੋਨਿਕਲ ਡਿਜ਼ੀਜ਼, ਜਿਹਦਾ ਇਲਾਜ ਸੱਜ ਕੀਤਾ ਕੋਈ ਹੈ ਹੀ ਨਹੀਂ। ਠੀਕ ਹੈ ਜੀ, ਦੀਰਘ ਰੋਗ ਹੈ। ਪਰ ਇਹ ਗੁਰੂ ਮਹਾਰਾਜ ਜੀ ਕਹਿ ਰਹੇ ਆ, ਕਹਿੰਦੇ ਕਿ ਇਹ ਇਲਾਜ ਜਿਹੜਾ ਇਹ ਲਾ ਇਲਾਜ ਨਹੀਂ, ਇਹ ਬਿਮਾਰੀ ਲਾ ਇਲਾਜ ਨਹੀਂ ਹੈ। ਇਹਦਾ ਇਲਾਜ ਹੈ ਦਾਰੂ ਪੀ ਸਮਾਹੇ। ਇਹਦਾ ਮਤਲਬ ਦਾਰੂ ਵੀ ਸਮਾਹੇ ਦਾ ਮਤਲਬ ਹੈ ਕਿ ਇਹਦੇ ਵਿੱਚ ਜੇਕਰ ਹੰਕਾਰ ਹੈ ਵੀ ਆ ਤੇ ਮਤ ਸੋਚੋ ਕਿ ਇਹ ਪੱਕਾ ਹੀ ਲੱਗ ਗਿਆ ਤੁਹਾਡੇ ਜੀਵਨ ਦੇ ਵਿੱਚ, ਇਹ ਕਦੇ ਹਟ ਨਹੀਂ ਸਕਦਾ। ਇਹ ਹਟ ਸਕਦਾ ਹੈ, ਪਰ ਉਹਦੇ ਵਾਸਤੇ ਤੁਹਾਨੂੰ ਚਾਹੀਦੀ
ਗੁਰੂ ਦੀ ਕਿਰਪਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇਹ ਇਲਾਜ ਹੈ, ਇਸ ਬਿਮਾਰੀ ਦਾ ਇਲਾਜ ਹੈ। ਇਹ ਲਾ ਇਲਾਜ ਬਿਮਾਰੀ ਨਹੀਂ, ਪੱਕਾ ਰੋਗ ਜੂਰ ਦੀਰਘ ਰੋਗ ਹੈ, ਜੂਰ ਹੈ। ਜਿਸ ਤਰ੍ਹਾਂ ਜਿਹੜਾ ਪਹਿਲਾਂ ਬੇਨਤੀ ਕੀਤੀ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖ ਦਾਰੂ ਹੈ ਲੇਕਿਨ ਸੁੱਖ ਵੀ ਇਹਦੇ ਵਿੱਚ ਹੈ, ਦਾਰੂ ਵੀ ਇਸ ਮਾਹੇ ਹਉਮੈ ਦੀਰਘ ਰੋਗ ਹੈ। ਨਾਨਕ ਕਹੈ ਸੁਣੋ ਜਨੋ ਦੁਖ ਸੰਜਮ ਦੁੱਖ ਜਾਏ। ਇਹ ਇੱਕ ਤਰੀਕਾ ਹੈ, ਇਹ ਇੱਕ ਨਿਯਮ ਹੈ ਜਿਸ ਦੇ ਅਧੀਨ ਤੁਹਾਡਾ ਹਉਮੈ ਦਾ ਰੋਗ ਜਾ ਸਕਦਾ। ਕਿਹੜਾ? ਉਹ ਹੈ ਕਿਰਪਾ ਵਾਹਿਗੁਰੂ ਦੀ, ਉਹ ਹੈ ਸ਼ਬਦ ਦੀ ਕਿਰਪਾ, ਸ਼ਬਦ ਦਾ ਗਿਆਨ, ਤੇ ਉਹਦੇ ਵਿੱਚ ਜੀਣ ਦੀ ਕੋਸ਼ਿਸ਼ ਕਰੋ। ਇਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਸ਼ਬਦ ਇਹਦੇ ਨਾਲ ਦੀ ਪੌੜੀ ਵੀ ਹੈ, ਉਹਦਾ ਵੀ ਅਰਥ ਹੋਈ ਹੈ, ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਜਿਹੜੇ ਵੀ ਸੰਤੋਖੀ ਇਨਸਾਨ ਹੈ ਨਾ, ਉਹ ਇੱਕੋ ਹੀ ਇੱਕ ਪਰਮਾਤਮਾ ਨੂੰ ਸਿਮਰਦੇ ਆ, ਕਿਉਂਕਿ ਹਉਮੈ ਦੀਰਘ ਰੋਗ ਨੂੰ ਕੱਟਣਾ ਹੈ। ਪਰਮਾਤਮਾ ਦੀ ਸੇਵਾ ਉਹੀ ਕਰਦੇ ਆ। ਤੁਸੀਂ ਕਦੇ ਮੰਦੇ ਕੰਮ ਦੇ ਨੇੜੇ ਨਹੀਂ ਜਾਂਦੇ, ਮੰਦੇ ਪੈਰ ਨਾ ਰੱਖਿਓ। ਕਰ ਸੋ ਕ੍ਰਿਤ ਕਰਦੇ ਹਨ, ਇਹ ਧਰਮ ਦੀ ਕਮਾਈ ਕਰਦੇ ਹਨ। ਦੁਨੀਆ ਦੇ ਬੰਧਨ ਤੋੜ ਦਿੰਦੇ ਹਨ। ਅੰਨ ਪਾਣੀ ਛਕਣੇ ਦੇ ਵਿੱਚ ਮਸਤ ਨਹੀਂ ਹੁੰਦੇ, ਥੋੜਾ ਖਾਂਦੇ। ਇਹਦਾ ਮਤਲਬ ਇਹ ਨਹੀਂ ਕਿ ਕੁਆਂਟੀਟੀ ਥੋੜੀ ਕਰਨੀ ਦਾ ਮਤਲਬ ਨਹੀਂ, ਤੇ ਕੋਈ ਵੀ ਹੈਗਾ। ਇਹਦਾ ਮਤਲਬ ਇਹ ਹੈ ਕਿ ਉਹ ਅੰਨ ਪਾਣੀ ਦੇ ਖਾਣ ਦੇ ਵਿੱਚ ਹੀ ਰੁੱਝੇ ਨਹੀਂ ਰਹਿੰਦੇ। ਇਸ ਤਰੀਕੇ ਦੇ ਨਾਲ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਸੀ, ਇਹਦਾ ਜਿਹੜਾ ਰਿਲੇਸ਼ਨ ਹੈ ਉਸੇ ਤਰ੍ਹਾਂ ਦਾ ਬਣਦਾ ਜਿਸ ਤਰ੍ਹਾਂ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਇਹ ਜਿਹੜਾ ਪੂਰੇ ਸ਼ਬਦ ਦਾ ਜਿਹੜਾ ਨਿਚੋੜ ਇਹ ਆ ਜਾਂਦਾ। Thank you. I appreciate that clarification. ਅੱਛਾ, now I'm going to move on to ਕਿ ਬਈ ਸਾਡੇ ਇਸ ਤੋਂ ਇਲਾਵਾ ਇਹ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਇੱਕ ਤਾਂ ਦਾ ਸਵਾਲ ਜਵਾਬ ਦੋਵੇਂ ਕਰਕੇ ਵੀ ਸ਼ਬਦਾਂ ਦਾ ਮਤਲਬ ਬਈ someone wants to comment on that? ਡਾਕਟਰ ਸਾਹਿਬ ਮੈਂ ਇਜਾਜ਼ਤ ਦਿਓ, ਤੁਸੀਂ ਕਹਿ ਰਹੇ ਤੁਹਾਡਾ ਓਪੀਨੀਅਨ ਡਿਫਰੈਂਟ ਹੈ ਇਹਦੇ ਨਾਲੋਂ। could you please clarify your own opinion on that? ਹਉਮੈ ਦੀ ਗੱਲ ਜੋ ਚੱਲ ਰਹੀ ਹੈ, ਹਾਂਜੀ, ਜੋ ਹਉਮੈ ਦੀ ਗੱਲ ਪਹਿਲਾਂ ਕੀਤੀ ਹੈ, ਤੁਹਾਡਾ ਕੀ ਵਿਚਾਰ ਹੈ ਉਸ ਪਰ? ਮੇਰਾ ਵਿਚਾਰ ਮੇਰਾ I believe ਕਿ ਵੀ ਜਿਹੜਾ ਜੀ ਕੰਟੈਕਸਟ ਜਿਹੜਾ ਨਾ ਹਉਮੈ ਦੀ ਜਿਹੜੀ ਕੰਟੈਕਸਟ ਹੈ, ਉਹ ਜਿਵੇਂ ਭਾਈ ਸੁੱਚਾ ਸਿੰਘ ਨੇ ਬਿਆਨ ਕੀਤੀ ਹੈ, ਉਹ ਸ਼ਬਦ ਦੇ ਨਾਲ ਇਟ ਮੇਕਸ ਮੀ ਮੋਰ ਸੈਂਸ ਪਰਸਨਲ ਲੈਵਲ ਤੇ। ਪਰ ਜਿਹੜੀ ਦੂਜੇ ਪਾਸੇ ਹੈ ਨਾ, ਉਹ ਇਹ ਆ ਜਿਵੇਂ ਹੁਣ ਕੁੱਤੇ ਦੀ ਮਿਸਾਲ ਹੈ। ਕੁੱਤੇ ਦੀ ਮਿਸਾਲ ਜਿਹੜੀ ਆ, ਉਹ ਕਹਿੰਦੇ ਆ ਵੀ ਉਸ ਤੋਂ ਕਿੰਨਾ ਫੇਥਫੁਲ ਹੁੰਦਾ ਮਾਸਟਰ ਆਪਣੇ। ਉਹੀ ਕੁੱਤਾ ਜਿਹੜਾ ਕਹਿੰਦੇ ਆ ਵੀ ਉਹਦੀ ਪੂਛ 16 ਸਾਲ ਰੱਖਦੇ ਬੰਦ ਕਰਕੇ ਬਿੰਗੀ ਦੀ ਬਿੰਗੀ ਰਹਿੰਦੀ ਹੈ। ਇਟ ਆਲ ਡਿਪੈਂਡਸ ਕਿਸ ਕੰਟੈਕਸਟ ਗੱਲ ਹੋ ਰਹੀ ਹੈ। ਬਟ ਆਈ ਥਿੰਕ ਇਹ ਕੰਟੈਕਸਟ ਜਿਵੇਂ ਇਹਨਾਂ ਨੇ ਐਕਸਪਲੇਨ ਕੀਤੀ ਹੈ, ਇਟ ਅਪੀਲਸ ਟੂ ਮੀ ਮੋਰ in this context. ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਦੇ ਗਲਤ ਨੇ, ਪਰ they have a different context ਉਹਨਾਂ ਦੇ ਵਿੱਚ। That's how I view it. ਠੀਕ ਹੈ, ਧੰਨਵਾਦ ਜੀ, thank you. ਇੱਥੇ ਮੈਂ ਐਡ ਕਰਨਾ ਚਾਹਾਂਗਾ ਜੀ। ਹਾਂਜੀ ਕਰੋ। ਜੋ ਗੁਰਬਾਣੀ ਦਾ ਜਿਹੜਾ ਸ਼ਬਦ ਹੈ, ਗੁਰ ਕਾ ਸ਼ਬਦ ਕਮਾਏ, ਗੁਰੂ ਦੀ ਜੀਵਨ ਜਾਂਚ। ਸ਼ਬਦ ਕੀ ਹੈ? ਗੁਰੂ ਦੀ ਜੀਵਨ ਜਾਂਚ। ਹਰ ਸ਼ਬਦ ਜਿਹੜਾ ਹੈ ਉਹ ਗੁਰੂ ਦਾ ਮਾਰਗ ਦੱਸਦਾ ਹੈ, ਤੇ ਜਦੋਂ ਗੁਰੂ ਦੇ ਸ਼ਬਦ ਨੂੰ ਕਮਾਇਆ ਜਾਏਗਾ, ਭਾਵ ਆਪਣੇ ਜੀਵਨ 'ਚ ਲਾਗੂ ਕੀਤਾ ਜਾਏਗਾ, ਤਾਂ ਫਿਰ ਉਹ ਸੰਜਮ ਮਿਲੇਗਾ। ਗੁਰੂ ਦੇ ਸ਼ਬਦ ਵਿੱਚ ਜਿਹੜਾ ਸੰਜਮ ਹੈ, ਜੋ ਜੀਵਨ ਜਾਂਚ ਮਿਲੇਗੀ, ਉਹ ਹਉਮੈ ਨੂੰ ਖਤਮ ਕਰੇਗੀ। ਹਉਮੈ, ਮੈਂ ਫਿਰ ਬੇਨਤੀ ਕਰਦੇ ਹਾਂ, ਹਉਮੈ ਹਰ ਇਨਸਾਨ ਵਿੱਚ ਰਹਿੰਦੀ ਹੈ, ਪਰ ਇੱਕ ਹਉਮੈ ਉਹ ਸੰਸਾਰ ਦੀ ਸੇਵਾ ਵਿੱਚ ਲੱਗ ਜਾਂਦੀ ਹੈ। ਦਰਅਸਲ ਜਿਹੜਾ ਗੁਰਬਾਣੀ ਹੈ ਨਾ, ਜਿਵੇਂ ਉਹ ਆਉਂਦਾ ਕਿ ਬਲਿਹਾਰੀ ਗੁਰੇ ਆਪਣੇ ਦੇਵੜੀ ਸਰਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਜਦੋਂ ਮਨੁੱਖ ਹੈ ਉਹ ਹਉਮੈ ਵਿੱਚ ਹੈ, ਪਰ ਜਦੋਂ ਮਨੁੱਖ ਦੀ ਟ੍ਰਾਂਸਫਰਮੇਸ਼ਨ ਹੋ ਜਾਣੀ ਹੈ, ਉਹ ਡਿਵਾਈਨ ਬਣ ਜਾਣਾ, ਉਹ ਡਿਵਿਨਿਟੀ ਦਾ ਰੂਪ ਹੋ ਜਾਣਾ। ਉਸ ਨੇ ਮੂਲ ਪਛਾਣ ਕੇ ਰੱਬ ਨੂੰ ਰਿਪਰੈਜ਼ੈਂਟ ਕਰਨਾ ਹੈ। ਦੁਨੀਆ ਵਿੱਚ ਇੱਕ ਮਨੁੱਖ ਜਿਹੜਾ ਉਹ ਆਪਣੇ ਮੂਲ ਨੂੰ ਪਛਾਣ ਕੇ ਰੱਬ ਦਾ ਰਿਪਰੈਜ਼ੈਂਟੇਟਿਵ ਬਣਦਾ ਹੈ, ਉਹ ਰੱਬ ਦਾ ਏਜੰਟ ਬਣਦਾ ਹੈ। ਉਹਦੇ ਤੇ ਰੱਬ 'ਚ ਭੇਦ ਨਹੀਂ ਹੁੰਦਾ। ਇਸ ਕਰਕੇ ਹਉਮੈ ਨੂੰ ਗਵਾਉਣ ਦਾ ਢੰਗ ਗੁਰੂ ਦੇ ਸ਼ਬਦ ਦੇ ਵਿੱਚ ਜੋ ਸੰਜਮ ਹੈ, ਜੋ ਜੀਵਨ ਜਾਂਚ ਹੈ, ਉਸ ਨੂੰ ਅਪਣਾਉਣਾ ਹੈ। ਤੇ ਉਹ ਹਉਮੈ ਦੀ ਜਿਹੜੀ ਬਿਊਟੀਫੁਲ ਹਉਮੈ, ਉਹ ਸੁੰਦਰ ਹਉਮੈ, ਉਹ ਉਸਾਰੂ ਹਉਮੈ, ਉਹ ਡਿਵਾਈਨ ਹਉਮੈ ਬਣ ਕੇ
ਤੇ ਸੰਸਾਰ ਦਾ that's where I- ਰਿਪਰੈਜ਼ੈਂਟ ਕਰੇਗਾ ਮਨੁੱਖ। That's ਨਹੀਂ, where ਨਹੀਂ Dr. Basu, ਫਿਰ ਉਹ ਹੋਮੇ ਰਹੇਗੀ, Dr. ਫਿਰ ਉਹ Basu, ਹੋਮੇ ਨਹੀਂ ਰਹਿ ਜਾਂਦੀ ਨਾ ਜਦੋਂ ਇਹ ਹੋਮੇ ਨਹੀਂ ਰਹਿੰਦੀ ਉਸ ਟ੍ਰਾਂਸਫਾਰਮ ਵਕਤ। ਉਸ ਵਕਤ ਇਸ ਨੂੰ- ਹੋਮੇ ਰਹਿ ਹੀ ਨਹੀਂ ਜਾਂਦੀ। ਉਸ ਸਰ, ਵਕਤ ਮੈਂ ਉਹ ਇੱਕ ਗੱਲ ਦੱਸਾਂ? ਟ੍ਰਾਂਸਫਾਰਮ ਹੋ ਗਿਆ, ਉਹ ਤੇ ਗੁਰੂ ਦੇ ਵਿੱਚ ਖਿੱਜਤ ਹੋ ਗਿਆ ਨਾ, ਉਸ ਵਕਤ ਹੋਮੇ ਰਹਿ ਹਾਂਜੀ ਨਹੀਂ ਬਿਲਕੁਲ ਜਾਂਦੀ। ਸਰ ਇੱਕ point Thank you. I agree with you. There's a limit. ਉਹਦੀ ਜਿਹੜੀ it is evaporated. It's transformed into seva. ਫਿਰ ਉਹ ਹਮੇ ਨਹੀਂ ਰਹੀ ਉਸ ਵਕਤ, ਉਸ ਤੋਂ ਬਾਅਦ then is no longer you can call it a beautiful home. When it was started, it was a home. ਜਦੋਂ ਟ੍ਰਾਂਸਫਾਰਮ ਹੋ ਗਈ, ਅੱਜ ਇੱਕ ਪ੍ਰਧਾਨ ਬਣ, ਜ਼ਿਲ੍ਹੇ ਪ੍ਰਧਾਨ ਬਣਿਆ, ਸਾਰਿਆਂ ਨੂੰ ਕਨਵਿੰਸ ਕੀਤਾ ਜੀ ਮੈਨੂੰ, ਪਰ ਉਸ ਲਈ ਹੋਮੇ ਸੀ ਉਹਦੇ ਚ, ਲੇਕਿਨ ਅਗਰ ਉਹ ਸੇਵਾ ਕਰਦੇ ਕਰਦੇ ਗੁਰੂ ਦੇ ਵਿੱਚ ਉਹਦੀ ਪੂਰੀ ਟ੍ਰਾਂਸਫਾਰਮੇਸ਼ਨ ਉਹਦੇ ਨਾਲ ਹੋਮੇ, ਫਿਰ ਹੋਮੇ ਖਤਮ ਹੋ ਜਾਂਦੀ ਹੈ, ਇਵੈਪੋਰੇਟ ਹੋ ਜਾਂਦੀ ਹੈ ਟੋਟਲ। ਉਸ ਵਕਤ ਉਹ ਹੋਮੇ ਰਹਿ ਹੀ ਨਹੀਂ ਜਾਂਦੀ। Thank you, ਹੋਮੇ ਭੈਣ ਦੀ ਜੀ। ਅਸੀਂ ਗੱਲ ਕਿਉਂ ਕਰ ਰਹੇ ਹਾਂ? ਜਿਸ ਵੇਲੇ ਟ੍ਰਾਂਸਫਾਰਮੇਸ਼ਨ ਹੋ ਗਈ, ਉਸ ਵੇਲੇ ਤੇ ਹੋਮੇ ਰਹਿੰਦੀ ਹੀ ਨਹੀਂ ਹੈ ਨਾ। Thank you, Ji. Thank you for your views. ਮੈਂ ਸਰ ਇੱਕ ਲਾਈਨ We have to move ਗੱਲ on. ਪੁਰਖ We ਮੈਂ have ਪੁਰਖ we spend a lot of time on home. ਸੰਗ ਜਾਗਾ ਮਿਟੇ ਆਪੇ ਮਨ। Let's go on to the. Let's ਤੁਸੀਂ go ਆਪਣੇ on to ਕੈਮਰੇ ਵੀ ਔਨ ਕਰੋ ਭੈਣ ਜੀ, ਤੇ ਰਜਿੰਦਰ ਸਿੰਘ ਜੀ ਆਪਣੇ ਕੈਮਰੇ ਵੀ ਔਨ ਕਰੋ ਜੀ, ਤੁਹਾਡੇ ਦਰਸ਼ਨ ਵੀ ਕਰੀਏ। ਤੇ ਗਿਆਨੀ ਧਰਮ ਸਿੰਘ ਜੀ ਆ ਜਰਾ ਐਕਸਪਲੇਨ ਕਰੋ ਥੋੜਾ ਜਿਹਾ ਸ਼ਬਦ ਜਿੱਥੇ ਆਉਂਦਾ ਹੈਗਾ ਸਵਾਲ ਜਵਾਬ ਦੋਵੇਂ ਕਰਿਆ ਆਉਂਦਾ ਨਾ ਇੱਕ ਸ਼ਲੋਕ ਦੇ ਵਿੱਚ ਮੁੰਡੋ ਕੁੱਤਾ ਜਾ ਸਲਾਮ ਜਵਾਬ ਹਾਂਜੀ। ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ। ਅਸਲ 'ਚ ਇਹੋ ਹੀ ਹਉਮੈ ਦਾ ਕਾਰਨ ਆ। ਹਾਂਜੀ ਤੇ ਗੱਲ ਇਹ ਆ ਵੀ ਸਾਰਿਆਂ ਦੇ ਆਪਣੇ ਆਪਣੇ, ਜਿਵੇਂ ਆਪ ਜੀ ਨੇ ਦੱਸਿਆ ਵੀ ਆਪਣੇ ਆਪਣੇ ਐਂਗਲ ਤੋਂ ਹਰ ਕੋਈ ਗੱਲ ਕਰ ਰਿਹਾ, ਉਹ ਆਪਣੇ ਹਿਸਾਬ ਨਾਲ ਸਾਰੇ ਠੀਕ ਆ, ਪਰ ਜਦੋਂ ਗੁਰਬਾਣੀ 'ਚ ਅਸੀਂ ਦੇਖਦੇ ਹਾਂ ਤੇ ਉੱਥੇ ਹਉਮੈ ਦਾ ਦੱਸਿਆ ਤੇ ਇਹੋ ਹੀ ਆ ਵੀ ਜਿੱਥੇ ਬੰਦੇ ਨੂੰ ਹਉਮੈ ਹੁੰਦੀ ਆ ਨਾ, ਉੱਥੇ ਉਹ ਆਪਣੇ ਬਾਰੇ ਗਲਤ ਗੱਲ ਨਹੀਂ ਸੁਣ ਸਕਦਾ ਵੀ ਕੋਈ ਕਿਸੇ ਦੀ ਨੁਕਤਾਚੀਨੀ ਕਰੇ, ਫਿਰ ਆਪਣੀ ਗੱਲ ਤੇ ਉਹ ਅੜਿਆ ਵੀ ਰਹਿੰਦਾ। ਤੇ ਜਦੋਂ ਹਉਮੈ ਖਤਮ ਹੁੰਦੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜੀਵਨ ਸਾਡੇ ਵਾਸਤੇ ਸਭ ਤੋਂ ਉੱਤਮ ਨਮੂਨਾ ਆ ਹਉਮੈ ਨੂੰ ਕਿਵੇਂ ਖਤਮ ਕੀਤਾ ਜਾਂਦਾ। ਕਿ ਜੇ ਅੱਧੀ ਰਾਤ ਨੂੰ ਗੁਰੂ ਜੀ ਪੁੱਛਦੇ ਵੀ ਟਾਈਮ ਕੀ ਹੋਇਆ, ਤੇ ਸਾਰੇ ਆਪਣੇ ਆਪਣੇ ਅੰਦਾਜ਼ੇ ਨਾਲ ਦੱਸਦੇ ਆ। ਤੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਜਾਂਦਾ, ਭਾਈ ਲਹਿਣਾ ਜੀ ਤੁਸੀਂ ਦੱਸੋ, ਤੇ ਉਹ ਕਹਿੰਦੇ ਮਹਾਰਾਜ ਮੈਂ ਕੀ ਦੱਸਾਂ, ਜਿੰਨੀ ਤੁਹਾਨੂੰ ਭਾਉਂਦੀ ਰਾਤ ਬੀਤ ਗਈ ਓਨੀ ਬੀਤ ਗਈ, ਤੇ ਜਿੰਨੀ ਤੁਹਾਨੂੰ ਭਾਉਂਦੀ ਰਹਿੰਦੀ ਓਨੀ ਰਹਿੰਦੀ ਆ, ਤੇ ਮੈਂ ਕੀ ਦੱਸਾਂ। ਤੇ ਇਸ ਕਰਕੇ ਹਉਮੈ ਦੇ ਵਿੱਚ ਤੇ ਇਹੋ ਹੀ ਆ ਕਿ ਮੈਂ ਨਹੀਂ ਕਿ ਸ਼ਾਹੋਂ ਨਹੀਂ ਕਿ ਸ਼ਾਹੇ ਨਾ ਮੋਰਾ ਵਾਲੀ ਗੱਲ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਚ ਅਸੀਂ ਪੜ੍ਹਦੇ ਹਾਂ ਆਪਣੇ ਆਪ ਨੂੰ, ਉਹ ਕਹਿੰਦੇ ਆ ਕਿ ਧਾਨਕ ਰੂਪ ਰਹਾ ਕਰਤਾਰ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਆਪਣੇ ਆਪ ਨੂੰ ਇਹੋ ਜਿਹੇ ਸ਼ਬਦ ਵਰਤ ਲੈਂਦੇ ਤੇ ਸਾਨੂੰ ਕੋਈ ਕਵੇ ਤੇ ਅਸੀਂ ਗਲਾ ਵੱਢਣ ਤੱਕ ਜਾਈਏ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੁਚਲ ਕਠੋਰ ਕਪਟ ਕਾਮੀ, ਜਿਉਂ ਜਾਣਾ ਤਿਉਂ ਤਾਰ ਸੁਆਮੀ। ਬਸ ਇਹ ਹਉਮੈ ਨੂੰ ਖਤਮ ਕਰਦਾ, ਤੇ ਜਦੋਂ ਇਹ ਸਮਝਿਆ ਜਾਏ ਮੈਂ ਸਿਆਣਾ, ਮੈਂ ਦਾਨੀ, ਮੈਂ ਪੁੰਨੀ, ਮੈਂ ਭਗਤ, ਤੇ ਉੱਥੇ ਹਉਮੈ ਦਾ ਰੂਪ ਆ। ਹਾਂਜੀ, ਥੈਂਕ ਯੂ ਜੀ, ਬਿਊਟੀਫੁਲ ਐਕਸਪਲੇਨੇਸ਼ਨ। ਅੱਛਾ ਇਹ ਤਾਂ ਹੋ ਗਿਆ ਆਪਣੇ ਟਾਕ ਅਬਾਊਟ ਹਉਮੈ ਰਿਲੇਟਡ ਥਿੰਗ। ਐਨੀ ਅਦਰ ਕਾਈਂਡ ਆਫ ਲੈਸਨ ਜਿਹੜੇ ਸਾਨੂੰ ਗੁਰੂ ਸਾਹਿਬ ਦੀ ਜੀਵਨੀ ਤੋਂ ਮਿਲਦੇ ਨੇ, ਕੋਈ ਬੰਦਾ ਸ਼ੇਅਰ ਕਰਨਾ ਚਾਹਵੇ ਤੇ ਪਲੀਜ਼ ਗੋ ਹੈਡ ਐਂਡ ਡੂ ਇਟ। ਹਾਂਜੀ ਸਰ, ਬੋਲ ਸਕਦਾ ਮੈਂ ਸਰ? ਹਾਂਜੀ ਹਾਂਜੀ ਸਰ, ਹਾਂਜੀ ਸਰ, ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਕਿਹਾ ਨਾ, ਗੁਰੂ ਸਾਹਿਬ ਦੀ ਜੀਵਨੀ ਬਾਰੇ ਇੱਕ ਹੋਰ ਸਵਾਲ ਆਉਂਦਾ ਹੈ ਕਿ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ, ਬਾਬਾ ਬੁੱਢਾ ਜੀ, ਹੋਰ ਬੜੇ ਮਹਾਨ ਗੁਰਸਿੱਖ ਤੇ ਗੁਰੂ ਅੰਗਦ ਦੇਵ ਮਹਾਰਾਜ ਬੈਠੇ, ਜੇ ਇਤਿਹਾਸਿਕ ਤੌਰ ਤੇ ਕੋਈ ਹੋਰ ਗੁਰੂ ਸਾਹਿਬ ਵੀ ਹੋਏ ਤੇ ਮੈਂ ਕਲੀਅਰ ਕਰ ਦੇਣਾ ਜਿੰਨਾ ਕੁ ਮੈਨੂੰ ਯਾਦ ਹੈ। ਤੇ ਗੁਰੂ ਸਾਹਿਬ ਏਦਾਂ ਗੁਰੂ ਨਾਨਕ ਸਾਹਿਬ ਸਵਾਲ ਕਰਦੇ ਨੇ ਵੱਖਰੇ ਵੱਖਰੇ ਗੁਰਸਿੱਖਾਂ ਨੂੰ ਕਿ ਤੁਸੀਂ ਮੈਨੂੰ ਕੀ ਸਮਝਦੇ ਹੋ? ਤੇ ਕੋਈ ਕਹਿੰਦਾ ਵੀ ਮੈਂ ਤੁਹਾਨੂੰ ਬ੍ਰਹਮ ਗਿਆਨੀ ਸਮਝਦਾ, ਮੈਂ ਤੁਹਾਨੂੰ ਪੂਰਨ ਸੰਤ ਸਮਝਦਾ। ਮੈਂ ਭਾਈ ਲਹਿਣਾ ਜੀ ਹੁੰਦੇ ਜਿਹੜੇ ਨੇ ਨਾ, ਉਹ ਕਹਿੰਦੇ ਜੀ ਮੈਂ ਤੁਹਾਨੂੰ ਖੁਦ ਪਰਮਾਤਮਾ ਸਮਝਦਾ, ਤੁਸੀਂ ਖੁਦ ਪਰਮਾਤਮਾ ਹੋ, ਆਪ ਨਾਰਾਇਣ ਕਲਾ ਦਾ ਸਕਦਾ। ਤੇ ਫਿਰ ਪੰਕਤੀ ਆਉਂਦੀ ਹੈ, ਜੈਸਾ ਸੇਵੇ ਤੈਸਾ ਹੋ, ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਦੇ ਪਾਵੇ। ਸਤਿਗੁਰੂ ਕੋ ਸਾਰੀਆਂ ਨਿਆਮਤਾਂ, ਅਸੀਂ ਜੋ ਜੋ ਗੁਰੂ ਕੋਲ ਮੰਗਣਾ, ਜਿੰਨਾ ਜਿੰਨਾ ਆਪਣਾ ਬਰਤਨ ਵੱਡਾ ਕਰਨਾ ਸਾਨੂੰ ਮਿਲ ਜਾ ਰਿਹਾ। ਸੋ ਗੁਰੂ ਨੂੰ ਜੀ ਅਸੀਂ ਇਮੈਜਿਨ ਕਰਨਾ ਹੈ ਨਾ, ਅਸੀਂ ਆਪਣੀ ਕੈਪੈਸਿਟੀ ਨਾਲ ਇਮੈਜਿਨ ਕਰਦੇ, ਗੁਰੂ ਇਜ਼ ਐਂਡਲੈਸ।
ਗੁਰੂ ਦੀ ਗੁਰਬਾਣੀ ਦੇ ਅਰਥ ਆ ਕੋਈ ਚੀਜ਼ ਕਿਸੇ ਹਰ ਚੀਜ਼ ਅਥਾਹ ਬੋਧ ਹੈਗੀ ਹੈ, ਅਗਾਹ ਬੋਧ ਹੈ, ਕੋਈ ਅੰਤ ਨਹੀਂ ਹੈਗਾ। ਸੋ ਅਸੀਂ ਜਿਸ ਤਰ੍ਹਾਂ ਗੁਰੂ ਨੂੰ ਅਸੀਂ ਮੰਨ ਲਾਂਗੇ ਨਾ, ਅਸੀਂ ਉਹਨੂੰ ਘੱਟ ਹੀ ਮੰਨਦੇ ਹਾਂ, ਉਹਨੂੰ ਵੱਧ ਨਹੀਂ ਮੰਨ ਸਕਦੇ। ਉਹਨੂੰ ਪਰਮਾਤਮਾ ਵੀ ਕਹਿ ਲਿਆ ਨਾ ਤੇ ਉਹ ਵੀ ਸ਼ਾਇਦ ਘੱਟ ਹੀ ਹੈ। ਤੋ Thank you. ਪ੍ਰਿੰਸੀਪਲ ਕਹਿੰਦਾ ਹੀ ਸੀ ਵੀ ਜਿਸ ਤਰ੍ਹਾਂ ਗੁਰੂ ਨੂੰ ਜੋ ਸਮਝਾਂਗੇ ਆਪਾਂ, ਗੁਰੂ ਸਾਨੂੰ ਉਹੀ ਥੈਂਕ ਯੂ। ਯਾਨੀ ਸੁੱਚਾ ਸਿੰਘ ਤੁਹਾਡਾ ਕੀ ਵਿਚਾਰ ਇਸ ਬਾਬਤ? ਹਾਂਜੀ, ਜੇ ਤਾਂ ਜੀ ਤੁਸੀਂ ਗੱਲ ਕਰਦੇ ਹੋ ਕਿ ਜਿਹੜਾ ਆਪਣੀ ਸਵਾਲ ਕੀਤਾ ਕਿ ਹੋਰ ਸਾਨੂੰ ਕੀ ਸਿੱਖਿਆ ਮਿਲਦੀ ਹੈ ਨਾ ਜੀ ਗੁਰੂ ਮਹਾਰਾਜ ਦੇ ਬਚਨਾਂ ਤੋਂ ਜਾਂ ਜੀਵਨ ਤੋਂ, ਉਹ ਤੇ ਜੀ ਗੁਰੂ ਮਹਾਰਾਜ ਦੇ ਦੇਖੋ ਅਥਾਹ ਸਮੁੰਦਰ ਹੈ। ਜਿੰਨੀ ਕਿ ਸਾਡੀ ਮਾਇਆ, ਜਿੰਨੀ ਕਿ ਸਾਡੀ ਕੈਪੇਬਿਲਿਟੀ ਹੈ ਜਾਂ ਸਾਡੀ ਕੈਪੈਸਿਟੀ ਹੈ ਸਾਡੇ ਭਾਂਡੇ ਦੀ ਅੰਦਰ ਸਮਾਉਣ ਦੀ, ਸਾਡੇ ਅੰਦਰ ਜਿੰਨਾ ਸਾਡਾ ਵੱਡਾ ਵਿਸ਼ਾਲ ਭਾਂਡਾ ਹੋਏਗਾ ਨਾ ਹਿਰਦੇ ਦਾ, ਉਹਨਾਂ ਕਿ ਅਸੀਂ ਗੁਰੂ ਦਾ ਗਿਆਨ ਅੰਦਰ ਲੈ ਸਕਦੇ ਹਾਂ। ਗੁਰੂ ਤੇ ਜਿਹੜਾ ਜੀ ਸਮੁੰਦਰ ਹੈ, ਗੁਰੂ ਮਹਾਰਾਜ ਜੀ ਦੇ ਜੇ ਮੈਂ ਗੱਲ ਕਰਾਂ ਜੀ, ਦੇਖੋ ਆਪਣੇ ਭਾਈ ਸਾਹਿਬ ਬਾਬਾ ਬਲਵੰਤ ਸੱਤਾ ਜੀ ਤੇ ਬਲਵੰਡ ਜੀ, ਉਹਨਾਂ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਬਲਵੰਡ ਜੀ ਦੀ ਇੱਕ ਪੌੜੀ ਹੈ, ਉਹ ਕਹਿੰਦੇ ਜਿਨ ਕੀਤੀ ਸੋ ਮੰਨਣਾ, ਉਹ ਸਾਲ ਜਿਵਾਹੇ ਸ਼ਾਲੀ। ਕਹਿੰਦੇ ਇਹ ਤੇ ਜਿਹਨੇ ਕਰ ਲਈ। ਗੁਰੂ ਮਹਾਰਾਜ ਦੇ ਬਾਬਤ ਵੀ ਉਹਨਾਂ ਨੇ ਕਿਹਾ ਕਿ ਜਿਨ ਕੀਤੀ ਸੋ ਮੰਨਣਾ। ਬਾਬੇ ਅੰਗਦ ਜੀ ਨੇ ਇੰਨੀ ਸੇਵਾ ਕੀਤੀ ਕਿ ਉਹ ਮੰਨੇ ਪਰਮੰਨੇ ਹੋ ਗਏ। ਨਹੀਂ ਤਾਂ ਕਹਿੰਦੇ ਵਿਚਾਰ ਕੇ ਦੇਖ ਲਓ, ਉਹ ਸਾਲ ਕੋਈ ਵਿਚਾਰ ਕੇ ਦੇਖ ਲਵੇ ਕਿ ਜਿਵਾਹੇ ਕਿ ਸ਼ਾਲੀ, ਕਿਉਂ ਚੰਗੇ ਹੁੰਦੇ ਆ ਜਾਂ ਸ਼ਾਲੀ। ਇਹ ਦੋ ਤਰ੍ਹਾਂ ਦੀ ਜਿਹੜੀ ਹੁੰਦੀ ਹੈ ਕਿ ਇੱਕ ਬੂਟੀ ਹੈ, ਉਹ ਜਿਹੜੀ ਪਾਣੀ ਦੇ ਵਿੱਚ ਜਿਸਲੇ ਥੋੜਾ ਜਿਹਾ ਉੱਚੇ ਥਾਂ ਹੁੰਦੇ ਹੈ, ਜਦੋਂ ਪਾਣੀ ਜ਼ਿਆਦਾ ਹੁੰਦਾ ਉਹਦੇ ਵਿੱਚ ਪੈਦਾ ਹੁੰਦੀ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਦੋਂ ਪਾਣੀ ਉਤਰਦਾ, ਥੋੜੀ ਜਿਹੀ ਧੁੱਪ ਲੱਗਦੀ ਤੇ ਉਹ ਮਰ ਜਾਂਦੀ ਹੈ। ਦੂਜੇ ਪਾਸੇ ਜਿਹੜੇ ਚੌਲ ਹੁੰਦੇ ਹੈ, ਠੀਕ ਹੈ ਜੀ, ਛਾਲ, ਉਹ ਜਿਹੜੇ ਹੈ ਉਹ ਪਾਣੀ ਦੇ ਵਿੱਚ, ਜ਼ਿਆਦਾ ਪਾਣੀ ਦੇ ਵਿੱਚ ਵੀ ਕਾਇਮ ਰਹਿੰਦੇ ਆ। ਸੋ ਮਤਲਬ ਉਹ ਨੀਵੇਂ ਥਾਂ ਤੇ ਹੁੰਦੇ ਆ। ਜਿਹੜੀ ਬੂਟੀ ਉਗਦੀ ਜਵਾਹੇ, ਉਹ ਉੱਚੇ ਥਾਂ ਤੇ ਉਗਦੀ ਹੈ ਤੇ ਉਹ ਸੁੱਕਦੀ ਵੀ ਪਹਿਲਾਂ ਹੀ ਹੈ। ਇਸੇ ਇਹ ਚੀਜ਼ ਜਿਹੜੀ ਹੈ ਬਲਵੰਡ ਜੀ ਨੇ ਕਹੀ ਸੀ ਕਿ ਬਾਬਾ ਅੰਗਦ ਦੇਵ ਜੀ ਦੇ ਵਿੱਚ, ਭਾਈ ਲਹਿਣਾ ਜੀ ਦੇ ਵਿੱਚ ਇੰਨੀ ਨਿਰਵਾਣਤਾ, ਇੰਨੀ ਉਹਨਾਂ ਦੇ ਵਿੱਚ ਹਲੀਮੀ, ਹਉਮੈ ਰਹਿਤ ਜੀਵਨ ਉਹਨਾਂ ਦਾ ਇੰਨਾ ਜ਼ਿਆਦਾ ਕਿ ਉਹ ਨੀਵੇਂ ਥਾਂ ਤੇ ਸ਼ਾਲੀ ਵਾਂਗ ਰਹਿੰਦੇ ਆ, ਠੀਕ ਹੈ ਜੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਿੱਖਾਂ ਦੀਆਂ ਗੱਲਾਂ ਕਰਦਾ, ਦਲਾਲੀ ਕਰਦਾ, ਧਰਮ ਰਾਜਾ ਬਣ ਕੇ ਉਹਨਾਂ ਨੂੰ ਸਮਝਾਉਂਦਾ, ਆਤਮਿਕ ਗਿਆਨ ਦਿੰਦਾ। ਇਹੋ ਜਿਹੀਆਂ ਗੱਲਾਂ ਇਹ ਬਲਵੰਡ ਜੀ ਆਖਦੇ ਆ। ਉਸ ਤੋਂ ਬਾਅਦ ਜੇ ਮੈਂ ਬਾਬਾ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਤੇ ਹੋ ਜਾਵਾਂ, ਇੱਕ ਸ਼ਬਦ ਗੁਰੂ ਨਾਨਕ ਪਾਤਸ਼ਾਹ ਵਰਗਾ ਉਹਨਾਂ ਦਾ ਇੱਕ ਸ਼ਲੋਕ ਹੈ ਜੀ, ਪਹਿਲਾ ਦੂਜਾ, ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਹ ਗੁਰੂ ਅੰਗਦ ਦੇਵ ਜੀ ਦਾ ਹੈ। ਦਿਨ ਸਰਾਤ, ਉੱਥੇ ਦਿਵਸ ਰਾਤ ਹੈ ਗੁਰੂ ਨਾਨਕ ਪਾਤਸ਼ਾਹ ਵਾਲੇ ਚ, ਇੱਥੇ ਕਾ ਦਿਨ ਸਰਾਤ ਦੋਏ ਦਾਈ ਦਾਇਆ। ਇੱਕ ਚੀਜ਼ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਤੇ ਜੀ, ਜਿਹੜਾ ਵੀ ਜਿਹੜੇ ਬਚਨ ਕੋਈ ਸਾਹਮਣੇ ਆਉਂਦਾ ਨਾ, ਉਹੀ ਚੰਗਾ ਲੱਗਣ ਲੱਗ ਪੈਂਦਾ। ਇੱਕ ਗੱਲ ਗੁਰੂ ਮਹਾਰਾਜ ਦੀ ਬੜੀ ਪਿਆਰੀ ਹੈ, ਜਿਹੜੀ ਮੈਨੂੰ ਲੱਗਣ ਦੇ, ਇੱਕ ਸ਼ਲੋਕ ਹੈਗਾ, ਮੰਤਰੀ ਹੋਏ ਅਠੋਹਿਆਂ ਲਗਾਏ, ਆਪਣ ਹੱਥੀਂ ਆਪਣੇ ਦੇ ਕੂਚਾ ਆਪੇ ਲਾਏ। ਸਾਡੀ ਹਾਲਤ ਇਹ ਹੁੰਦੀ ਹੈ ਕਿ ਸਾਡੀ ਜਿਹੜੀ ਬੁੱਧੀ ਦੇ ਅਨੁਸਾਰ ਸਾਡੀ ਮਾਇਆ ਛੋਟੀ ਹੁੰਦੀ ਹੈ, ਅਸੀਂ ਵੱਡੀ ਚੀਜ਼ ਨੂੰ ਹੱਥ ਪਾ ਲੈਂਦੇ ਹਾਂ। ਪਰ ਗੁਰੂ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ ਕਿ ਜੇਕਰ ਅਸੀਂ ਅਠੋਹਿਆਂ ਦੇ ਮੰਤਰੀ ਆ ਨਾ, ਤੇ ਫਿਰ ਨਾਗਾਂ ਦਾ ਇਲਾਜ ਕਰਨ ਤੁਰਨਾ ਚਾਹੀਦਾ, ਨਾਗਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। ਕੀ ਹੁੰਦਾ ਇਹਦੇ ਨਾਲ? ਆਪਣ ਹੱਥੀਂ ਆਪਣੇ, ਇਹਦੇ ਨਾਲ ਆਪਣਾ ਨੁਕਸਾਨ ਹੁੰਦਾ। ਦੇ ਕੂਚਾ ਆਪੇ ਲਾਏ, ਮਤਲਬ ਆਪਣੇ ਨੂੰ ਹੀ ਨੁਕਸਾਨ ਕਰ ਲਈਦਾ। ਤੇ ਇਸ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹਰ ਇੱਕ ਨੂੰ ਸਾਨੂੰ ਕਿ ਅਸੀਂ ਆਪਣੇ ਵਿੱਚ ਗੁਰੂ ਦਾ ਗਿਆਨ ਜ਼ਿਆਦਾ ਲਿਆਉਣ ਦੀ ਕੋਸ਼ਿਸ਼ ਕਰੀਏ। ਗੁਰੂ ਦਾ ਗਿਆਨ ਦਾ ਮਤਲਬ ਸਾਡੇ ਜੀਵਨ ਦੇ ਵਿੱਚ ਆ ਜਾਵੇ ਜੀ। ਇਹ ਜਿਹੜੇ ਅਰਥ ਕਰਨੇ ਨਾ ਜੀ ਸਮਝਣੇ, ਇਹ ਮਤਲਬ ਠੀਕ ਠਾਕ ਹੈ ਜੀ, ਬਹੁਤ ਉੱਚੀ ਗੱਲ ਹੈ। ਇਹ ਤੋਂ ਇਲਾਵਾ ਕੁਝ ਸਮਝ ਵੀ ਨਹੀਂ ਹੋ ਆ ਸਕਦੀ। ਨਾਲ ਹੀ ਨਾਲ ਇਹ ਵੀ ਹੈ ਕਿ ਇਹਨਾਂ ਨੂੰ ਕੰਟੈਕਸਟ ਸਮਝ ਕੇ ਨਾਲ ਅਸੀਂ ਗੱਲ ਕਰੀਏ। ਮਹਾਰਾਜ ਕਿਰਪਾ ਕਰੀ ਜਾਣ। ਹੋਰ ਇਸ ਤਰ੍ਹਾਂ ਦੇ ਬਚਨ, ਜਿਸ ਤਰ੍ਹਾਂ 63 ਬਚਨ ਆਪਣੇ ਬਖਸ਼ਿਸ਼ ਕੀਤੀ ਹੈ, ਦੱਸਿਆ ਉਹ ਦਾਸ ਇਸ ਤਰ੍ਹਾਂ ਸਾਰੇ ਜਿਹੜੇ ਅੱਡ ਕੀਤੇ ਹੋਏ ਆ, ਇਸ ਤਰ੍ਹਾਂ ਕੀਤੇ ਹੋਏ ਆ। ਥੈਂਕ ਯੂ ਭਾਈ ਮਨਦੀਪ ਸਿੰਘ, ਤੁਸੀਂ ਕੁਝ ਚੀਜ਼ ਐਡ ਕਰਨੀ ਚਾਹੋ ਇੱਥੇ? ਇਹ ਭਾਈ ਸੱਤਾ ਬਲਵੰਡਾ ਦੀ ਵਾਰ ਦੇ ਵਿੱਚੋਂ ਹੀ ਮਾਤਾ ਖੀਵੀ ਸੋਏ ਜਿਨ ਗੋਏ ਠਾਲੀ ਵਾਲੀ ਜਿਹੜੀ ਗੱਲ, ਜਿਹੜੀ ਜਦੋਂ ਮਾਤਾ ਖੀਵੀ ਜੀ ਦੀ ਗੱਲ ਹੁੰਦੀ ਹੈ ਤੇ ਉਹ ਲੰਗਰ ਦੀ ਵੀ ਗੱਲ ਹੁੰਦੀ ਹੈਗੀ ਹੈ ਨਹੀਂ, ਤੇ ਉਹ ਇੱਕ ਬਹੁਤ ਤਕੜਾ ਜਿਹੜਾ ਹੈਗਾ, ਇੱਕ ਜੀਵਨ ਦਾ ਜਿਹੜਾ ਹੈਗਾ ਆ ਇੱਕ ਪਾਰਟ, ਬਹੁਤ ਇੱਕ ਤਕੜੀ ਸਿੱਖਿਆ ਤੇ ਇੱਕ ਬੜਾ ਸਿਸਟਮ
ਕੌਮ ਦੇ ਵਿੱਚ ਜਿਹੜਾ ਹੈਗਾ ਆ ਇੱਕ ਸੈੱਟ ਕਰਨ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਨਾਲ ਜਦੋਂ ਸੰਗਤ ਤੇ ਪੰਗਤ ਦੀ ਪ੍ਰਥਾ ਜਿਹੜੀ ਹੈਗੀ ਆ ਹੋਰ ਮਜ਼ਬੂਤ ਹੁੰਦੀ ਹੈ ਤੇ ਇਹਦੇ ਨਾਲ ਜਾਤ ਬਰਾਦਰੀ ਜਾਂ ਜਾਤ ਪਾਤ ਦਾ ਜਿਹੜਾ ਸੋ ਕਾਲਡ ਸਮਾਜ ਸੀ ਉਹਦੇ ਸਿਸਟਮ ਨੂੰ ਸੱਟ ਵੱਜਦੀ ਹੈ। ਜਦੋਂ ਉਹਦੇ ਵਿੱਚ ਜਿਹੜਾ ਹੈਗਾ ਆ ਪਰਪੱਕਤਾ ਦੇ ਨਾਲ ਜਿਹੜਾ ਹੈਗਾ ਸਵਾਦਿਸ਼ਟ ਲੰਗਰ, ਕਿਉਂਕਿ ਅੱਜ ਵੀ ਖਡੂਰ ਸਾਹਿਬ ਜਦੋਂ ਜਾਂਦੇ ਆ ਤੇ ਉੱਥੇ ਉਸੇ ਤਰੀਕੇ ਦੇ ਨਾਲ ਜਦੋਂ ਅਸੀਂ ਮਹਿਸੂਸ ਕਰਦੇ ਹਾਂ, ਮੈਂ ਇੱਥੇ ਆਉਣ ਤੋਂ ਪਹਿਲਾਂ ਜਦੋਂ 2 ਸਾਲ ਪਹਿਲਾਂ ਜਦੋਂ ਉੱਥੇ ਗਿਆ ਤੇ ਬੜੇ ਸ਼ਰਧਾ ਭਾਵਨਾ ਦੇ ਨਾਲ ਤੇ ਉਸ ਤਰ੍ਹਾਂ ਹੀ ਉਹ ਲੰਗਰ ਦਾ ਵੀ ਸਵਾਦ ਤੇ ਸਭ ਕੁਝ ਬਾਬਾ ਸੇਵਾ ਸਿੰਘ ਦਾ ਜਿਹੜਾ ਉਹ ਉੱਥੇ ਉਹਨਾਂ ਚਲਾਇਆ ਹੈਗਾ ਤੇ ਉਹ ਪਸੰਦ ਕਰਨ ਵਾਲੀ ਗੱਲ ਸੀ ਤੇ ਉਹ ਇੱਕ ਹਨਾ ਸਿਸਟਮ ਦੇ ਵਿੱਚ ਤੇ ਉੱਥੋਂ ਇੱਕ ਭਾਵਨਾ ਮਨ ਚ ਪੈਦਾ ਹੁੰਦੀ ਹੈ ਕਿ ਮਹਾਰਾਜ ਨੇ ਇੱਕ ਕੌਮ ਦੇ ਵਿੱਚ ਇੱਕ ਸਿਸਟਮ ਹੋਰ ਨਵਾਂ ਇਜ਼ਾਫਾ ਕਰਕੇ ਜਿਹੜੀ ਜਾਤ ਬਰਾਦਰੀ ਜਿਹੜੇ ਸੋਕਾਲ ਸੀ ਉਹ ਸਿਸਟਮ ਨੂੰ ਸੱਟ ਮਾਰੀ ਇਸ ਚੀਜ਼ ਨਾਲ ਲੰਗਰ ਪ੍ਰਥਾ ਨੂੰ ਮਜ਼ਬੂਤ ਕਰਕੇ। ਥੈਂਕ ਯੂ ਜੀ। ਡਾਕਟਰ ਕੋਹਲੀ ਜੀ ਸਰ, ਇਹ ਮਤਲਬ ਜਿਵੇਂ ਹਉਮੈ ਬਾਰੇ ਗੱਲ ਸੀਗੀ ਵੀ ਹਉਮੈ ਜੇ ਆਪਾਂ ਮੈਂ ਕਰਦੇ ਰਵਾਂਗੇ ਵੀ ਮੈਂ ਕੀਤਾ ਜਿਵੇਂ ਭਾਈ ਸੁੱਚਾ ਸਿੰਘ ਜੀ ਨੇ ਦੱਸਿਆ ਹੈਗਾ, ਜਦੋਂ ਅਸੀਂ ਆਪਣੇ ਮਨ ਦੇ ਵਿੱਚੋਂ ਮੈਂ ਕੱਢਾਂਗੇ, ਜੇ ਅਸੀਂ ਪ੍ਰਮਾਤਮਾ ਨੂੰ ਇਹ ਕਹਾਂਗੇ ਪ੍ਰਮਾਤਮਾ ਤੂੰ ਹੈ ਔਰ ਤੂੰ ਹੀ ਕੀਤਾ ਸਾਰਾ ਜੋ ਕਰ ਰਿਹਾ, ਜੋ ਸ੍ਰਿਸ਼ਟੀ ਚੱਲ ਰਹੀ ਹੈ, ਜੋ ਸਾਡੇ ਤੋਂ ਕਰਵਾ ਰਿਹਾ ਉਹ ਪ੍ਰਮਾਤਮਾ ਹੀ ਕਰਵਾ ਰਿਹਾ। ਜੇ ਅਸੀਂ ਮਤਲਬ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਾਂਗੇ ਤੇ ਆਪਣਾ ਜੀਵਨ, ਆਪਣੇ ਬੱਚਿਆਂ ਦਾ ਜੀਵਨ ਵੀ ਆਪਾਂ ਖੁਸ਼ਹਾਲ ਤੇ ਤੰਦਰੁਸਤ ਰੱਖ ਸਕਦੇ ਹਾਂ ਜੀ। थैंक यू जी। एमी कोहली, is that the right name? ਹਾਂਜੀ ਮੈਂ ਕਹਿ ਰਿਹਾ ਐਨੀ ਕੋਹਲੀ। ਹਾਂਜੀ ਤੁਸੀਂ ਕੋਈ ਐਡ ਕਰਨੀ ਚਾਹੋ ਚੀਜ਼ ਇੱਥੇ ਜੀ? ਹਾਂਜੀ ਮੈਂ ਇਹਦੇ ਤੇ ਹਲੀ ਜ਼ਿਆਦਾ ਕਮੈਂਟ ਨਹੀਂ ਕਰਾਂਗੀ ਕਿਉਂਕਿ ਮੈਂ ਪੂਰੀ ਹੋਮੇ ਦੇ ਵਿੱਚ ਹੀ ਸੀ ਕਿ ਜਦੋਂ ਕੋਈ ਦੇਖੋ ਜਿਹੜਾ ਬੱਚਾ ਪੈਦਾ ਹੋਇਆ ਠੀਕ ਹੈ ਜਿਸ ਨੂੰ ਥੋੜੀ ਸੋਝੀ ਆਂਦੀ ਹੈ ਉਹਦੇ ਚ ਹੋਮੇ ਹੁੰਦੀ ਹੈ, ਲੇਕਿਨ ਉਸ ਹੋਮੇ ਨੂੰ ਅਸੀਂ ਕਿਸ ਪਾਸੇ ਲੈ ਕੇ ਜਾਣਾ ਹੈ ਉਹ ਪਹਿਲੇ ਪੇਰੈਂਟਸ ਦੇ ਉੱਤੇ ਹੁੰਦਾ ਹੈ ਕਿ ਬੱਚੇ ਨੂੰ ਕੀ ਸਿਖਾਉਂਦੇ ਨੇ। ਉਹਨੂੰ ਸਿਖਾਉਂਦੇ ਨੇ ਕਿ ਕੋਈ ਪੇਰੈਂਟਸ ਇਹ ਸਿਖਾ ਰਹੇ ਨੇ ਉਹਨੂੰ ਬੱਚੇ ਨੂੰ ਕਿ ਤੂੰ ਪੈਸਾ ਕਮਾਣਾ ਹੈ, ਤੂੰ ਕੰਪੀਟੀਸ਼ਨ ਚ ਜਿੱਤਣਾ ਹੈ, ਤੂੰ ਇਹ ਕਰਨਾ ਹੈ, ਤੂੰ ਲਾਈਫ ਵਿੱਚ ਇੰਝ ਵੱਡਾ। ਅੱਛਾ ਕੁਛ ਪੇਰੈਂਟ ਆਉਂਦੇ ਤੂੰ ਲਾਈਫ ਵਿੱਚ ਵੱਡਾ ਤੇ ਹੋਣਾ ਵੇ, ਆਪਣਾ ਨਾਂ ਤੇ ਕਮਾਣਾ ਹੈ, ਪਰ ਗੁਰੂ ਵਾਲੇ ਪਾਸੇ ਲੱਗ ਕੇ ਗੁਰੂ ਦੀ ਸਿੱਖਿਆ ਮੰਨ ਕੇ। ਤੇ ਜਿਹੜਾ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਲਾ ਦਿੱਤਾ ਜਾਂਦਾ ਹੈ ਕੁਛ ਟਾਈਮ ਦੇ ਬਾਅਦ ਜਦੋਂ ਉਹਨਾਂ ਦੀ ਪ੍ਰੈਕਟਿਸ ਇਟਸ ਅ ਪ੍ਰੈਕਟਿਸ, ਇਟਸ ਅਗੇਨ ਅ ਪ੍ਰੈਕਟਿਸ, ਤੁਸੀਂ ਕਿਹੜੀ ਪ੍ਰੈਕਟਿਸ ਕਰ ਰਹੇ ਹੋ ਉੱਥੇ ਆ ਕੇ ਤੁਹਾਡੀ ਸਾਰੀ ਕਹਾਣੀ ਹੈਗੀ ਹੈ। ਜਿਸ ਤੇ ਤੁਸੀਂ ਪ੍ਰੈਕਟਿਸ, ਜਿਸ ਤਰ੍ਹਾਂ ਵੱਡੇ ਵਕੀਲ ਬਣ ਜਾਂਦੇ ਨੇ ਪ੍ਰੈਕਟਿਸ ਕਰਦੇ ਕਰਦੇ ਹੀ ਬਣਦੇ ਨੇ। ਪਹਿਲੇ ਤੇ ਉਹਨਾਂ ਨੇ ਇਗਜ਼ਾਮ ਦਿੱਤਾ, ਵਕਾਲਤ ਦੀ ਡਿਗਰੀ ਸਾਰਿਆਂ ਕੋਲ ਹੈਗੀ ਹੈ, ਬਹੁਤ ਸਾਰਿਆਂ ਕੋਲ ਹੈਗੀ ਹੈ, ਲੇਕਿਨ ਵੱਡੇ ਕਿਸ ਤਰ੍ਹਾਂ ਬਣਦੇ ਨੇ ਪ੍ਰੈਕਟਿਸ ਕਰਕੇ। ਤੇ ਹੋਮੇ ਜੋ ਚੀਜ਼ ਹੈ ਨਾ 1 ਮਿੰਟ ਚ ਵੈਪੋਰੇਟ ਨਹੀਂ ਹੁੰਦੀ। ਇਟਸ ਵੇ ਆਫ ਲਾਈਫ। ਤੁਸੀਂ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਨਾਲ ਪ੍ਰੈਕਟਿਸ ਕਰ ਰਹੇ ਹੋ, ਜਿਸ ਤਰ੍ਹਾਂ ਤੁਸੀਂ ਆਪਣੀ ਪ੍ਰੈਕਟਿਸ ਕਰੋਗੇ ਤੁਸੀਂ ਇੱਕ ਦਿਨ ਆਪਣੇ ਆਪ ਤੁਹਾਡੇ ਅੰਦਰੋਂ ਹੋਮੇ, ਫਿਰ ਹੋਮੇ ਰਹਿ ਹੀ ਨਹੀਂ ਜਾਂਦੀ। ਫਿਰ ਥੈਂਕ ਯੂ ਜੀ, ਥੈਂਕ ਯੂ ਭੈਣ ਜੀ। ਮੁਝ ਮੇਂ ਰਹਾ ਨਾ ਹੂੰ, ਫਿਰ ਉੱਥੇ ਹੂੰ ਨਹੀਂ ਰਹਿ ਜਾਂਦੀ। Thank you ji, thank you. I see Rajinder Singh, but I don't see Rajinder Singh ji. Unmute karo apne aap nu. You like to say something, Rajinder Singh? Hi, about Sukhdev Singh Laj. Can you hear me? हेलो हाँ जी, करो गल तुसी। खालसा भाई फतेह ਵੀਡੀਓ। खालसा भाई फतेह जी। मैं थोड़ा जिहा तो टॉपिक तो हट के गल करनी चाहना है। मैनू सरदार कृपाल सिंह जी ने ਵਿੱਕੀ ਸਿੰਘ ਜੀ ਨਾਲ ਮੁਲਾਕਾਤ ਕਰਨ ਵਾਸਤੇ ਕਿਹਾ ਸੀ ਫਿਲਮ ਬਣਾਉਣ ਵਾਸਤੇ। ਉਸ ਸੰਬੰਧ ਦੇ ਵਿੱਚ ਸਾਹਿਬ ਵਿੱਕੀ ਸਿੰਘ ਜੀ ਨੇ ਕੰਟੈਕਟ ਕੀਤਾ, ਉਹਨਾਂ ਦਾ ਜਿਹੜਾ ਚੀਫ ਹੈ ਉਹਨਾਂ ਦੇ ਨਾਲ ਕੰਸਲਟ ਕੀਤਾ। ਉਹ ਭਾਈ ਸਾਹਿਬ ਇਹ ਕਰਾਂਗੇ ਗੱਲ ਆਪਾਂ ਲਾਜ ਸਾਹਿਬ, ਉਹ ਇਹ ਪਲੇਟਫਾਰਮ ਤੇ ਨਹੀਂ, ਉਹ ਮੈਂ ਤੁਹਾਡੇ ਨਾਲ ਪ੍ਰਾਈਵੇਟ ਗੱਲ ਕਰਾਂਗਾ ਉਸ ਬਾਬਤ। ਠੀਕ ਹੈ ਜੀ। ਹਾਂਜੀ ਤੁਸੀਂ ਆ ਹੋਮੇ ਵਗੈਰਾ ਜਾਂ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਬਾਬਤ ਕੋਈ ਗੱਲ ਕਰਨੀ ਚਾਹੋ ਤਾਂ ਕਰੋ। ਹੋਮੇ ਦੇ ਸੰਬੰਧ ਵਿੱਚ ਬੇਨਤੀ ਇਹ ਹੈ, ਜਿਹੜੇ ਸਾਡੇ ਕਈ ਰੋਗ ਹੈ ਲੇਕਿਨ ਜਿਹੜਾ ਹੋਮਾ ਹੈਗਾ ਇਹ ਸਭ ਤੋਂ ਸੀਰੀਅਸ ਰੋਗ ਹੈ। ਹੋਮਾ ਦੀਰਘ ਰੋਗ ਹੈ, ਮਤਲਬ ਕਿ ਸਾਰਿਆਂ ਤੋਂ ਵੱਧ ਜਿਹੜਾ ਸਾਡਾ ਰੋਗ ਹੈ ਨਾ ਉਹ ਹੋਮੇ ਹੈ, ਜਿਹਦੇ ਵਿੱਚ ਹੋਮੇ ਦਾ ਕੋਈ ਇਲਾਜ ਚਾਹੀਦੀ ਹੈ ਜੇ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ ਤੇ ਸਾਨੂੰ ਹੋਮੇ ਵਾਲੇ ਪਾਸੇ ਜ਼ਿਆਦਾ ਅਸੀਂ ਵਰਤੋਂ ਕਰ ਰਹੇ ਹਾਂ। ਇਸੇ ਕਰਕੇ ਹੀ ਸਾਡਾ ਸਿੱਖ ਪੰਥ ਦਾ ਜੋ ਸਿੱਖ ਕੌਮ ਹੈ ਉਹ ਬਿਖਰੀ ਹੋਇਆ। ਹਰ ਕੋਈ ਬੰਦਾ ਆਪਣੇ ਆਪ ਨੂੰ
ਸਮਝਿਆ ਕਿ ਮੈਂ ਪੰਥ ਹਾਂ, ਮੈਂ ਪੰਥ ਹਾਂ, ਮੈਂ ਪੰਥ ਹਾਂ, ਮੈਂ ਪੰਥ ਹਾਂ, ਮੈਂ ਜੋ ਪੰਥ ਵਾਸਤੇ ਕਰ ਰਿਹਾ ਹੋਰ ਕੋਈ ਵੀ ਨਹੀਂ ਕਰ ਰਿਹਾ। ਇਹ ਸਭ ਤੋਂ ਵੱਧ ਜਿਹੜਾ ਨਾ ਸਾਡਾ ਹੋਮਾ ਹੈ, ਉਹਦੇ ਸ਼ਿਕਾਰ ਹੋ ਕੇ ਅਸੀਂ ਕੌਮ ਜਿਹੜੇ ਪਿੱਛੇ ਜਾ ਰਹੇ ਹਾਂ। ਭਾਈ ਨਵਾਬ ਕਪੂਰ ਸਿੰਘ ਵਰਗੇ ਬੰਦੇ ਸਾਨੂੰ ਬਣਨਾ ਚਾਹੀਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਾਬਾ ਸੁਖਦੇਵ ਸਿੰਘ ਜੀ, ਤੁਸੀਂ ਕੋਈ ਗੱਲ ਕਹਿਣੀ ਹੋਵੇ? ਪਹਿਲਾਂ ਅਨਮਿਊਟ ਕਰੋ ਨਾ ਬਾਬਾ ਸੁਖਦੇਵ ਸਿੰਘ, ਆਪਣੇ ਆਪ ਨੂੰ ਅਨਮਿਊਟ ਕਰੋ। ਹੈਲੋ, ਹਾਂਜੀ ਹੁਣ ਗੱਲ ਕਰੋ। ਬਾਬਾ ਸੁਖਦੇਵ ਸਿੰਘ, ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ? ਮੇਰੇ ਨਾਲ ਗੱਲ ਕਰ ਰਹੇ ਜੀ? ਹਾਂਜੀ ਇਹ ਤੁਹਾਡਾ ਹੈ? ਬਾਬਾ ਸੁਖਦੇਵ ਸਿੰਘ ਆਇਆ ਇੱਥੇ? ਅੱਛਾ, ਮੇਬੀ देयर इज अ कंफ्यूजन ओवर हियर ने। ਅੱਛਾ, ਆਪਣੇ ਗਿਆਨੀ ਧਰਮ ਸਿੰਘ ਜੀ, ਤੁਸੀਂ ਆਪਣਾ ਕੋਈ ਹੋਰ ਵਿਊ ਐਡ ਕਰਨਾ ਹੋਵੇ ਇੱਥੇ? ਹਾਂਜੀ, ਮੈਂ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚ ਇੱਕ ਗੱਲ ਉਹਦੇ ਚ ਹਉਮੈ ਦਾ ਵੀ ਜ਼ਿਕਰ ਹੈ ਤੇ ਸਾਨੂੰ ਸਿੱਖਿਆ ਵੀ ਮਿਲਦੀ ਆ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਲੰਗਰ ਦੇ ਵਿੱਚ ਭਾਈ ਮਹਾਰਾਜ ਸੇਵਾ ਕਰਦਾ ਸੀ, ਬਹੁਤ ਸੇਵਾ ਕਰਦਾ ਸੀ। ਹੌਲੇ ਹੌਲੇ ਉਹਨੂੰ ਸੇਵਾ ਦਾ ਹੰਕਾਰ ਹੋਣ ਲੱਗ ਪਿਆ ਤੇ ਫਿਰ ਉਹ ਸਿੱਖਾਂ ਨੂੰ ਖਰਵੇ ਬੋਲ ਵੀ ਬੋਲਣ ਲੱਗ ਪਿਆ ਕਿ ਮੈਂ ਤੁਹਾਡਾ ਨੌਕਰ ਨੀ ਗਾ, ਮੈਂ ਗੁਰੂ ਦੀ ਸੇਵਾ ਕਰਦਾ ਆ। ਤੇ ਗੁਰੂ ਅੰਗਦ ਦੇਵ ਜੀ ਨੇ ਕਈ ਵਾਰ ਸਮਝਾਇਆ, ਨਾ ਸਮਝਣ ਤੇ ਵੀ ਫਿਰ ਗੁਰੂ ਸਾਹਿਬ ਜੀ ਨੇ ਅਕਸਰ ਉਹਨੂੰ ਸੇਵਾ ਤੋਂ ਹਟਾ ਦਿੱਤਾ ਸੀ, ਕਿਉਂਕਿ ਇੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਹਉਮੈ ਤੇ ਹਰ ਤਰ੍ਹਾਂ ਦੀ ਮਾੜੀ, ਪਰ ਜਿਹੜੀ ਧਾਰਮਿਕ ਹਉਮੈ ਆ ਉਹਦੇ ਵਿੱਚੋਂ ਬਹੁਤ ਜ਼ਿਆਦਾ ਔਗਣ ਜਿਹੜੇ ਪੈਦਾ ਹੁੰਦੇ। ਅੱਜ ਸਾਡੇ ਕੌਮ ਦੇ ਵਿੱਚ ਜੇ ਦੇਖਿਆ ਜਾਏ, ਗੁਰੂ ਸਾਹਿਬ ਜੀ ਨੇ ਤੇ ਸਭ ਤੋਂ ਵੱਡਾ ਸਿਰ ਲੈਣ ਦਾ ਮਤਲਬ ਵੀ ਹਉਮੈ ਨੂੰ ਖਤਮ ਕਰਨ ਦਾ ਹੀ ਸੀ, ਪਰ ਕਿੰਨੇ ਕੁ ਸਿੱਖਾਂ ਕੋਲੋਂ ਹੀ ਸਿੱਖ ਮੱਥਾ ਟਿਕਾਈ ਜਾਂਦੇ ਨੇ ਵੱਡੀਆਂ ਵੱਡੀਆਂ ਪਦਵੀਆਂ ਧਾਰਨ ਕਰਕੇ, ਤੇ ਫਿਰ ਜਿੱਥੇ ਕਿਤੇ ਝਗੜੇ ਗੁਰਦੁਆਰਿਆਂ ਦੇ ਵਿੱਚ ਪ੍ਰਧਾਨਗੀਆਂ ਤੇ ਸਕੱਤਰੀਆਂ ਜਾਂ ਇਹ ਸਾਰਾ ਕੁਝ ਹਉਮੈ ਦਾ ਹੀ ਪਸਾਰਾ ਆ। ਗੁਰੂ ਦੇ ਹੁਕਮ ਨੂੰ ਮੰਨ ਕੇ ਤੇ ਇਹੋ ਹੀ ਆ ਕਿ ਨਿਮਾਣਾ ਸਿੱਖ ਬਣ ਕੇ ਰਵੇ, ਜਿੰਨੀ ਸੇਵਾ ਵੱਧ ਤੋਂ ਵੱਧ ਹੋਵੇ ਕਰੇ, ਪਰ ਇਹ ਸਮਝੇ ਕਿ ਇਹ ਗੁਰੂ ਹੀ ਕਰਾ ਰਿਹਾ ਸਾਰਾ ਕੁਝ। ਥੈਂਕ ਯੂ ਜੀ, ਥੈਂਕ ਯੂ, ਦੈਟਸ ਗੁੱਡ ਐਡਵਾਈਸ। ਜਸਵੀਰ ਸਿੰਘ ਜੀ, ਪੜੇ ਸਰ। ਹਾਂਜੀ, ਗੁਰੂ ਸਾਹਿਬ ਦੇ ਜੋ ਜੀਵਨ ਹੈ ਉਹਦੇ ਚ ਸੇਵਾ, ਅਨਕੁਐਸਚਨਡ ਸੇਵਾ, ਵਿਦਆਊਟ ਕਿਸੇ ਸਵਾਲ ਤੋਂ। ਉਹਨਾਂ ਨੇ ਕਦੀ ਵੀ ਗੁਰੂ ਨਾਨਕ ਸਾਹਿਬ ਦਾ ਕੁਐਸਚਨ ਨਹੀਂ ਕੀਤਾ। ਇੱਕ ਅਸੀਂ ਪੜ੍ਹਦੇ ਹੁੰਦੇ ਸੀ, ਸ਼ਾਇਦ ਕਹਾਣੀ ਸਾਨੂੰ ਦੱਸੀ ਜਾਂਦੀ ਸੀਗੀ ਕਿ ਗੁਰੂ ਸਾਹਿਬ ਨੇ ਇੱਕ ਵਾਰੀ ਕਿਹਾ ਵੀ ਇੱਥੇ ਇੱਕ ਥੜਾ ਬਣਾਓ। ਉਹਨਾਂ ਨੇ ਉਹ ਗੁਰੂ ਰਾਮਦਾਸ ਜੀ ਦੀ, ਉਹ ਗੁਰੂ ਰਾਮਦਾਸ ਜੀ ਦੀ ਕਹਾਣੀ ਆ। ਰਾਮਦਾਸ ਜੀ ਦਾ ਅੱਛਾ ਸਾਰੀ ਉਹਨਾਂ ਕਹਿੰਦੇ ਗਲਤ ਹੈ, ਬਾਰ-ਬਾਰ ਕਹਿ ਕੇ ਆਤੀ ਬੇਟੀ ਚਲੋ ਮੇਰੀ ਗਲਤ नहीं कोई गल नहीं, चलो मैसेज पे लेकिन जो भी है, लेकिन वो जो भी सी उन्होंने कदी किंतु नहीं कीता गुरु साहब दी। हाँ जी, ये गल ठीक है। और किंतु कदी नहीं हो सकती, इस वास्ते उन्होंने इसे यही उन्होंने सेवा सीगी, गुरु ने जो दस्या रास्ता है उत्ते कदी किंतु नहीं करना। हाँ जी, that was unquestionable obedience ਉਹਨਾਂ ਦਾ ਜਿਹੜਾ ਸੀਗਾ। हाँ जी, no doubt about that। अच्छा, ਤੇ ਆਪਾਂ I think we're getting running out of time ਹੁਣ। anything else ਭੈਣ ਜੀ ਤੁਸੀਂ ਐਡ ਕਰਨੀ ਹੋਵੇ? ਐਨੀ ਕੋਹਲੀ। ਵਾਹਿਗੁਰੂ ਜੀ, ਬਸ ਬਹੁਤ ਅੱਛੇ, ਅੱਜ ਮੈਨੂੰ ਵੀ ਕੁਝ ਸਮਝ ਵੀ ਆਇਆ। ਜਿਹੜਾ ਉਹਨਾਂ ਨੇ ਥੜੇ ਦੀ ਜਿਹੜੀ ਐਂਡ ਤੇ ਗੱਲ ਕੀਤੀ ਹੈ ਨਾ, ਉਹ ਮੈਨੂੰ ਸਮਝ ਆਇਆ ਕਿ ਅਨਕੰਡੀਸ਼ਨਲ ਓਬੀਡੀਐਂਸ, ਬਿਊਟੀਫੁਲ, ਬੜਾ ਅੱਛਾ ਤੁਸੀਂ ਲਿੰਕ ਕੀਤਾ। ਅੱਜ ਕੁਝ ਹੋਰ ਵੀ ਸਮਝ ਆਇਆ ਮੈਨੂੰ, ਜੋ ਅੱਜ ਤੱਕ ਨਹੀਂ ਸਮਝ ਆਇਆ ਸੀ। ਗੁਰੂ ਸਾਹਿਬ ਨੇ ਬਹੁਤ ਸੋਹਣੀ ਤਰ੍ਹਾਂ ਨਾਲ ਮਿਲਾਇਆ, ਬਹੁਤ ਅੱਛੀ ਤਰ੍ਹਾਂ ਸਮਝ ਆਇਆ। ਹਾਂ, ਅਨਕੰਡੀਸ਼ਨਲ। थैंक यू जी। अच्छा डॉक्टर वासु, I was ऐड करना चाहूंगा। हाँ जी, we have brief time, no more than 3 minutes। हाँ जी, करो गल डॉक्टर वासु। तुसी फ्रीज हो गए। चलो कोई, कुलविंदर सिंह जी 1 मिनट। हाँ जी सर, ਇਹ ਹੈ ਜਿਸ ਤਰ੍ਹਾਂ ਜਿਹੜੀ ਕੁਰਬਾਨੀ ਹੈ ਨਾ, ਉਹਦੇ ਵਿੱਚ ਸ਼ੈਲੀ ਦੀ ਵੀਡੀਓ ਹੁੰਦੀ ਹੈ। ਜਿਹੜੇ ਰੱਬ ਵਿੱਚ ਦੀਵਾਨ ਪੈਦਾ ਕਰ ਰਹੇ ਇਹ ਦੂਜਾ ਮੇਟੇ, ਦੂਜਾ ਕੀ ਹੈ? ਆਪਣੀ ਪਰਸਨੈਲਿਟੀ ਨੂੰ, ਜਿਵੇਂ ਗਿਆਨੀ ਸੁੱਚਾ ਸਿੰਘ ਜੀ ਨੇ ਸਮਝਾਇਆ ਕਿ ਆਪਣੀ ਕੋਈ ਦੀਵਾਰ, ਆਪਣੀ ਹਸਤੀ ਬਣਾ ਲੈਣੀ। ਦੂਜਾ ਮੇਟੇ, ਇਹ ਦੂਜਾ ਭਾਵ ਮੇਟ ਕੇ ਇੱਕ ਹੋਵੇ। ਅਸੀਂ ਤਾਂ ਰੱਬ ਦੇ ਰਾਹੀਂ ਆਏ ਆ ਤੇ ਕਥਤਾ ਬਕਤਾ ਸੁਣਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ।
ਜੋ ਕੱਥ ਰਿਹਾ ਬੰਦਾ, ਜੋ ਬੋਲ ਰਿਹਾ ਉਹੀ ਹੈ। ਜੋ ਆਪਣੇ ਆਪ ਦੀ ਵਿਚਾਰ ਕਰਦਾ ਹੈ ਉਹੀ ਗਿਆਨੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਸਬਰ ਇਹ ਸੁਆਓ, ਜੇ ਤੂੰ ਬੰਦਾ ਦ੍ਰਿੜ ਕਰੇ ਵੱਧ ਥੀਵੇਂ ਦਰਿਆਓ, ਟੁੱਟਣਾ ਥੀਵੇਂ ਵੱਜਦਾ। ਸਾਡੀ ਪਰਸਨੈਲਿਟੀ ਜਿਹੜੀ ਹੈ ਦਰਿਆਵਾਂ ਵਾਂਗ ਵਿਸ਼ਾਲ ਹੋਣੀ ਚਾਹੀਦੀ ਹੈ। ਸਬਰ ਇਹ ਸੁਆਓ, ਜੇ ਤੂੰ ਬੰਦਾ ਦ੍ਰਿੜ ਕਰੇ ਵੱਧ ਥੀਵੇਂ ਦਰਿਆਓ। ਦਰਿਆਵਾਂ ਵਰਗੀ ਡੂੰਘਾਈ, ਦਰਿਆ ਸਮੁੰਦਰਾਂ ਵਰਗੀ ਜਿਹੜੀ ਵਿਸ਼ਾਲਤਾ ਹੈ ਉਹ ਸਾਡਾ ਏਮ ਹੈ। ਤੇ ਹਉਮੈ ਦੇ ਬੰਦੇ ਨੂੰ ਯਾਨੀ ਬਹੁਤ ਤੰਗ ਬਣਾਉਣ ਦੀ, ਸੀਮਤ ਹੱਦਾਂ ਬਣਾਉਣ ਦੀ ਹਉਮੈ। ਰੱਬ ਤਾਂ ਉਡੀਕਦਾ ਵੀ ਇਸ ਬੰਦੇ ਚੋਂ ਸਾਰਾ ਕੁਝ ਵਾਪਸ ਜਾਵੇ, ਸਾਰੀਆਂ ਵੀਕਨੈਸ ਜਾਵਣ। ਸਾਰੀਆਂ ਵੀਕਨੈਸ ਹੋ ਚਲੀਆਂ ਗਈਆਂ, ਉਸੇ ਵੇਲੇ ਰੱਬ ਨੇ ਐਂਟਰ ਹੋ ਜਾਣਾ ਸਰੀਰ ਦੇ ਵਿੱਚ। ਥੈਂਕ ਯੂ ਜੀ। ਮੈਂ ਜਿਹੜਾ ਐਂਟਰੀ ਰੋਕ ਹੈ। ਓਕੇ, ਥੈਂਕ ਯੂ ਡਾਕਟਰ ਵਾਸੂ। ਡਾਕਟਰ ਕੁਲਵਿੰਦਰ ਸਿੰਘ। ਹਾਂਜੀ ਤੇ ਭੈਣ ਜੀ ਐਨੀ ਕੋਹਲੀ ਨੇ ਜਿਹੜੀ ਗੱਲ ਕੀਤੀ ਸੀ ਨਾ ਹਉਮੈ ਬਾਰੇ, ਉਹ ਇੱਕ ਗੁਰਬਾਣੀ ਦੀ ਇੱਕ ਬਿਊਟੀ ਹੁੰਦੀ ਹੈ ਕਿ ਕਵਿਤਾ ਰੂਪ ਵਿੱਚ ਹੋਣ ਕਰਕੇ ਨਾ, ਜਿੱਦਾਂ ਸ਼ਬਦ ਆਉਂਦਾ ਨਾ ਕਰ ਚਿੰਤ ਚਿੰਤਾ ਹੈ ਕਰਤੇ, ਵੀ ਤੂੰ ਚਿੰਤਾ ਨਾ ਕਰ, ਰੱਬ ਨੂੰ ਚਿੰਤਾ ਹੈ। ਹੁਣ ਉਹ ਚਿੰਤਾ ਲਫ਼ਜ਼ ਦਾ ਸਾਨੂੰ ਭਾਵ ਲੈਣਾ ਪਏਗਾ। ਚਿੰਤਾ ਲਫ਼ਜ਼ ਦੇ ਕਹਿਣ ਨੂੰ ਰੱਬ ਨੂੰ ਕਦੀ ਚਿੰਤਾ ਹੋਣੀ ਹੈ, ਲੇਕਿਨ ਉਹਦਾ ਮੀਨਿੰਗ ਕੀ ਆਉਂਦਾ ਕਿ ਤੇਰੇ ਫਿਕਰ ਪਰਮਾਤਮਾ ਕਰ ਰਿਹਾ। ਸੋ ਸਿਮਿਲਰਲੀ ਜਿੱਦਾਂ ਸ਼ਬਦ ਹਉਮੈ ਅਸੀਂ ਕਰ ਰਹੇ ਸਾਂ ਨਾ, ਇੱਕ ਵਾਰ ਗੁਰਬਾਣੀ ਦਾ ਸ਼ਬਦ ਯਾਦ ਆਇਆ, ਉਹ ਕੀ ਸ਼ਬਦ ਹੈ, ਸਭ ਕੋ ਤੇਰਾ ਤੂੰ ਸਭਨਾ ਦਾ, ਕਿ ਪਰਮਾਤਮਾ ਸਭ ਕੁਝ ਤੇਰਾ ਹੈ ਤੇ ਤੂੰ ਸਾਰਿਆਂ ਦਾ ਹੈ। ਅਗਲੀ ਪੰਕਤੀਆਂ ਦੀ ਹਉ ਤੇਰਾ ਤੂੰ ਹਮਾਰਾ, ਇਸੇ ਤਰ੍ਹਾਂ ਮੈਂ ਤੇਰਾ ਮੈਂ ਤੇ ਤੂੰ ਮੇਰਾ। ਸੋ ਸ਼ਬਦ ਹੂੰ ਮੈਂ, ਲੇਕਿਨ ਉਹ ਠੀਕ ਹੈ ਜੀ, ਪਰ that's in a different context, you know, ਜਿਹੜੀਆਂ ਚੀਜ਼ਾਂ ਦਾ ਕੰਟੈਕਸਟ ਹੈ ਨਾ ਉਹ ਵੱਖਰਾ ਨਾ। ਹਾਂਜੀ ਠੀਕ ਹੈ ਸਰ। ਸਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਂ ਕਿ ਜਿੱਦਾਂ ਆਮ ਸ਼ਬਦ ਆਉਂਦਾ ਹੈ ਕਿ ਪ੍ਰਾਈਡ ਹੈ ਫਾਲ, ਪਰ ਦੂਜੇ ਪਾਸੇ ਕਹਿੰਦੇ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ। ਸੋ ਸ਼ਬਦ ਪ੍ਰਾਈਡ ਹੀ ਹੈ, ਲੇਕਿਨ ਉਹਦਾ ਮਤਲਬ ਚੇਂਜ ਹੋ ਜਾਂਦਾ। ਪਰ ਉਹ ਜਿਹੜਾ ਆਈ ਐਮ ਪ੍ਰਾਊਡ ਟੂ ਬੀ ਅ ਸਿੱਖ is not really a proper thing. I'm grateful to be a Sikh, it should be, not I'm proud to be a Sikh. Right, sir. Anyway, these are different views. Rajinder Singh ji, are you there? मेरा फोन जरा हीट हो रहा है, पता नहीं। ਚਲੋ ਕੋਈ ਗੱਲ ਨਹੀਂ। ਆਪਣੇ ਮੇਘਰਾਜ ਸਿੰਘ ਜੀ, ਤੁਸੀਂ ਕੋਈ ਆਪਣੇ ਵਿਚਾਰ ਦੱਸਣਾ ਹੋਵੇ before we end? ਮੈਂ ਤੁਹਾਨੂੰ 10-15 ਮਿੰਟਾਂ ਬਾਅਦ ਫੋਨ ਕਰ। ਮੇਘਰਾਜ ਸਿੰਘ ਜੀ, would you like to add anything? Okay. Now I think unless there's any other subject left behind over here, now I'm not going to talk more about Home anymore. कोई और किसी एस्पेक्ट पे किसी ने गल करनी होवे गुरु साहब दी जीवनी ते, we have a couple of minutes available, otherwise we'll say goodbye for tonight. हाँ जी, करो गल। दूसरा पक्ष जो गुरु साहब ਦਾ ਸੀਗਾ ਉਹਨੇ ਪ੍ਰਸ਼ੰਸਾ। ਇੱਕ ਮਿੰਟ ਪਾਂਡੇ ਸਾਹਿਬ, ਜਸਟ ਮਿੰਟ, ਇਹਨਾਂ ਦਾ ਹੱਥ ਰੇਜ਼ ਕੀਤਾ ਹੈ ਸੀਗਾ ਆਪਣੇ ਗਿਆਨੀ ਸੁੱਚਾ ਸਿੰਘ ਜੀ ਦਾ। ਕਰੋ। ਹਾਂਜੀ ਬਸ ਇੱਕ ਮਿੰਟ ਜੀ। ਸੋ ਜਿਸ ਤਰ੍ਹਾਂ ਨਾ ਜੀ ਦੇਖੋ, ਪਹਿਲਾਂ ਜਿਹੜਾ ਸ਼ਬਦ ਪੜਿਆ ਵੀ ਗਿਆ ਸੀਗਾ ਭਗਤ ਸਦਨਾ ਜੀ ਦਾ, ਮੈਂ ਨਾਹੀਂ ਕਿਛ ਹੋ ਨਾਹੀਂ ਕਿਛ ਆਹੇ ਨਾ ਮੋਰਾ ਔਸਰ ਰੱਜਾ ਰਾਖ ਲਿਓ ਸਦਨਾ ਜਨ ਤੋਰਾ। ਇਸੇ ਤਰ੍ਹਾਂ ਦਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਮੈਂ ਨਾਹੀਂ ਕਛ ਆਹੇ ਨਾ ਮੋਰਾ ਤਾਨ ਧਨ ਸਭ ਰਸ ਗੋਬਿੰਦ ਤੋਰਾ, ਸਭ ਕੁਛ ਤੇਰਾ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਦਾ ਬਚਨ ਜਿਹੜਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ। ਸਲਾਮ ਤੇ ਜਵਾਬ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜਿਹੜਾ ਨੌਕਰ ਹੈ, ਜਿਹੜਾ ਸਬੋਰਡੀਨੇਟ ਹੈ, ਉਹ ਆਪਣੇ ਮਾਲਕ ਨੂੰ ਜਵਾਬ ਤਲਬੀ ਨਹੀਂ ਕਰ ਸਕਦਾ। ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਲੈ ਕੇ ਚੱਲਦੇ ਹਾਂ ਜੀ, ਨੰਬਰ 1 ਜਿਹੜਾ ਕਨਸੈਪਟ ਹੈਗਾ ਵਨਨੈਸ ਦਾ, ਉਹਨੂੰ ਪੂਰੀ ਤਰ੍ਹਾਂ ਸਮਝਣ ਦਾ ਅਸੀਂ ਯਤਨ ਕਰ ਲਈਏ, ਸਮਝ ਲਈਏ। ਤੇ ਮੈਂ ਪਿਛਲੀ ਜਿਹੜੀ ਸਾਡੀ ਇੱਕ ਦੂਸਰੀ ਕਲਾਸ ਹੁੰਦੀ ਨਾ ਜੀ ਗੁਰਬਾਣੀ ਦੀ, ਉਹਦੇ ਵਿੱਚ ਤੁਹਾਨੂੰ ਯਾਦ ਆ ਕਿ ਲਾਸਟ ਟਾਈਮ ਮੈਂ ਗੱਲ ਕੀਤੀ ਸੀ ਕਿ ਹੰਕਾਰ ਮਾਣ ਜਿਹੜਾ ਇਹ ਇਸ ਤਰ੍ਹਾਂ ਦੀ ਚੀਜ਼ ਹੈ ਕਿ ਮੈਂ ਗੱਡੀ 'ਚ ਜਾ ਰਿਹਾ, ਗੱਡੀ ਚਲਾ ਰਿਹਾ, ਮੈਂ ਮੇਰੇ ਨਾਲ ਵਾਈਫ ਬੈਠੀ ਕਹਿੰਦੀ ਆ ਹੌਲੀ ਰੱਖੋ, ਖੱਬੇ ਨੂੰ ਮੁੜਨਾ ਉੱਥੋਂ, ਓਕੇ ਜੀ। ਅੱਗੋਂ ਮੈਂ ਕਹਿੰਦਾ ਮੈਨੂੰ ਪਤਾ ਹੈ, ਚੁੱਪ ਕਰਕੇ ਬੈਠੀ, ਮੈਨੂੰ ਨਹੀਂ ਪਤਾ ਮੈਂ ਚਲਾ ਰਿਹਾ। ਇਹ ਮੇਰਾ ਹੰਕਾਰ ਬੋਲਦਾ, ਇਹ ਮੇਰਾ ਹੰਕਾਰ ਹੈ। ਹੰਕਾਰ ਦੇ ਜੀ ਬਹੁਤ ਸੂਖਸ਼ਮ ਰੂਪ ਹੁੰਦੇ ਆ, ਜਿੱਥੋਂ ਕਰਕੇ ਸਾਡੇ ਅੰਦਰ ਵੜਦਾ। ਉਹਨਾਂ ਰਸਤਿਆਂ ਨੂੰ ਬੰਦ ਕਰਨਾ, ਜਿਸ ਤਰ੍ਹਾਂ ਕਬੀਰ ਸਾਹਿਬ ਦਾ ਇੱਕ ਵਚਨ ਮੈਂ ਪੜ੍ਹ ਕੇ ਸਮਾਪਤੀ ਕਰਾਂ, ਉਹ ਕਹਿੰਦੇ ਆ ਕਿ ਮੂਦ ਲਿਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ, ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਉਹ ਦਰਵਾਜੇ ਬੰਦ ਕਰੋ। ਇਹ ਛੋਟੀਆਂ ਗੱਲਾਂ ਦੇ ਵਿੱਚ ਬੱਚਾ ਤੁਹਾਨੂੰ ਜਵਾਬ ਦਿੰਦਾ, ਉਹਦੇ ਨਾਲ ਹੰਕਾਰ ਦੀ ਬਜਾਏ
ਉਹਨੂੰ ਪਿਆਰ ਦੇ ਨਾਲ ਲੈ ਲਓ, ਇਟਸ ਓਕੇ ਫਾਈਨ, ਮੇਰੀ ਗੱਲ ਨਹੀਂ ਮੰਨੋਗੇ ਇਟਸ ਓਕੇ ਫਾਈਨ, ਠੀਕ ਹੈ ਜੀ। ਜੇਕਰ ਇਸ ਤਰ੍ਹਾਂ ਚੱਲਦੇ ਆ ਤਾਂ ਨਾ ਮੇਰਾ ਧਨ ਨਾ ਮੇਰਾ ਧਨ, ਤੇ ਜੇ ਮੇਰਾ ਸਰੀਰ ਵੀ ਨਹੀਂ ਹੈਗਾ ਤੇ ਦੈਨ ਫਿਰ ਹੰਕਾਰ ਕਿਸ ਚੀਜ਼ ਦਾ ਹੋਣਾ, ਕਿਸ ਚੀਜ਼ ਦਾ ਹੰਕਾਰ ਰਹਿ ਗਿਆ ਨਾ ਜੀ। ਤੇ ਗੁਰੂ ਮਹਾਰਾਜ ਦੀ ਬਾਣੀ ਤੇ ਇਸ ਕਦਰ ਸਾਨੂੰ ਸਮਝਾਉਂਦੀ ਹੈ ਕਿ ਆਪਣੇ ਆਪ ਨੂੰ ਵਿੱਚੋਂ ਖਤਮ ਕਰਨਾ, ਉਹ ਤੂੰ ਕਰਦਾ ਤੂੰ ਮੁਝ ਮੇ ਰਹਾ, ਪਰਾਇਆ ਭਾਵ ਖਤਮ ਕਰਨਾ ਅੰਦਰੋਂ। ਤੋ ਇਹ ਜਿਹੜਾ ਸਾਡੇ ਜਿਹੜੇ ਗੁਰੂ ਮਹਾਰਾਜ ਜੀ ਦਾ ਕਨਸੈਪਟ ਹੈਗਾ ਜੀ, ਇਹਨੂੰ ਲੈ ਕੇ ਅਸੀਂ ਚੱਲੀਏ ਤੇ ਆਪਣੇ ਅੰਦਰੋਂ ਜਿਹੜਾ ਪੂਰੀ ਤਰ੍ਹਾਂ ਹੰਕਾਰ ਖਤਮ ਕਰਨ ਦੀ ਕੋਸ਼ਿਸ਼। ਥੈਂਕ ਯੂ ਭਾਈ ਸਾਹਿਬ, ਥੈਂਕ ਯੂ। ਹਾਂਜੀ ਪਾਟਿਆ ਸਾਹਿਬ ਤੁਸੀਂ ਕਰੋ ਗੱਲ। नहीं बस कल हो गई वंस अगेन मैं गई कहांगा देखो भाई साहब बार-बार शब्द अहंकार दा यूज कीता है, लेकिन अहंकार और हमें जरा है दो वक्रे शब्द। हमें का मतलब है मैं हूँ, अहमत्व, अहम बीइंग मी। तो जिससे क्या मोरी मेरे कुछ नहीं है जो लागे सो तेरा, मेरा मुझ में कुछ नहीं जो लागे सो तेरा, ये मेरा शब्द आंदा है, वो भी तो हमें दी अवेयरनेस ही है ना। लेकिन वो चूंकि वाहिगुरु नाल जोड़े हुआ है, इस वास्ते असीं उसनूं अहंकार नहीं कहते। तो हौमे और अहंकार दे दो शब्द जिहड़े ने ना, इन्हां नूं असीं समझना है। May that's my purpose. Thank you. Thank you. Loji, I want to thank everyone for your participation. We are now have to say goodbye, and thanks for the participants as well as the audience, and let's keep on moving next time. You have any ideas what you would like to discuss during the next session? हाँ जी, You may- next भी करेंगे, कंटिन्यू करेंगे, कहने कुछ और तैयारी भी करेंगे, कुछ और भी। नहीं मतलब which subject, any particular subject anyone has any interest to discuss next time as a topic, like we discussed life and legacy of Guru Angad Dev Ji now. ਜੇ ਕੋਈ ਹੋਵੇ ਤੇ please write to me so that we can consider that. ਛੋਟੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਬੋਲ ਸਕਦੇ ਅੱਗੇ ਆਉਣ ਵਾਲੇ ਛੋਟੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ, ਜਾਂ ਛੋਟਾ ਘੱਲੂਘਾਰਾ ਹੋਇਆ ਸੀ ਉਹਦੇ ਸੰਬੰਧ ਦੇ ਵਿੱਚ ਅਗਲਾ ਟੌਪਿਕ ਕਰ ਲਓ। I'm sorry, I didn't get it. ਕੀ ਕਿਹਾ ਤੁਸੀਂ? ਜਾਂ ਛੋਟਾ ਘੱਲੂਘਾਰਾ ਜਿਹੜਾ ਹੈਗਾ ਉਹਦੇ ਸੰਬੰਧ ਦੇ ਵਿੱਚ ਅਗਲਾ ਟੌਪਿਕ ਰੱਖ ਲਓ, ਆਪਣਾ ਅਗਲਾ ਪ੍ਰੋਗਰਾਮ ਜਿਹੜਾ ਨਾ ਛੋਟੇ ਘੱਲੂਘਾਰੇ ਤੋਂ। ਛੋਟਾ ਘੱਲੂਘਾਰਾ। ਹਾਂਜੀ ਹਾਂਜੀ। Okay, let me think about ਕੋਈ ਹੋਰ ਵੀ ਟੌਪਿਕ ਹੋਵੇ ਤੇ please write to me. ਚਲੋ ਠੀਕ ਹੈ ਜੀ, I'll consider that. ਤੇ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਮਿਹਰਬਾਨੀ ਤੇ ਧੰਨਵਾਦ for participation and for your valuable time, for you as well as the audience. And again, please remember, these are our individual views, not the views of the Voice of Manata. Thank you very much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ